ਸ਼ਬਦ ਗੁਰੂ ਸਤਿਗੁਰੂ ਸ੍ਰੀ ਗੁਰੂ ਗਰੀਬ ਨਿਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਦੇ ਵਿੱਚ ਜੁੜ ਬੈਠੇ ਬਹੁਤ ਹੀ ਸਤਿਕਾਰਯੋਗ ਹਾਜ਼ਰੀਨ। ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ ਜੀ। ਸਤਿਕਾਰ ਸਾਹਿਤ ਆਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਔਰ ਛੋਟੇ ਫਰਜ਼ੰਦਾਂ ਔਰ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਨ੍ਹਾਂ ਦਿਹਾੜਿਆਂ ਦੇ ਵਿੱਚ ਅਸੀਂ ਗੁਰੂ ਦੀ ਗੋਦ ਦੇ ਵਿੱਚ ਜੁੜੇ ਬੈਠੇ ਹਾਂ। ਜਿਸ ਤਰ੍ਹਾਂ ਦੇ ਨਾਲ ਪਹਿਲੇ ਦਿਨ ਤੋਂ ਹੀ ਕਿ ਇੱਕ ਲਗਾਤਾਰ ਵਿਖਿਆਨ ਦੀ ਇਕਸਾਰਤਾ ਬਣੀ ਰਵੇ, ਸਾਰੇ ਘਟਨਾਕ੍ਰਮ ਨੂੰ ਜਾਂ ਇਤਿਹਾਸਕ ਵਾਰਤਾਲਾਪ ਨੂੰ ਉਸ ਜਗ੍ਹਾ ਤੋਂ ਸ਼ੁਰੂ ਕੀਤਾ ਸੀ ਕਿ ਜਦੋਂ ਅਨੰਦਪੁਰ ਸਾਹਿਬ ਨੂੰ ਪਹਾੜੀ ਰਾਜਿਆਂ ਦੇ ਵੱਲੋਂ ਤੇ ਹਕੂਮਤ ਦੇ ਫੌਜਦਾਰ ਤੇ ਅਹਿਲਕਾਰ ਸੀ ਉਹਨਾਂ ਦੇ ਵੱਲੋਂ ਘੇਰਾ ਪਾਇਆ ਗਿਆ। ਦੂਸਰੇ ਦਿਨ ਕੇਵਲ ਤੇ ਕੇਵਲ ਚਮਕੌਰ ਦੀ ਜੰਗ ਦੀ ਗੱਲ ਕੀਤੀ ਸੀ। ਅੱਜ ਤੀਸਰੇ ਦਿਨ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਫਰਜ਼ੰਦਾਂ ਦੀ ਸ਼ਹਾਦਤ, ਉਸ ਸਮੇਂ ਦਾ ਇਤਿਹਾਸਕ ਵਰਤਾਰਾ ਜਾਂ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ ਇਸ ਸ਼ਹਾਦਤ ਨੂੰ ਕਿਸ ਰੂਪ ਦੇ ਵਿੱਚ ਚਿਤਰਿਆ ਗਿਆ ਤੇ ਕੁਝ ਸਰੋਤ ਐਸੇ ਵੀ ਜਿਨ੍ਹਾਂ ਦੇ ਵਿੱਚ ਮਿਸ ਇੰਟਰਪ੍ਰੀਟੇਸ਼ਨ ਵੀ ਕੀਤੀ ਗਈ ਹੈ, ਇਤਿਹਾਸਕ ਤੱਥਾਂ ਨੂੰ ਵਿਗਾੜਨ ਦਾ ਯਤਨ ਵੀ ਕੀਤਾ ਗਿਆ। ਸੋ ਇਹਨਾਂ ਸਾਰੇ ਇਤਿਹਾਸਕ ਤੱਥਾਂ ਨੂੰ, ਅਸਲੀਅਤ ਨੂੰ ਜਾਣਨ ਦਾ ਯਤਨ ਕਰਾਂਗੇ। ਮੈਂ ਕੱਲ ਵੀ ਇੱਕ ਗੱਲ ਕਹੀ ਸੀ ਕਿ ਅਸੀਂ ਜਿਹੜੇ ਹਿਸਟੋਰੀਓਗ੍ਰਾਫੀ ਦੇ ਨਾਲ ਸੰਬੰਧਿਤ ਲੋਕ ਹੁੰਦੇ ਆ, ਜਿਹੜੇ ਇਤਿਹਾਸ ਦੇ ਉੱਪਰ ਕੰਮ ਕਰਨ ਵਾਲੇ ਹੁੰਦੇ ਆ, ਇਤਿਹਾਸ ਦੇ ਕਿਸੇ ਵੀ ਘਟਨਾਕ੍ਰਮ ਦੇ ਬਾਰੇ ਅੰਤਮ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਇਹੀ ਸੱਚ ਹੈ। ਜਿੰਨੇ ਸਰੋਤ ਸਾਨੂੰ ਮਿਲਦੇ ਰਹਿੰਦੇ ਨੇ, ਉਹਨਾਂ ਸਰੋਤਾਂ ਦੇ ਵਿੱਚੋਂ ਨਵੀਆਂ ਖੋਜਾਂ, ਨਵੇਂ ਤੱਥ ਇਤਿਹਾਸ ਦੇ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਕਈ ਵਾਰੀ ਆਪਣੀਆਂ ਕੀਤੀਆਂ ਹੋਈਆਂ ਗੱਲਾਂ ਨੂੰ ਵੀ ਦੁਬਾਰਾ ਸੋਧ ਕੇ ਪੇਸ਼ ਕਰਨਾ ਪੈਂਦਾ ਹੈ। ਕਿਉਂਕਿ ਜੇ ਮੇਰੇ ਖਿਆਲ ਦੇ ਨਾਲ ਇੱਥੇ ਮੈਂ 15 ਸਾਲ ਬਾਅਦ ਆਇਆ ਇਸੇ ਸਥਾਨ ਤੇ ਲੈਕਚਰ ਕਰਨ ਵਾਸਤੇ, ਤਾਂ ਹੋ ਸਕਦਾ ਕਿ ਜਿਹੜੀਆਂ ਗੱਲਾਂ ਉਸ ਸਮੇਂ ਕੀਤੀਆਂ ਹੋਣ ਅੱਜ ਤੋਂ 15 ਸਾਲ ਪਹਿਲਾਂ, ਉਹਨਾਂ ਸਮਾਂ ਦੇ ਵਿੱਚ ਜਿਹੜੇ ਅੱਜ ਇਤਿਹਾਸਕ ਸਰੋਤ ਸਾਡੇ ਕੋਲ ਨੇ, ਮੈਂ ਉਹਨਾਂ ਤੋਂ ਵਾਬਸਤਾ ਨਾ ਹੋਵਾਂ ਜਾਂ ਮੈਂ ਉਹਨਾਂ ਤੋਂ ਜਾਣੂ ਨਾ ਹੋਵਾਂ। ਸੋ ਇਸ ਕਰਕੇ ਕੋਈ ਵੀ ਇਤਿਹਾਸਕਾਰ ਕਦੀ ਇਹ ਨਹੀਂ ਕਹਿ ਸਕਦਾ ਕਿ ਜੋ ਉਸਨੇ ਲਿਖਿਆ ਹੈ ਉਹ ਅੰਤਮ ਸੱਚ ਹੈ। ਜਿਹੜੇ ਸਮਕਾਲੀ ਇਤਿਹਾਸਕਾਰ ਹੁੰਦੇ ਨੇ, ਉਹ ਸਮੇਂ ਦੇ ਜਿਹੜੇ ਵਰਤਾਰੇ ਨੇ ਉਹਨਾਂ ਨੂੰ ਕਈ ਵਾਰੀ ਲੋਕ ਤੱਥਾਂ ਦੇ ਆਧਾਰ ਤੇ ਜਾਂ ਸੀਨਾ ਬਸੀਨਾ ਚੱਲਦੀਆਂ ਪਰੰਪਰਾਵਾਂ ਦੇ ਵਿੱਚ ਵੇਖ ਕੇ ਵੀ ਲਿਖਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਦੇ ਵਿੱਚ ਸੁਧਾਈ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ। ਇਸੇ ਤਰ੍ਹਾਂ ਜਿਹੜੇ ਲੈਕਚਰਰ ਨੇ ਜਾਂ ਮੇਰੇ ਵਰਗੇ ਜਿਹੜੇ ਤੁਹਾਡੇ ਨਾਲ ਵਿਖਿਆਨ ਸਾਂਝਾ ਕਰਨ ਦਾ ਯਤਨ ਕਰਦੇ ਨੇ, ਸਾਡੇ ਵਿਖਿਆਨ ਵੀ ਅੰਤਮ ਸੱਚ ਨਹੀਂ ਹੁੰਦੇ। ਕੇਵਲ ਤੇ ਕੇਵਲ ਅੰਤਮ ਸੱਚ ਹੈ ਜਿਹੜਾ ਤੁਸੀਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਕਥਾ ਤੇ ਸਾਡੇ ਵਿਖਿਆਨ, ਇਹਨਾਂ ਦੇ ਵਿੱਚ ਸੋਧ ਦੇ ਜਾਂ ਫਿਰ ਸਹੀ ਕਰਨ ਦੇ ਜਾਂ ਤੱਥਾਂ ਨੂੰ ਜਾਣਨ ਦੇ, ਤੱਥਾਂ ਨੂੰ ਪਹਿਚਾਨਣ ਦੇ, ਉਹਨਾਂ ਨੂੰ ਐਨਾਲਾਈਜ਼ ਕਰਨ ਦੇ, ਉਹ ਦਰਵਾਜ਼ੇ ਹਮੇਸ਼ਾ ਇਤਿਹਾਸਕਾਰੀ 'ਚ ਖੁੱਲੇ ਰਹਿੰਦੇ ਨੇ। ਖੈਰ, ਵਿਸ਼ੇ ਦੇ ਉੱਪਰ ਆਉਣ ਦਾ ਯਤਨ ਕਰੀਏ ਕਿਉਂਕਿ ਵਿਸ਼ਾ ਅੱਜ ਦਾ ਬਹੁਤ ਅਹਿਮ ਹੈ। ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਫਰਜ਼ੰਦਾਂ ਦੀ ਸ਼ਹਾਦਤ। ਜਿਸ ਵੇਲੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਪਹੁੰਚੇ ਨੇ, ਚਮਕੌਰ ਪਿੰਡ ਦੇ ਵਿੱਚ, ਜਿਸ ਦਾ ਮੈਂ ਕੱਲ ਜ਼ਿਕਰ ਕੀਤਾ ਸੀ, ਤੇ ਸਰੂਪ ਸਿੰਘ ਕੌਸ਼ਿਸ਼ ਦੀਆਂ ਲਿਖੀਆਂ ਭੱਟਵਈਆਂ ਦੇ ਵਿੱਚ ਜਾਂ ਭੱਟਵਈਆਂ ਦੇ ਆਧਾਰਿਤ ਕਿਤਾਬ ਗੁਰੂ ਕੀਆਂ ਸਾਖੀਆਂ ਦੇ ਵਿੱਚ ਇੱਕ ਜ਼ਿਕਰ ਮਿਲਦਾ ਹੈ ਕਿ ਗੁਰੂ ਸਾਹਿਬ ਉਸੇ ਵੇਲੇ ਹੀ ਇੱਕ ਸਿੱਖ ਨੂੰ ਭੇਜਦੇ ਨੇ ਕਿ ਕੀ ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਪਿੰਡ ਵਿੱਚ ਪਹੁੰਚ ਚੁੱਕੇ ਨੇ। ਹੁਣ ਇੱਥੇ ਇੱਕ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬ ਤਾਂ ਚਮਕੌਰ ਆਏ, ਪਰ ਮਾਤਾ ਗੁਜਰ ਕੌਰ ਜੀ ਔਰ ਗੁਰੂ ਸਾਹਿਬ ਦੇ ਛੋਟੇ ਫਰਜ਼ੰਦ, ਉਹਨਾਂ ਦਾ ਪਤਾ ਕਰਨ ਦੇ ਵਾਸਤੇ ਗੁਰੂ ਸਾਹਿਬ ਇੱਕ ਸਿੱਖ ਨੂੰ ਕਿਉਂ ਭੇਜਦੇ ਨੇ? ਕਿਉਂਕਿ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਗਿਆ, ਜਿਸ ਤਰ੍ਹਾਂ ਮੈਂ ਪਹਿਲੇ ਦਿਨ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਉਸ ਸਮੇਂ ਤਰੀਕੇ ਹੀ ਪੂਰਾ ਯੋਜਨਾਬੱਧ ਸੀ, ਬਕਾਇਦਾ ਤੌਰ ਤੇ ਇਹ ਗੱਲ ਮਿਥੀ ਗਈ ਸੀ ਕਿ ਕਿਹੜਾ ਜਥਾ ਕਿੱਥੇ ਪਹੁੰਚੇਗਾ।
ਸੋ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਚਮਕੌਰ ਜਾਂ ਚਮਕੌਰ ਦੇ ਬਾਹਰ ਮਿਲਣ ਦਾ ਵਕਤ ਤੇ ਸਮਾਂ ਨਿਯਤ ਜ਼ਰੂਰ ਕੀਤਾ ਹੋਵੇਗਾ। ਇਸੇ ਕਰਕੇ ਗੁਰੂ ਸਾਹਿਬ ਨੇ ਇਹ ਸਵਾਲ ਕੀਤਾ। ਉਹ ਸਿੱਖ ਪਤਾ ਲੈਣ ਗਿਆ ਕਰਮਦੀਨ ਦੇ ਘਰ, ਜਿਸ ਨੂੰ ਕੁੰਮਾ ਮਾਸ਼ਕੀ ਕਿਹਾ ਜਾਂਦਾ ਸੀ। ਪਤਾ ਲੈ ਕੇ ਵਾਪਸ ਆ ਕੇ ਗੁਰੂ ਸਾਹਿਬ ਨੂੰ ਦੱਸਦਾ ਹੈ। ਉਸ ਗੁਰੂ ਕੀਆਂ ਸਾਖੀਆਂ ਦੇ ਵਿੱਚ ਸ਼ਬਦ ਨੇ, ਕਿਉਂਕਿ ਮੁਸਲਮਾਨ ਫਜਰ ਦੀ ਗੱਲ ਕਰਦੇ ਨੇ, ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਦਾ ਸਮਾਂ। ਉਹ ਕਹਿੰਦੇ ਨੇ ਕਿ ਉਹ ਤੇ ਫਜਰੇ ਹੀ ਇੱਥੋਂ ਨਿਕਲ ਗਏ, ਕੋਈ ਮਸੰਦ ਆਏ ਸੀ ਉਹਨਾਂ ਨੂੰ ਨਾਲ ਲੈ ਗਏ। ਇਹਦਾ ਮਤਲਬ ਕਿ ਇੱਕ ਰਾਤ ਮਾਤਾ ਜੀ ਨੇ ਔਰ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੇ ਕੁੰਮੇ ਮਾਸ਼ਕੀ ਦੀ ਝੁੱਗੀ ਦੇ ਵਿੱਚ ਗੁਜ਼ਾਰੀ। ਹੁਣ ਉੱਥੇ ਕੁੰਮੇ ਮਾਸ਼ਕੀ ਤੋਂ ਬਿਨਾਂ ਹੋਰ ਕੌਣ ਸੀ? ਮਾਤਾ ਗੁਜਰ ਕੌਰ ਜੀ ਦੇ ਸੇਵਾ ਦੇ ਵਿੱਚ ਹਾਜ਼ਰ ਇੱਕ ਦਾਸੀ ਬੀਬੀ ਸੁਪਿੱਖੀ ਤੇ ਕੁਝ ਸਰੋਤਾਂ ਦੇ ਮੁਤਾਬਕ ਉਸ ਦਾ ਪਤੀ ਭਾਈ ਦੁੰਨਾ ਸਿੰਘ, ਜਿਸ ਨੇ ਬਾਅਦ ਦੇ ਵਿੱਚ ਇੱਕ ਰਚਨਾ ਲਿਖੀ ਕਥਾ ਗੁਰਸੁੱਤਨ ਕੀ, ਦੁੰਨਾ ਸਿੰਘ ਹੰਡੂਰੀਆ। ਇਹ ਦੋਵੇਂ ਜੀ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੇ ਨਾਲ ਸਨ। ਇੱਥੇ ਜਦੋਂ ਰਾਤ ਨੂੰ ਪਹੁੰਚੇ ਨੇ, ਉੱਥੇ ਪਹੁੰਚਣ ਦੇ ਉਪਰੰਤ ਸਾਨੂੰ ਇਤਿਹਾਸਕ ਸਰੋਤਾਂ ਦੇ ਵਿੱਚੋਂ ਇੰਨਾ ਕੁ ਜ਼ਿਕਰ ਮਿਲਦਾ ਹੈ ਕਿ ਇੱਥੇ ਇਸ ਘਰ ਦੇ ਵਿੱਚ ਇੱਕ ਲక్ష్ਮੀ ਨਾਮ ਦੀ ਬ੍ਰਾਹਮਣੀ ਗੁਆਂਢ ਦੇ ਵਿੱਚ ਰਹਿੰਦੀ ਸੀ, ਜਿਸ ਨੇ ਸਾਹਿਬਜ਼ਾਦਿਆਂ ਦੇ ਵਾਸਤੇ ਮਸਰਾਂ ਦੀ ਦਾਲ ਤਿਆਰ ਕੀਤੀ ਤੇ ਪ੍ਰਸ਼ਾਦਾ ਛਕਾਇਆ ਗਿਆ। ਇਤਿਹਾਸ ਦੇ ਵਿੱਚ ਇੰਨਾ ਕੁ ਜ਼ਿਕਰ ਸਾਨੂੰ ਜ਼ਰੂਰ ਮਿਲਦਾ ਹੈ ਇਤਿਹਾਸਕ ਸਰੋਤਾਂ ਦੇ ਵਿੱਚ। ਸਵੇਰੇ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ ਫਿਰ ਇੱਥੇ ਥੋੜਾ ਵਖਰੇਵਾਂ ਆ ਜਾਂਦਾ ਹੈ। ਕੁਝ ਇਤਿਹਾਸਕ ਸਰੋਤਾਂ ਦੇ ਵਿੱਚ ਲਿਖਿਆ ਹੈ ਕਿ ਸਹੇੜੀ ਪਿੰਡ ਦੇ ਦੋ ਮਸੰਦ, ਸਹੇੜੀ ਵਿਖੇ ਮਸੰਦ ਦੋ ਰਹੇ, ਧੁੰਮਾ ਔਰ ਦਰਬਾਰੀ ਕਹੇ। ਤੇ ਸਾਡੇ ਪ੍ਰਚਲਿਤ ਸਰੋਤਾਂ ਦੇ ਵਿੱਚ ਨਾਮ ਆਉਂਦਾ ਹੈ ਗੰਗੂ। ਅਸੀਂ ਅਕਸਰ ਖੇੜੀ ਪਿੰਡ ਦਾ ਜ਼ਿਕਰ ਕਰਦੇ ਹਾਂ। ਖੇੜੀ ਨਾਮ ਦਾ ਕੋਈ ਪਿੰਡ ਨਹੀਂ, ਪਿੰਡ ਦਾ ਅਸਲ ਨਾਮ ਸਹੇੜੀ ਹੈ। ਤੇ ਉੱਥੇ ਜਦੋਂ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦੇ, ਅਸੀਂ ਪ੍ਰਚਲਿਤ ਪਰੰਪਰਾ ਦੀ ਗੱਲ ਹੀ ਕਰਾਂਗੇ, ਕਿਉਂਕਿ ਜੇਕਰ ਧੁੰਮਾ ਤੇ ਦਰਬਾਰੀ ਦੀ ਗੱਲ ਆਉਂਦੀ ਹੈ ਤਾਂ ਉਹ ਕੇਵਲ ਇੱਕ ਜਾਂ ਦੋ ਸਰੋਤਾਂ ਦੇ ਵਿੱਚ ਜ਼ਿਕਰ ਆਉਂਦਾ ਹੈ, ਜ਼ਿਆਦਾਤਰ ਸਰੋਤਾਂ 'ਚ ਜ਼ਿਕਰ ਨਹੀਂ ਆਉਂਦਾ। ਜ਼ਿਆਦਾਤਰ ਗੰਗੂ ਬ੍ਰਾਹਮਣ ਦੀ ਗੱਲ ਆਉਂਦੀ ਹੈ। ਸੋ ਮੈਂ ਅਕਸਰ ਇਹ ਸਮਝਦਾ ਕਿ ਹੋ ਸਕਦਾ ਹੈ ਕਿ ਗੰਗੂ ਗੁਰੂ ਘਰ ਦਾ ਰਸੋਈਆ ਵੀ ਨਾ ਹੋਵੇ। ਇੰਜ ਲੱਗਦਾ ਕਿ ਇਹ ਜਿਹੜੇ ਮਸੰਦ ਨੇ ਇਸ ਪਿੰਡ ਦੇ ਰਹਿਣ ਵਾਲੇ, ਕੋਈ ਉਹਨਾਂ ਦਾ ਅੱਗੋਂ ਨੌਕਰ ਹੋਵੇ, ਉਹਨਾਂ ਦਾ ਅੱਗੋਂ ਰਸੋਈਆ ਹੋਵੇ। ਕਿਉਂਕਿ ਕੁਝ ਜਦੋਂ ਸਰੋਤ ਰਸੋਈਏ ਦੀ ਗੱਲ ਕਰਦੇ ਨੇ ਤੇ ਕਹਿੰਦੇ ਨੇ ਕਿ ਗੰਗੂ ਬ੍ਰਾਹਮਣ ਜਿਹੜਾ ਉਹ ਕਸ਼ਮੀਰ ਦੇ ਪੰਡਤਾਂ ਦੇ ਨਾਲ ਉਸ ਵੇਲੇ ਆਇਆ ਸੀ ਜਦੋਂ ਉਹ 9ਵੇਂ ਪਾਤਸ਼ਾਹ ਦੇ ਕੋਲ ਆਪਣੇ ਧਰਮ ਨੂੰ ਬਚਾਉਣ ਦੀ ਬੇਨਤੀ ਲੈ ਕੇ ਆਏ ਸੀ। ਪਰ ਉਹਨਾਂ ਦੇ ਵਿੱਚੋਂ ਬਹੁਤੇ ਬ੍ਰਾਹਮਣ ਤਾਂ ਵਾਪਸ ਚਲੇ ਗਏ ਤੇ ਇੱਕ ਪਰਿਵਾਰ ਰੁਕਿਆ ਸੀ, ਭਾਈ ਅੜੂ ਰਾਮ, ਜਿਨ੍ਹਾਂ ਦੇ ਕਹਿਣ ਦੇ ਉੱਪਰ ਇਹ ਬ੍ਰਾਹਮਣ ਆਏ ਸੀ। ਉਹਨਾਂ ਦਾ ਬੇਟਾ ਭਾਈ ਕਿਰਪਾ ਰਾਮ ਤੇ ਕਿਰਪਾ ਰਾਮ ਦਾ ਬੇਟਾ ਸਨਮੁਖ ਰਾਏ। ਪਰ ਇਹ ਤਾਂ ਦੋਵੇਂ ਹੀ ਖੰਡੇ ਬਾਟੇ ਦੀ ਪਾਹੁਲ ਲੈ ਕੇ ਕਿਰਪਾ ਸਿੰਘ ਤੇ ਸਨਮੁਖ ਸਿੰਘ ਬਣ ਗਏ ਤੇ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤਾਂ ਪ੍ਰਾਪਤ ਕਰ ਗਏ। ਸੋ ਸਾਨੂੰ ਉਸ ਤੋਂ ਪਹਿਲਾਂ ਕੋਈ ਜ਼ਿਕਰ ਨਹੀਂ ਮਿਲਦਾ ਕਿ ਗੁਰੂ ਸਾਹਿਬ ਦਾ ਕੋਈ ਇਸ ਤਰ੍ਹਾਂ ਦਾ ਰਸੋਈਆ ਹੋਵੇਗਾ। ਸੋ ਇਹੀ ਸਪਸ਼ਟ ਲੱਗਦਾ ਹੈ ਕਿ ਹੋ ਸਕਦਾ ਕਿ ਉਸ ਪਿੰਡ ਦੇ ਜਿਹੜੇ ਮਸੰਦ ਹੋਣਗੇ ਅੱਗੋਂ ਉਹਨਾਂ ਦੇ ਘਰ ਦੇ ਵਿੱਚ ਜਾਂ ਘਰੇਲੂ ਨੌਕਰ ਹੋ ਸਕਦਾ ਹੈ। ਪਰ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਸੀ ਕਿ ਇਤਿਹਾਸਕ ਖੋਜ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹੁੰਦੇ ਨੇ। ਇਸ ਵਿਸ਼ੇ ਤੇ ਵੀ ਜੇ ਅੱਗੇ ਖੋਜਾਂ ਹੋਣੀਆਂ ਨੇ, ਇਹ ਅੰਤਮ ਸੱਚ ਨਹੀਂ। ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਉਹ ਸਹੇੜੀ ਪਿੰਡ ਦੇ ਵਿੱਚ ਚਲੇ ਜਾਂਦੇ ਨੇ। ਮੈਂ ਗੱਲ ਉੱਥੋਂ ਸ਼ੁਰੂ ਕੀਤੀ ਸੀ ਕਿ ਪਿੰਡ ਦਾ ਨਾਮ ਸਹੇੜੀ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਪਿੰਡ ਦੇ ਵਿੱਚ ਆ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਦੇ ਵਾਸਤੇ ਬਾਹਰ ਡੇਰਾ ਲਾਇਆ ਤਾਂ ਉਸ ਵੇਲੇ ਕੁਝ ਸਰੋਤ ਕਹਿੰਦੇ ਨੇ ਕਿ ਗੰਗੂ ਬੇਸ਼ੱਕ ਇੱਥੋਂ ਜਾ ਚੁੱਕਾ ਸੀ, ਉਸ ਦਾ ਘਰ ਉਜਾੜ ਦਿੱਤਾ ਗਿਆ ਤੇ ਇਸ ਨੂੰ ਸਹੇੜੀ ਉਖੇੜੀ ਕਿਹਾ ਜਾਣ ਲੱਗਾ। ਤੇ ਅਖੇੜੀ ਤੋਂ ਬਾਅਦ ਹੌਲੀ ਹੌਲੀ ਸਾਡੀ ਪ੍ਰਚਲਿਤ ਬੋਲੀ ਦੇ ਵਿੱਚ ਖੇੜੀ ਸ਼ਬਦ ਆ ਗਿਆ ਕਿ ਗੰਗੂ ਆਪਣੇ ਪਿੰਡ ਖੇੜੀ ਲੈ ਗਿਆ। ਅਸਲ ਨਾਮ ਇਸ ਪਿੰਡ ਦਾ ਸਹੇੜੀ ਹੈ। ਮਾਤਾ ਜੀ ਔਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਫਰਜ਼ੰਦ
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਔਰ ਸਾਹਿਬਜ਼ਾਦਾ ਫਤਿਹ ਸਿੰਘ ਗੰਗੂ ਦੇ ਘਰ ਦੇ ਵਿੱਚ ਨੇ। ਹੁਣ ਤੁਸੀਂ ਖਿਆਲ ਕਰੋ ਕਿ 7 ਪੋਹ ਦੀ ਸਵੇਰ ਸੀ ਜਦੋਂ ਆਨੰਦਪੁਰ ਸਾਹਿਬ ਸਰਸਾ ਦੇ ਕੰਢੇ ਦੇ ਉੱਪਰ ਜੰਗ ਹੋਈ। 7 ਪੋਹ ਦੀ ਸਾਰਾ ਦਿਨ ਜਿਹੜਾ ਹੈ ਉਹ ਚੱਲ ਕੇ 7 ਪੋਹ ਦੀ ਰਾਤ ਨੂੰ ਇਹ ਕੁੰਮੇ ਮਾਸ਼ਕੀ ਦੀ ਝੁੱਗੀ ਦੇ ਵਿੱਚ ਪਹੁੰਚੇ ਹੋਣਗੇ। 7 ਪੋਹ ਦੀ ਰਾਤ ਉੱਥੇ ਕੱਟੀ। 8 ਪੋਹ ਨੂੰ ਚਮਕੌਰ ਦੀ ਜੰਗ ਹੋਈ। 8 ਪੋਹ ਦਾ ਦਿਨ ਸਾਰਾ ਦਿਨ ਇਹ ਚੱਲਦੇ ਰਹੇ ਤੇ ਉਸ ਤੋਂ ਬਾਅਦ ਇਹ ਸਹੇੜੀ ਪਿੰਡ ਪਹੁੰਚੇ 8 ਪੋਹ ਦੀ ਰਾਤ। 8 ਪੋਹ ਦੀ ਜਿਹੜੀ ਰਾਤ ਹੈ ਉਹ ਜਦੋਂ ਸ਼ਾਮ ਪਈ ਹੈ ਤੇ ਕਹਿੰਦੇ ਨੇ ਕਿ ਗੰਗੂ ਦੇ ਘਰ ਦੇ ਵਿੱਚ ਜਿਹੜਾ ਸਾਹਿਬਜ਼ਾਦਿਆਂ ਨੂੰ ਖਾਣ ਦੇ ਵਾਸਤੇ ਖਾਣਾ ਦਿੱਤਾ ਗਿਆ ਉਹ ਇੰਨਾ ਘਟੀਆ ਦਰਜੇ ਦਾ ਸੀ। ਤਬ ਮਾਤਾ ਐਸੇ ਬਿਲਾਨੀ ਭੂਖੇ ਕੋਇਰ ਦੇਖ ਕੁਮਲਾਨੀ। ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਤੇ ਮਾਤਾ ਜੀ ਜਿਹੜੇ ਨੇ ਉਹ ਸਾਹਿਬਜ਼ਾਦਿਆਂ ਦੀ ਭੁੱਖ ਦੇ ਕਰਕੇ ਆਪ ਬੜੇ ਕੁਮਲਾਏ ਹੋਏ ਸਨ ਕਿ ਗੁਰੂ ਸਾਹਿਬ ਦੇ ਛੋਟੇ ਫਰਜ਼ੰਦਾਂ ਨੂੰ ਇੰਨੀ ਭੁੱਖ ਲੱਗੀ ਹੈ ਤੇ ਇਹਨਾਂ ਨੂੰ ਖਾਣ ਦੇ ਵਾਸਤੇ ਕੁਝ ਨਹੀਂ ਦਿੱਤਾ ਜਾ ਰਿਹਾ। ਮੈਂ ਕਈ ਵਾਰੀ ਸੋਚਦਾ ਹਾਂ ਕਿ ਸ਼ਾਇਦ ਗੰਗੂ ਦੇ ਘਰ ਦੇ ਵਿੱਚ ਇਹ ਵੀ ਤਸੀਹੇ ਦੀ ਇੱਕ ਕਿਸਮ ਹੈ ਕਿ ਜਦੋਂ ਮਾਤਾ ਜੀ ਕਹਿੰਦੇ ਨੇ ਕਿ ਗੁਰੂ ਸਾਹਿਬ ਦੇ ਇਹਨਾਂ ਛੋਟੇ ਫਰਜ਼ੰਦਾਂ ਨੂੰ ਜਾਂ ਮੇਰੇ ਪੋਤਰਿਆਂ ਨੂੰ ਕੁਝ ਖਾਣ ਦੇ ਵਾਸਤੇ ਦਿੱਤਾ ਜਾਵੇ ਤਾਂ ਉਹਦਾ ਜ਼ਿਕਰ ਜਿਹੜਾ ਸਾਡੇ ਇਤਿਹਾਸਕ ਸਰੋਤਾਂ 'ਚ ਮਿਲਦਾ ਹੈ, ਉਹ ਐਸੀ ਰੋਟੀ ਕਰ ਲਿਆਇਓ ਹਮਰੇ ਕਾਗ ਨਾ ਕੂਕਰ ਖਾਇਓ। ਗੁਰੂ ਸਾਹਿਬ ਦੇ ਬੱਚਿਆਂ ਨੂੰ ਖਾਣ ਦੇ ਵਾਸਤੇ ਜਿਸ ਤਰ੍ਹਾਂ ਦੀ ਰੋਟੀ ਜਾਂ ਜਿਸ ਤਰ੍ਹਾਂ ਦਾ ਭੋਜਨ ਦਿੱਤਾ ਗਿਆ ਉਹ ਇੰਨਾ ਘਟੀਆ ਦਰਜੇ ਦਾ ਸੀ ਕਿ ਜਿਸ ਤਰ੍ਹਾਂ ਦਾ ਕਾਵਾਂ ਤੇ ਕੁੱਤਿਆਂ ਨੂੰ ਵੀ ਨਹੀਂ ਪਾਇਆ ਜਾਂਦਾ। ਉਹ ਐਸੀ ਰੋਟੀ ਕਰ ਲਿਆਇਓ ਹਮਰੇ ਕਾਗ ਨਾ ਕੂਕਰ ਖਾਇਓ। ਨਾ ਕਾਗ ਨਾ ਕਾਂ ਨਾ ਕੂਕਰ ਨਾ ਕੁੱਤੇ ਇਵੇਂ ਦਾ ਘਟੀਆ ਦਰਜੇ ਦਾ ਖਾਣਾ ਖਾ ਨਹੀਂ ਸਕਦੇ। ਨਾ ਖਾਧਾ ਗਿਆ ਸਾਹਿਬਜ਼ਾਦਿਆਂ ਦੇ ਕੋਲੋਂ। ਸ਼ਾਇਦ ਭੁੱਖੇ ਹੀ ਸੌਂ ਗਏ ਹੋਣਗੇ। ਤਾਹੀਓ ਤੇ ਕੁਝ ਇਤਿਹਾਸਕ ਸਰੋਤਾਂ ਨੇ ਇਹ ਗੱਲ ਲਿਖੀ ਹੈ ਕਿ ਤਬ ਮਾਤਾ ਐਸੇ ਬਿਖਲਾਨੀ ਭੁੱਖੇ ਕੋਇਰ ਦੇਖ ਕੁਮਲਾਨੀ, ਕਿ ਮਾਤਾ ਜੀ ਜਿਹੜੇ ਸੀ ਉਹਨਾਂ ਦੀ ਵੀ ਆਤਮਾ, ਉਹਨਾਂ ਦੀ ਵੀ ਰੂਹ ਦਰਦ ਦੇ ਨਾਲ ਭਰ ਗਈ ਕਿ ਮੇਰੇ ਪੁੱਤਰੇ ਜਿਹੜੇ ਨੇ ਅੱਜ ਇੱਕ ਮੰਜੀ ਦੇ ਉੱਪਰ ਮੇਰੀ ਗੋਦ ਦੇ ਵਿੱਚ ਭੁੱਖੇ ਹੀ ਸੌਂ ਗਏ ਨੇ। ਭਈ ਰੈਣ ਖੁਰਜੀ ਤਿੰਨ ਲੀਨੀ। ਅੱਧੀ ਕੁ ਰਾਤ ਨੂੰ ਗੰਗੂ ਨੇ ਮਾਤਾ ਜੀ ਔਰ ਸਾਹਿਬਜ਼ਾਦਿਆਂ ਦੇ ਕੋਲ ਜਿਹੜੀ ਇੱਕ ਕੱਪੜਿਆਂ ਵਾਲੀ ਖੁਰਜੀ ਸੀ, ਜਿਹੜੀ ਇੱਕ ਗੁਥਲੀ ਸੀ, ਜਿਹੜੀ ਇੱਕ ਗਠੜੀ ਸੀ, ਉਹ ਚੋਰੀ ਕਰ ਲਈ, ਇਹ ਜਾਣ ਕੇ ਕਿ ਇਹਦੇ ਵਿੱਚ ਸੋਨਾ ਜਾਂ ਹੀਰੇ ਜਵਾਹਰਾਤ ਹੋਣਗੇ। ਅੱਧੀ ਰਾਤ ਨੂੰ ਉਹ ਚੋਰੀ ਕੀਤੀ। ਭਈ ਰੈਣ ਖੁਰਜੀ ਤਿੰਨ ਲੀਨੀ ਜਾ ਕੇ ਚੋਏ ਮੇ ਗੱਡ ਦੀਨੀ। ਤੇ ਪਿੰਡ ਦੇ ਬਾਹਰ-ਬਾਹਰ ਇੱਕ ਰੇਤਲਾ ਚੋ ਸੀ, ਉਹਦੇ ਵਿੱਚ ਥੋੜਾ ਟੋਆ ਪੁੱਟ ਕੇ ਜਾ ਕੇ ਦੱਬ ਦਿੱਤੀ। ਸਵੇਰ ਦਾ ਦਿਨ ਚੜਿਆ, ਤਕਰੀਬਨ 9 ਪੋਹ ਦੀ ਸਵੇਰ, ਤੇ ਜਿਸ ਵੇਲੇ ਮਾਤਾ ਜੀ ਨੇ ਵੇਖਿਆ ਕਿ ਉਸ ਮੰਜੇ ਦੇ ਕੋਲ ਜਿਹੜੀ ਖੁਰਜੀ ਜਾਂ ਗੱਠੜੀ ਰੱਖੀ ਪਈ ਸੀ ਉਹ ਹੁਣ ਉੱਥੇ ਨਹੀਂ ਹੈ, ਤਾਂ ਉਹਨਾਂ ਨੇ ਗੰਗੂ ਨੂੰ ਬੜੇ ਪਿਆਰ ਦੇ ਨਾਲ ਕਿਹਾ ਕਿ ਗੰਗੂ, ਇਸ ਜਗ੍ਹਾ ਦੇ ਉੱਪਰ ਇੱਕ ਗੱਠੜੀ ਰੱਖੀ ਸੀ, ਉਹ ਇੱਥੇ ਨਹੀਂ ਆ, ਕਿਤੇ ਤੂੰ ਚੁੱਕ ਕੇ ਰੱਖੀ ਹੈ। ਤੇ ਅੱਗੋਂ ਗੰਗੂ ਦੇ ਸ਼ਬਦ ਨੇ, ਹਮ ਗ੍ਰਹਿ ਰਾਖਤ ਆਪਣੇ ਤੁਮ ਹਮ ਕੋ ਤੋਹਮਤ ਦੇ, ਕਿ ਮੈਂ ਤਾਂ ਸਤਿਕਾਰ ਦੇ ਨਾਲ ਗੁਰੂ ਦੀ ਮਾਂ ਜਾਣ ਕੇ ਤੇ ਗੁਰੂ ਦੇ ਪੁੱਤਰ ਜਾਣ ਕੇ ਤੁਹਾਨੂੰ ਆਪਣੇ ਘਰ ਦੇ ਵਿੱਚ ਸ਼ਰਨ ਦਿੱਤੀ ਤੇ ਤੂੰ ਮੈਨੂੰ ਮਾਤਾ ਚੋਰ ਹੋਣ ਦੀ ਤੋਹਮਤ ਲਾ ਰਹੀ ਹੈ। ਹਮ ਗ੍ਰਹਿ ਰਾਖੇ ਆਪਣੇ ਤੁਮ ਹਮ ਕੋ ਤੋਹਮਤ ਦੇ। ਤੇ ਮਾਤਾ ਜੀ ਕਹਿੰਦੇ ਨੇ, ਮੈਂ ਤੋਹਮਤ ਤਾਂ ਲਗਾਈ ਨਹੀਂ, ਮੈਂ ਤਾਂ ਸਿਰਫ ਇੰਨਾ ਸਵਾਲ ਕੀਤਾ ਕਿ ਇੱਥੇ ਗੱਠੜੀ ਪਈ ਸੀ, ਉਹ ਇੱਥੇ ਨਹੀਂ ਹੈ, ਪਰ ਜੇ ਪੁੱਤ ਤੂੰ ਚੋਰੀ ਕਰ ਵੀ ਲਈ ਆ ਤਾਂ ਫੇਰ ਕੀ ਹੋਇਆ, ਤੂੰ ਮੰਗ ਕੇ ਵੀ ਲੈ ਲੈਂਦਾ, ਮੈਂ ਤਾਂ ਵੀ ਤੈਨੂੰ ਦੇ ਦੇਣੀ ਸੀ। ਪਰ ਕਹਿੰਦੇ ਨੇ ਕਿ ਚੋਰ ਨੂੰ ਆਪਣਾ ਪਾਲਾ ਹੁੰਦਾ। ਇਸ ਨੇ ਉਸੇ ਵੇਲੇ ਜਿਸ ਕਮਰੇ ਦੇ ਵਿੱਚ ਮਾਤਾ ਜੀ ਔਰ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਸਨ, ਉਸ ਕਮਰੇ ਨੂੰ ਬਾਹਰੋਂ ਬੰਦ ਕੀਤਾ ਤੇ ਮਰਿੰਡੇ ਪਹੁੰਚ ਗਿਆ। ਮਰਿੰਡੇ ਦਾ ਜਿਹੜਾ ਫੌਜਦਾਰ ਹੈ, 2 ਭਰਾ ਸਨ, ਜਾਨੀ ਖਾਨ ਤੇ ਮਾਨੀ ਖਾਨ, ਤੇ ਇਹ ਜਿਹੜਾ ਹੈ ਪਰਗੜਾ ਸਰਹੰਦ ਦੇ ਅਧੀਨ ਆਉਂਦੇ ਸਨ। ਇਸ ਨੇ ਜਾ ਕੇ ਉਹਨਾਂ ਨੂੰ ਇਹ ਖਬਰ ਦਿੱਤੀ, ਕਿਉਂਕਿ ਜਾਨੀ ਖਾਨ ਤੇ ਮਾਨੀ ਖਾਨ ਮਰਿੰਡੇ ਵਾਲੇ, ਮੈਂ ਕੱਲ ਵੀ ਗੱਲ ਕੀਤੀ ਸੀ ਕਿ ਚਮਕੌਰ ਦੀ ਜੰਗ ਦੇ ਵਿੱਚ ਵੀ ਸਨ,
ਤੇ ਵਾਪਰ ਰਹੇ ਸਾਰੇ ਘਟਨਾਕ੍ਰਮ ਦਾ ਉਹਨਾਂ ਨੂੰ ਪਤਾ ਸੀ। ਜਦੋਂ ਗੰਗੂ ਨੇ ਉਹਨਾਂ ਦੇ ਦਰਬਾਰ ਦੇ ਵਿੱਚ ਜਾ ਕੇ ਇਹ ਸੂਚਨਾ ਦਿੱਤੀ ਕਿ ਹਕੂਮਤ ਦੇ ਜਿਸ ਬਾਗੀ ਨੂੰ ਫੌਜਾਂ ਲੱਭ ਰਹੀਆਂ ਨੇ ਤੇ ਜਿਸ ਹਕੂਮਤ ਦੇ ਬਾਗੀ ਨੇ ਚਮਕੌਰ ਦੀ ਗੜੀ ਦੇ ਵਿੱਚ ਇੰਨੇ ਮੁਗਲ ਸੈਨਾਪਤੀ ਤੇ ਇੰਨੇ ਸੈਨਿਕ ਜਿਹੜੇ ਨੇ ਉਹ ਮੌਤ ਦੇ ਘਾਟ ਉਤਾਰ ਦਿੱਤੇ ਨੇ, ਉਸ ਹਕੂਮਤ ਦੇ ਬਾਗੀ ਦੀ ਮਾਤਾ ਔਰ ਉਸ ਦੇ ਪੁੱਤਰ ਜਿਹੜੇ ਨੇ ਉਹ ਸਹੇੜੀ ਪਿੰਡ ਦੇ ਵਿੱਚ ਗੰਗੂ ਦੇ ਘਰ ਨੇ। ਉਹ ਉਸੇ ਵੇਲੇ ਫੌਜਾਂ ਲੈ ਕੇ ਆ ਗਏ ਤੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਜਿਹੜੇ ਸੀ ਉਹਨਾਂ ਨੂੰ ਜਾਨੀ ਖਾਂ ਔਰ ਮਾਨੀ ਖਾਂ ਦੇ ਹਵਾਲੇ ਕਰ ਦਿੱਤਾ ਗਿਆ। ਅਕਸਰ ਪਹਿਲਾਂ ਕੁਝ ਸਰੋਤਾਂ ਦੇ ਵਿੱਚ ਇਹੀ ਜ਼ਿਕਰ ਆਉਂਦਾ ਸੀ, ਹਕੀਮ ਮਿਰਜ਼ਾ ਅਲਾ ਯਾਰ ਖਾਂ ਜੋਗੀ ਨੇ ਲਿਖਿਆ ਹੈ ਕਿ ਮਾਤਾ ਜੀ ਔਰ ਛੋਟੇ ਸਾਹਿਬਜ਼ਾਦਿਆਂ ਨੂੰ ਬੈਲ ਗੱਡੀ ਦੇ ਵਿੱਚ ਬਿਠਾ ਕੇ ਲਿਜਾਇਆ ਗਿਆ ਸਹੇੜੀ ਪਿੰਡ ਤੋਂ ਮਰਿੰਡੇ ਤੱਕ। ਤੇ ਦੁੰਨਾ ਸਿੰਘ ਹੰਡੂਰੀਆ ਨੇ ਆਪਣੀ ਰਚਨਾ ਕਥਾ ਗੁਰਸੁੱਤਨ ਕੀ, ਜਿਸ ਨੂੰ ਸਭ ਤੋਂ ਪਹਿਲਾਂ ਸਰਦਾਰ ਪਿਆਰਾ ਸਿੰਘ ਪਦਮ ਹੁਣਾਂ ਨੇ ਪ੍ਰਕਾਸ਼ਿਤ ਕੀਤਾ ਸੀ ਔਰ ਉਹਦਾ ਜਿਹੜਾ ਅਸਲੀ ਖਰੜਾ ਸੀ ਉਹ 1984 ਦੇ ਘੱਲੂਘਾਰੇ ਦੇ ਦੌਰਾਨ ਦਰਬਾਰ ਸਾਹਿਬ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਸੜ ਗਿਆ। ਪਰ ਜਿਹੜੀ ਪ੍ਰਕਾਸ਼ਿਤ ਕੀਤੀ ਗਈ ਰਚਨਾ ਹੈ ਉਹਦੇ ਵਿੱਚ ਦੁੰਨਾ ਸਿੰਘ ਹੰਡੂਰੀਆ, ਮੈਂ ਇੱਕ ਬੇਨਤੀ ਵੀ ਕਰ ਦੇਵਾਂ, ਅੱਜ ਕੱਲ੍ਹ ਸਾਡੇ ਬਹੁਤ ਸਾਰੇ ਪ੍ਰਚਾਰਕ, ਸਾਡੇ ਬਹੁਤ ਸਾਰੇ ਵਿਆਖਿਆਕਾਰ ਤੇ ਲੈਕਚਰਰ ਜਾਂ ਫਿਰ ਲੇਖਕ ਦੁੰਨਾ ਸਿੰਘ ਹੰਡੂਰੀਏ ਦੀਆਂ ਰਚਨਾ ਦਾ ਬਹੁਤ ਜ਼ਿਆਦਾ ਹਵਾਲਾ ਦਿੰਦੇ ਨੇ, ਪਰ ਦੁੰਨਾ ਸਿੰਘ ਹੰਡੂਰੀਏ ਨੂੰ ਕੇਵਲ ਤੇ ਕੇਵਲ ਉੱਥੋਂ ਤੱਕ ਅਸਲੀਅਤ ਦਾ ਪਤਾ ਹੈ, ਕੇਵਲ ਤੇ ਕੇਵਲ ਜਾਂ ਤਾਂ ਕੁੰਮੇ ਮਾਸ਼ਕੀ ਤੱਕ ਤੇ ਜਾਂ ਫਿਰ ਖੇੜੀ ਪਿੰਡ ਤੱਕ, ਕਿਉਂਕਿ ਉਸ ਤੋਂ ਬਾਅਦ ਉਹ ਨਾਲ ਹੀ ਨਹੀਂ ਰਿਹਾ। ਬਾਅਦ ਦੇ ਵਿੱਚ ਉਹਨੇ ਜੋ ਵੀ ਲਿਖਿਆ ਹੈ ਉਹ ਜਾਂ ਤਾਂ ਸੁਣਿਆ ਸੁਣਾਇਆ ਤੇ ਜਾਂ ਫਿਰ ਉਹਨੇ ਆਪਣੀ ਮਨ ਘੜਤ ਕਹਾਣੀ ਬਣਾਈ ਹੈ, ਕਿਉਂਕਿ ਉਹਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਹੈ ਕਿ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਆਪਣੀ ਗੋਦੀ 'ਚ ਬਿਠਾ ਕੇ ਸਾਰੇ ਪਿੰਡ ਦੇ ਤਰਲੇ ਲੈ ਕੇ ਸਾਡੀ ਜਾਨ ਬਚਾ ਲਓ, ਇੱਥੋਂ ਤੱਕ ਕਿ ਸਰਹੰਦ ਪਹੁੰਚ ਕੇ ਸੁੱਚਾ ਨੰਦ ਦੇ ਤਰਲੇ ਵੀ ਲਏ, ਇੱਥੋਂ ਤੱਕ ਕਿ ਇਹਨਾਂ ਨੂੰ ਜਿਹੜੇ ਆਏ ਹੋਏ ਫੌਜਦਾਰ ਸੀ ਇਹਨਾਂ ਨੂੰ ਇਹ ਵੀ ਕਿਹਾ ਕਿ ਮੈਂ ਤੇ ਗੁਰੂ ਘਰ ਦੀ ਨੌਕਰ ਆਣੀ ਹੈ ਤੇ ਇਹ ਗੁਰੂ ਘਰ ਦੇ ਬੱਚੇ ਨਹੀਂ ਹੈਗੇ। ਸੋ ਬਹੁਤ ਸਾਰੇ ਇਤਿਹਾਸਕ ਤੱਥਾਂ ਦੀ ਤੋੜ ਮਰੋੜ ਉਸ ਰਚਨਾ ਦੇ ਵਿੱਚ ਵੀ ਕੀਤੀ ਗਈ ਹੈ। ਉਹਦੇ ਬਸ ਕੁਝ ਅਰੰਭਲੇ ਜਿਹੜੇ ਉਹਦੇ ਤੱਥ ਨੇ ਉਹ ਜ਼ਰੂਰ ਅਸਲੀਅਤ ਦੇ ਨੇੜੇ ਨੇ। ਉਹ ਅਸਲੀਅਤ ਦੇ ਨੇੜੇ ਇਸ ਕਰਕੇ ਲੱਗਦੇ ਨੇ ਕਿ ਇਹ ਬਿਲਕੁਲ ਸੱਚ ਲੱਗਦਾ ਹੈ ਕਿ ਹਕੂਮਤ ਦੇ ਬਾਗੀ ਹੋਣ ਤੇ ਉਹਨਾਂ ਬਾਗੀਆਂ ਦੇ ਬਾਪ ਦੇ ਹੱਥੋਂ ਅਜੇ 2 ਦਿਨ ਪਹਿਲਾਂ ਹਕੂਮਤ ਦੀ ਬਹੁਤ ਸਾਰੀ ਫੌਜ ਦੇ ਵੱਡੇ ਸੈਨਾਪਤੀ, ਵੱਡੇ ਫੌਜਦਾਰ ਤੇ ਕਈ ਸੈਨਿਕ ਮਾਰੇ ਗਏ ਹੋਣ ਤਾਂ ਕਦੀ ਹੋ ਨਹੀਂ ਸਕਦਾ ਕਿ ਉਹਨਾਂ ਨੂੰ ਰੱਥ ਦੇ ਵਿੱਚ ਬਿਠਾ ਕੇ ਖੜਿਆ ਹੋਵੇ। ਕੁਦਰਤਨ ਜਿਸ ਤਰ੍ਹਾਂ ਦੇ ਨਾਲ ਗ੍ਰਿਫਤਾਰ ਕੀਤੇ ਜਾਂਦੇ ਨੇ ਉਸੇ ਤਰ੍ਹਾਂ ਦੇ ਨਾਲ ਉਹਨਾਂ ਹਾਲਾਤਾਂ ਦੇ ਵਿੱਚ ਗ੍ਰਿਫਤਾਰ ਕਰਕੇ ਹੀ ਸਹੇੜੀ ਪਿੰਡ ਤੋਂ ਮਰਿੰਡੇ ਲਿਜਾਏ ਗਏ ਹੋਣਗੇ। ਪਰ ਇਹ ਦੁੰਨਾ ਸਿੰਘ ਹੰਡੂਰੀਆ ਕਹਿੰਦਾ ਹੈ ਕਿ ਜੋਰਾਵਰ ਸਿੰਘ, ਫਤਿਹ ਸਿੰਘ ਪਕੜ ਲੀਨੇ, ਰੱਜ ਸਿਉ ਕਰ ਬਾਂਧ ਖੁਰਜੀ ਮੇ ਪਾਏ, ਘੋੜੇ ਪਰ ਰੱਖ ਲੀਨੇ, ਕਿ ਸਾਹਿਬਜ਼ਾਦਿਆਂ ਦੀਆਂ ਦੋਵਾਂ ਦੀਆਂ ਬਾਹਾਂ ਬੰਨ੍ਹ ਦਿੱਤੀਆਂ। ਬਾਹਾਂ ਬੰਨਣ ਤੋਂ ਬਾਅਦ ਉਹਨਾਂ ਨੂੰ ਬੋਰੀਆਂ ਦੇ ਵਿੱਚ ਪਾ ਲਿਆ ਗਿਆ ਤੇ ਉਹ ਬੋਰੀਆਂ ਘੋੜਿਆਂ ਦੇ ਉੱਪਰ ਜਿਸ ਤਰ੍ਹਾਂ ਮਾਲ ਅਸਬਾਬ ਰੱਖੀਦਾ ਇਸ ਤਰ੍ਹਾਂ ਰੱਖ ਲਈਆਂ। ਅਗਲੀ ਗੱਲ ਉਹ ਕਰਦਾ, ਕਹਿੰਦਾ ਮਾਤ ਗੁਜਰੀ ਪਕੜ ਲੀਨੀ, ਰੱਜ ਸਿਉ ਕਰ ਬਾਂਧ ਲੀਨੀ, ਤੋਬਰ ਮਿਰਚਾਂ ਚਾੜ ਕੇ ਘੋੜੇ ਪਰ ਬਿਠਾਏ ਦੀ, ਕਿ ਮਾਤਾ ਗੁਜਰ ਕੌਰ ਜੀ ਦੀਆਂ ਵੀ ਬਾਹਾਂ ਬੰਨ੍ਹ ਦਿੱਤੀਆਂ ਗਈਆਂ ਤੇ ਇੱਕ ਮਿਰਚਾਂ ਵਾਲੀ ਜਿਹੜੀ ਬੋਰੀ ਸੀ ਉਹ ਉਹਨਾਂ ਦੇ ਮੂੰਹ ਦੇ ਉੱਪਰ ਬੰਨ੍ਹ ਦਿੱਤੀ ਗਈ ਤੇ ਉਹਨਾਂ ਨੂੰ ਵੀ ਘੋੜੇ ਦੇ ਉੱਪਰ ਬਿਠਾ ਦਿੱਤਾ ਗਿਆ। ਕਹਿਣ ਤੋਂ ਭਾਵ ਕਿ ਇਹਦੇ ਵਿੱਚ ਅਸਲੀਅਤ ਕਿੰਨੀ ਹੈ ਇਹ ਤਾਂ ਅਸੀਂ ਕੋਈ ਵੀ ਚਸ਼ਮਦੀਦ ਗਵਾਹ ਨਹੀਂ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹਨਾਂ ਉਸ ਵੇਲੇ ਦੇ ਜ਼ਾਲਮ ਮਰਿੰਡੇ ਦੇ ਹਾਕਮਾਂ ਨੇ ਮਾਤਾ ਜੀ ਨੂੰ ਔਰ ਸਾਹਿਬਜ਼ਾਦਿਆਂ ਨੂੰ ਤਸੀਹੇ ਤੇ ਤਸ਼ੱਦਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹੋਵੇਗੀ। ਉਹਦਾ ਕਾਰਨ ਕੀ ਹੈ ਕਿ ਜਦੋਂ ਪਤਾ ਲੱਗ ਹੀ ਗਿਆ ਕਿ ਹਕੂਮਤ ਦਾ ਬਾਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਇੰਨੇ ਸੈਨਾਪਤੀਆਂ ਤੇ ਇੰਨੇ ਸੈਨਿਕ ਦੇ ਜਿਹੜੇ ਫੌਜੀ ਅਧਿਕਾਰੀ ਸੀ ਉਹਨਾਂ ਨੂੰ ਮੈਦਾਨੇ ਜੰਗ ਦੇ ਵਿੱਚ ਖਤਮ ਕਰ ਚੁੱਕਾ ਹੈ। ਦਿੱਲੀ ਦੀ ਹਕੂਮਤ ਦੇ ਵੱਲੋਂ ਬਕਾਇਦਾ ਤੌਰ ਤੇ ਐਲਾਨ ਹੋ ਚੁੱਕਾ ਹੈ ਕਿ ਜਾਂ ਮਰਿਆ ਦੁਸ਼ਮਣ ਜਿਹੜਾ ਹੈ ਉਸ ਨੂੰ ਮਾਰ ਦਿੱਤਾ ਜਾਵੇ, ਮਰੇ ਦੇ ਰੂਪ ਚ ਪੇਸ਼ ਕੀਤਾ ਜਾਵੇ ਦੁਸ਼ਮਣ ਨੂੰ, ਜਾਂ ਬੰਦੀ ਦੇ ਰੂਪ ਚ ਪੇਸ਼ ਕੀਤਾ ਜਾਵੇ, ਤਾਂ ਕੁਦਰਤਨ ਉਹਨਾਂ ਦੇ ਪਰਿਵਾਰ ਦੇ ਨਾਲ ਕਦੀ ਵੀ ਕੋਈ ਹਮਦਰਦੀ ਨਹੀਂ ਰੱਖੇਗਾ। ਜਦੋਂ ਹਕੂਮਤ ਦੇ ਵੱਲੋਂ ਗੱਲ ਹੀ ਇਹ ਹੋਵੇ ਕਿ ਜਾਂ ਦੁਸ਼ਮਣ ਸਾਡੇ ਸਾਹਮਣੇ ਮੌਤ ਤੋਂ ਬਾਅਦ ਪੇਸ਼ ਕੀਤਾ ਜਾਵੇ ਜਾਂ ਬੰਦੀ ਬਣਾਉਣ ਤੋਂ ਬਾਅਦ ਪੇਸ਼ ਕੀਤਾ ਜਾਵੇ,
ਅਗਲੀ ਗੱਲ, ਸਾਹਿਬਜ਼ਾਦਿਆਂ ਦੇ ਬਸਤਰ, ਉਹਨਾਂ ਦੇ ਬਾਰੇ ਸਾਡੇ ਇਤਿਹਾਸਕ ਸਰੋਤਾਂ 'ਚ ਆਉਂਦਾ ਹੈ ਕਿ ਜਿਸ ਵੇਲੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਨੀਲ ਝਗਰੀਆਂ ਤਨ ਪੇ ਐਸੇ ਬਿਜਲੀ ਸਿਆਮ ਅੰਬਰ ਮੇ ਜੈਸੇ, ਕਿ ਉਹ ਬੜੀ ਮਸਤ ਚਾਲ ਉਹਨਾਂ ਗ੍ਰਿਫਤਾਰ ਕਰਨ ਆਏ ਸਿਪਾਹੀਆਂ ਦੇ ਨਾਲ ਤੁਰੇ ਜਾ ਰਹੇ ਸਨ, ਜਿਸ ਤਰ੍ਹਾਂ ਦੇ ਨਾਲ ਅਸਮਾਨ ਦੇ ਵਿੱਚ ਇੱਕ ਕਾਲੀ ਬਦਲੀ ਜਾ ਰਹੀ ਹੋਵੇ। ਤੇ ਉਸ ਸਮੇਂ ਉਹਨਾਂ ਨੇ ਗੂੜੇ ਨੀਲੇ ਰੰਗ ਦੀਆਂ ਪੋਸ਼ਾਕਾਂ ਪਹਿਨੀਆਂ ਹੋਈਆਂ ਸਨ। ਇਹ ਮੈਂ ਤੁਹਾਡੇ ਨਾਲ ਗੱਲਾਂ ਤਾਂ ਬੜੀਆਂ ਛੋਟੀਆਂ-ਛੋਟੀਆਂ, ਸ਼ਹਾਦਤ ਦੇ ਸਾਹਮਣੇ ਵਸਤਰਾਂ ਦਾ ਰੰਗ ਕਿਹੜਾ ਇਹ ਕੋਈ ਅਹਿਮੀਅਤ ਨਹੀਂ ਰੱਖਦਾ। ਇਹ ਮੈਂ ਤੁਹਾਡੇ ਨਾਲ ਇਸ ਕਰਕੇ ਗੱਲਾਂ ਸਾਂਝੀਆਂ ਕਰ ਰਿਹਾ ਕਿ ਜਦੋਂ ਅੱਜ ਕੱਲ੍ਹ ਸਾਡੇ ਕਲਾਕਾਰ ਜਾਂ ਸਾਡੇ ਪੇਂਟਰ ਜਾਂ ਸਾਡੇ ਜਿੰਨੇ ਵੀ ਮੁਸੱਵਰ ਨੇ, ਜਿੰਨੇ ਵੀ ਕਲਾਕ੍ਰਿਤ ਤਿਆਰ ਕਰਦੇ ਨੇ, ਕਿਸੇ ਨੇ ਸਾਹਿਬਜ਼ਾਦਿਆਂ ਨੂੰ ਕੋਈ ਵਸਤਰ ਪਹਿਨਾਏ ਹੁੰਦੇ ਨੇ, ਕਿਸੇ ਨੇ ਕੋਈ ਪਹਿਨਾਏ ਹੁੰਦੇ ਨੇ। ਪਰ ਜਦੋਂ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਨੀਲ ਝਗਰੀਆਂ ਤਨ ਪੇ ਐਸੇ ਬਿਜਲੀ ਸਿਆਮ ਅੰਬਰ ਮੇ ਜੈਸੇ, ਤਾਂ ਸਾਨੂੰ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਸ ਵੇਲੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਫਿਰ ਉਹਨਾਂ ਦੀ ਸ਼ਹਾਦਤ ਹੋਈ ਤੇ ਉਹਨਾਂ ਦੇ ਵਸਤਰਾਂ ਦਾ ਰੰਗ ਕਿਹੜਾ ਸੀ। ਦੁਨੀਆ ਦੀਆਂ ਬਾਕੀ ਕੌਮਾਂ ਤਾਂ ਇਸ ਗੱਲ ਦਾ ਬਹੁਤ ਖਿਆਲ ਰੱਖਦੀਆਂ ਨੇ, ਸਾਡੀ ਕਿਤੇ ਨਾ ਕਿਤੇ ਲਾਪਰਵਾਹੀ ਬਹੁਤ ਹੈ ਆਪਣੇ ਇਤਿਹਾਸ ਨੂੰ ਲੈ ਕੇ। ਜੋ ਕੁਝ ਮਰਜ਼ੀ ਮੰਚ ਦੇ ਉੱਪਰੋਂ ਬਿਨਾਂ ਕਿਸੇ ਸਬੂਤ ਤੋਂ ਕਹਿ ਦਿੱਤਾ ਜਾਵੇ, ਅਸੀਂ ਜਕਾਰਾ ਛੱਡ ਹੀ ਦਿੰਦੇ। ਅਸੀਂ ਕਦੀ ਵੀ ਉਹਨਾਂ ਤੱਥਾਂ ਦਾ ਪੜਤਾਲ ਕਰਨ ਦਾ ਯਤਨ ਨਹੀਂ ਕਰਦੇ। ਸੋ ਹੁਣ ਇਹ ਜਿਹੜਾ 9 ਪੋਹ ਦਾ ਦਿਨ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਮਰਿੰਡੇ ਥਾਣੇ ਦੇ ਵਿੱਚ ਲਿਜਾਇਆ ਗਿਆ, ਇਹ ਚੰਗੀ ਗੱਲ ਹੈ। ਨਹੀਂ ਤਾਂ ਜੇਕਰ ਅਸੀਂ ਚਮਕੌਰ ਦੀ ਗੜੀ ਦੀ ਗੱਲ ਕਰੀਏ, ਅਸੀਂ ਸਰਹੰਦ ਦੀ ਗੱਲ ਕਰੀਏ, ਅਸੀਂ ਗੁਰਦਾਸ ਨੰਗਲ ਦੀ ਗੜੀ ਦੀ ਗੱਲ ਕਰੀਏ, ਜਾਂ ਜਿੰਨੀ ਵੀ ਅਸੀਂ ਇਤਿਹਾਸਕ ਸਥਾਨਾਂ ਦੀ ਜਾਂ ਆਰਟੀਫੈਕਟ ਦੀ ਗੱਲ ਕਰੀਏ, ਸਿੱਖਾਂ ਨੇ ਸਾਂਭਿਆ ਕੁਝ ਨਹੀਂ। ਅੱਜ ਜੇਕਰ ਸਾਡੇ ਬੱਚੇ ਜਾਂ ਸਾਡੀ ਅੱਜ ਦੀ ਭਵਿੱਖ ਦੀ ਪੀੜ੍ਹੀ ਕੱਲ ਨੂੰ ਜਾ ਕੇ ਕਵੇ ਕਿ ਅਸੀਂ ਚਮਕੌਰ ਦੀ ਗੜੀ ਵੇਖਣੀ ਹੈ, ਸਾਡੇ ਕੋਲ ਵਿਖਾਉਣ ਨੂੰ ਕੁਝ ਨਹੀਂ। ਅਸੀਂ ਤਾਂ ਸਾਰੀਆਂ ਇਤਿਹਾਸਕ ਤੇ ਤਾਰੀਖੀ ਇਮਾਰਤਾਂ ਨੂੰ ਢਾਹ ਕੇ ਸੰਗਮਰਮਰ ਦੇ ਵਿੱਚ ਮੜ ਦਿੱਤਾ ਹੈ, ਕੈਦ ਕਰ ਦਿੱਤਾ ਹੈ। ਅਸੀਂ ਇਤਿਹਾਸ ਨੂੰ ਨਹੀਂ ਸੰਭਾਲਿਆ। ਪਰ ਇਹ ਚੰਗੀ ਗੱਲ ਹੈ ਕਿ ਜਦੋਂ ਹੁਣ ਮਰਿੰਡੇ ਵਾਲੀ ਜਿਹੜੀ ਜੇਲ੍ਹ ਹੈ, ਉਹਦੇ ਬਾਰੇ ਸਿੱਖ ਸੰਸਥਾਵਾਂ ਨੇ ਫੈਸਲਾ ਲਿਆ ਕਿ ਉਸ ਨੂੰ ਉਸੇ ਹਾਲਤ ਦੇ ਵਿੱਚ ਰੱਖਿਆ ਜਾਵੇਗਾ ਜਿਸ ਹਾਲਾਤ ਦੇ ਵਿੱਚ ਇਹਨਾਂ ਦੇ ਵਿੱਚ ਮਾਤਾ ਗੁਜਰ ਕੌਰ ਜੀ ਔਰ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ। ਸਾਹਿਬਜ਼ਾਦਿਆਂ ਨੂੰ ਉਸ ਮਰਿੰਡੇ ਦੀ ਜੇਲ੍ਹ ਦੇ ਵਿੱਚ ਕੈਦ ਕੀਤਾ ਗਿਆ ਤੇ ਉਸ ਸਮੇਂ ਹਾਲਾਤ ਕਿਵੇਂ ਦੇ ਨੇ ਹੁਣ ਤੁਸੀਂ ਸੋਚੋ। ਜਾਨੀ ਖਾਨ ਤੇ ਮਾਨੀ ਖਾਨ ਜਿਹੜੇ ਮਰਿੰਡੇ ਦੇ ਹਾਕਮ ਨੇ, ਉਹਨਾਂ ਦੇ ਵਾਸਤੇ ਕਿੱਡੀ ਵੱਡੀ ਗੱਲ ਹੈ ਕਿ ਉਹਨਾਂ ਦੀ ਕੈਦ ਦੇ ਵਿੱਚ, ਉਹਨਾਂ ਦੀ ਗ੍ਰਿਫਤ ਦੇ ਵਿੱਚ ਗੁਰੂ ਦੀ ਮਾਤਾ ਵੀ ਔਰ ਗੁਰੂ ਦੇ ਬੱਚੇ ਵੀ। ਔਰ ਜੇਕਰ ਉਹ ਹੀ ਆਪਣੇ ਕੋਲ ਦੀਨੇ ਇਸਲਾਮ ਕਬੂਲ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਹਕੂਮਤ ਦੇ ਸਾਹਮਣੇ ਪੇਸ਼ ਕਰਨ, ਤਾਂ ਉਹਨਾਂ ਨੂੰ ਕਿੰਨੇ ਇਨਾਮ ਮਿਲਣਗੇ। ਤੇ ਕੀ ਇੱਕ ਰਾਤ ਦਾ ਸਮਾਂ ਜਾਂ ਫਿਰ ਅੱਧੇ ਕੁ ਦਿਨ ਦਾ ਸਮਾਂ ਜਿਹੜਾ ਉਹਨਾਂ ਨੂੰ ਮਿਲਿਆ ਹੈ ਇਹਨਾਂ ਕੈਦੀਆਂ ਨੂੰ ਆਪਣੇ ਕੋਲ ਰੱਖਣ ਦਾ, ਕੀ ਉਹਨਾਂ ਨੇ ਯਤਨ ਨਹੀਂ ਕੀਤਾ ਹੋਵੇਗਾ ਕਿ ਵੱਧ ਤੋਂ ਵੱਧ ਤਸੀਹੇ ਦਿੱਤੇ ਜਾਣ, ਵੱਧ ਤੋਂ ਵੱਧ ਤਸ਼ੱਦਦ ਕੀਤਾ ਜਾਵੇ ਕਿ ਸਾਡੇ ਸਾਹਮਣੇ ਮਾਤਾ ਜੀ ਜਾਂ ਫਿਰ ਗੁਰੂ ਸਾਹਿਬ ਦੇ ਜਿਹੜੇ ਫਰਜ਼ੰਦ ਨੇ ਉਹ ਦੀਨੇ ਇਸਲਾਮ ਕਬੂਲ ਕਰ ਲੈਣ ਤੇ ਅਸੀਂ ਜੇਤੂ ਜਰਨੈਲ ਦੇ ਰੂਪ ਦੇ ਵਿੱਚ ਆਪਣੇ ਵੱਡੇ ਫੌਜਦਾਰ ਵਜ਼ੀਰ ਖਾਨ ਦੇ ਅੱਗੇ ਪੇਸ਼ ਕਰੀਏ ਕਿ ਆਹ ਵੇਖੋ ਸਾਹਿਬਜ਼ਾਦੇ ਨੂੰ ਅਸੀਂ ਦੀਨੇ ਇਸਲਾਮ ਦੇ ਵਿੱਚ ਲੈ ਆਂਦਾ। ਉਹਨੇ ਵੀ ਤਾਂ ਪੂਰਾ ਯਤਨ ਕੀਤਾ ਹੋਵੇਗਾ, ਡਰਾਵੇ ਵੀ ਦਿੱਤੇ ਹੋਣਗੇ। ਔਰ ਸਾਨੂੰ ਇਹ ਵੀ ਇਤਿਹਾਸ ਜ਼ਿਕਰ ਮਿਲਦਾ ਹੈ, ਕੋਮਲ ਅੰਗ ਹਥੌੜੀ ਹਾਥਾ ਪਾਦ ਜੰਜੀਰ ਤਿੰਨ ਕੇ ਸਾਥਾ। ਜਿਸ ਰਾਤ ਮਰਿੰਡੇ ਦੇ ਹਾਕਮ ਨੇ ਉਹਨਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਰੱਖਿਆ, ਉਹਨਾਂ ਦੇ ਹੱਥਾਂ ਨੂੰ ਸੰਗਲ ਬੰਨੇ ਹੋਏ ਸੀ, ਪੈਰਾਂ ਦੇ ਵਿੱਚ ਵੀ ਸੰਗਲ ਬੰਨੇ ਹੋਏ ਸੀ ਤੇ ਉਹਨਾਂ ਦੇ ਇੰਨੇ ਨਾਜ਼ੁਕ ਗਿੱਟੇ ਤੇ ਗੁੱਟ ਸੀ ਜਿਨ੍ਹਾਂ ਦੇ ਵਿੱਚੋਂ ਖੂਨ ਸਿਮ ਰਿਹਾ ਸੀ। ਉਸਨੇ ਪੂਰਾ ਯਤਨ ਕੀਤਾ ਕਿ ਗੁਰੂ ਸਾਹਿਬ ਦੇ ਫਰਜ਼ੰਦਾਂ ਨੂੰ ਕਿਸੇ ਤਰ੍ਹਾਂ ਤਸ਼ੱਦਦ ਕਰਕੇ, ਕਿਸੇ ਤਰ੍ਹਾਂ ਡਰਾ ਕੇ ਜਾਂ ਧਮਕਾ ਕੇ ਦੀਨੇ ਇਸਲਾਮ ਦੇ ਵਿੱਚ ਲਿਆਂਦਾ ਜਾਵੇ। ਸਵੇਰ ਤੱਕ ਉਹ ਸਫਲ ਨਹੀਂ ਹੋ ਸਕਿਆ ਔਰ ਉਹਨੂੰ ਇਹ ਵੀ ਪਤਾ ਹੋਵੇਗਾ ਕਿ ਹੁਣ ਤੱਕ ਖਬਰ ਜਿਹੜੀ ਆ ਉਹ ਫੈਲ ਗਈ ਹੋਵੇਗੀ ਕਿ ਗੁਰੂ ਸਾਹਿਬ ਦੀ ਮਾਤਾ ਔਰ ਉਹਨਾਂ ਦੇ ਜਿਹੜੇ ਛੋਟੇ ਫਰਜ਼ੰਦ ਨੇ ਉਹ ਮਰਿੰਡੇ ਦੀ ਜੇਲ੍ਹ ਦੇ ਵਿੱਚ ਨੇ। ਤੇ ਅਗਲੇ ਦਿਨ, ਇਹ ਹੁਣ 10 ਪੋਹ ਦਾ ਦਿਨ ਚੜ ਚੁੱਕਾ ਹੈ,
10 ਪੋਹ ਨੂੰ ਸਵੇਰੇ ਉਹ ਲੈ ਕੇ ਗੁਰੂ ਸਾਹਿਬ ਦੇ ਫਰਜ਼ੰਦਾਂ ਨੂੰ ਮਰਿੰਡੇ ਤੋਂ ਸਰਹੰਦ ਤੱਕ ਲੈ ਕੇ ਗਿਆ। ਔਰ ਕਿਤੇ ਇਤਿਹਾਸਕ ਸਰੋਤਾਂ ਨੂੰ ਪੜ੍ਹਨ ਦਾ ਯਤਨ ਕਰਿਓ, ਇਸ ਸਮੇਂ ਵੀ ਉਹ ਫੌਜਦਾਰ ਜਾਂ ਫਿਰ ਮਰਿੰਡੇ ਦੇ ਹਾਕਮ ਜਾਂ ਹਕੂਮਤ ਵਾਲੇ ਜਿਹੜੇ ਭਰਾ ਨੇ, ਹੋ ਸਕਦਾ ਹੈ ਇਹ ਘੋੜਿਆਂ ਦੇ ਉੱਪਰ ਸਵਾਰ ਹੋਣਗੇ, ਪਰ ਗੁਰੂ ਸਾਹਿਬ ਦੇ ਛੋਟੇ ਫਰਜ਼ੰਦਾਂ ਨੂੰ ਔਰ ਮਾਤਾ ਜੀ ਨੂੰ ਤੋਰ ਕੇ ਲਿਜਾਇਆ ਗਿਆ ਰਸਤੇ ਦੇ ਵਿੱਚ। ਔਰ ਹਾਲਾਤ ਉਹੀ ਹੋਣਗੇ ਕਿ ਪੈਰਾਂ ਨੂੰ ਸੰਗਲ ਵੀ ਪਾਏ ਹੋਣਗੇ ਔਰ ਹੱਥਾਂ ਨੂੰ ਸੰਗਲ ਵੀ ਪਾਏ ਹੋਣਗੇ, ਕਿਉਂਕਿ ਜਦੋਂ ਇਤਿਹਾਸਕ ਸਰੋਤ ਇਹ ਗੱਲ ਕਰਦੇ ਨੇ ਕਿ ਕੋਮਲ ਅੰਗ ਹਥੌੜੀ ਹਾਥਾ ਪਾਦ ਜੰਜੀਰ ਤਿਨਕੇ ਸਾਥਾ, ਕਿ ਹੱਥਾਂ ਦੇ ਵਿੱਚ ਵੀ ਸੰਗਲ ਪਾਏ ਗਏ ਔਰ ਪੈਰਾਂ ਦੇ ਵਿੱਚ ਵੀ ਸੰਗਲ ਪਾਏ ਗਏ। ਇੱਕ ਇਤਿਹਾਸਕ ਸਰੋਤ ਸਾਨੂੰ ਇਹ ਦੱਸਦਾ ਹੈ ਕਿ ਜਦੋਂ ਗੁਰੂ ਸਾਹਿਬ ਦੇ ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਜਾਨੀ ਖਾਨ ਤੇ ਮਾਨੀ ਖਾਨ ਸਰਹੰਦ ਲੈ ਕੇ ਪਹੁੰਚਦੇ ਨੇ ਤਾਂ ਉਸ ਵੇਲੇ ਇਹਨਾਂ ਦਾ ਪਹਿਲਾ ਮਿਲਾਪ ਸੁੱਚਾਨੰਦ ਦੇ ਨਾਲ ਹੁੰਦਾ ਹੈ। ਤੇ ਸੁੱਚਾਨੰਦ ਨੂੰ ਜਦੋਂ ਇਹ ਜਾ ਕੇ ਦੱਸਦੇ ਨੇ ਕਿ ਅਸੀਂ ਗੁਰੂ ਸਾਹਿਬ ਦੀ ਮਾਤਾ ਤੇ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਲੈ ਕੇ ਆਏ ਆ, ਤੇ ਸੁੱਚਾਨੰਦ ਕਹਿੰਦਾ ਹੈ ਕਿ ਸ਼ਤਾਬੀ ਜਲਦੀ ਕਰੋ, ਦੇਰ ਨਾ ਕਰੋ, ਹੁਣ ਇਹਨਾਂ ਨੂੰ ਛੇਤੀ ਤੋਂ ਛੇਤੀ ਪੇਸ਼ ਕੀਤਾ ਜਾਵੇ ਸੂਬੇ ਦੇ ਸਾਹਮਣੇ। ਇਹ ਪਹਿਲੀ ਪੇਸ਼ੀ ਹੋਵੇਗੀ 10 ਪੋਹ ਦੀ, ਜਦੋਂ ਸਵੇਰੇ ਵਜ਼ੀਰ ਖਾਨ ਦਾ ਦਰਬਾਰ ਲੱਗਾ ਹੋਇਆ। ਉਸ ਦਰਬਾਰ ਦੇ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਫਰਜ਼ੰਦ, ਉਹਨਾਂ ਨੂੰ ਉਸ ਵਜ਼ੀਰ ਖਾਨ ਦੇ ਸਿਪਾਹੀ, ਉਸ ਦੇ ਅਹਿਲਕਾਰ ਉਹਦੇ ਦਰਬਾਰ ਦੇ ਵਿੱਚ ਲੈ ਕੇ ਜਾ ਰਹੇ ਨੇ। ਸਾਡੇ ਤਾਰੀਖੀ ਸਰੋਤਾਂ ਦੇ ਜਿਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਕੇਵਲ ਤੇ ਕੇਵਲ ਇਸ ਗੱਲ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰਨ ਦੇ ਵਾਸਤੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਫਰਜ਼ੰਦਾਂ ਨੇ ਸਿਰ ਝੁਕਾ ਕੇ ਵਜ਼ੀਰ ਖਾਨ ਨੂੰ ਸਲਾਮ ਕਹਿ ਦਿੱਤੀ ਹੈ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇਹ ਰਿਵਾਜ ਹੁੰਦਾ ਸੀ ਕਿ ਜਦੋਂ ਵੀ ਕੋਈ ਆਮ ਵਿਅਕਤੀ, ਆਮ ਮਨੁੱਖ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਾਂ ਕਿਸੇ ਅਹਿਲਕਾਰ ਜਾਂ ਕਿਸੇ ਫੌਜਦਾਰ ਦੇ ਦਰਬਾਰ ਦੇ ਵਿੱਚ ਜਾਂਦਾ ਸੀ, ਉਸ ਨੂੰ ਫਰਸ਼ੀ ਸਲਾਮ ਕਿਹਾ ਜਾਂਦਾ ਸੀ। ਝੁੱਕ ਕੇ 7 ਸਲਾਮਾਂ ਕਰਨੀਆਂ ਪੈਂਦੀਆਂ ਸੀ, ਸਿਰ ਝੁਕਾਉਣਾ ਪੈਂਦਾ ਸੀ। ਇਹਦਾ ਮਤਲਬ ਸੀ ਕਿ ਮੈਂ ਤੇਰੀ ਅਧੀਨਗੀ ਸਵੀਕਾਰ ਕਰਦਾ ਹਾਂ। ਪਰ ਹੁਣ ਉਹਨਾਂ ਨੇ ਇਹ ਕੀਤਾ ਕਿ ਹੋ ਸਕਦਾ ਹੈ, ਹੁਣ ਤੁਸੀਂ ਵੇਖੋ, ਇਹਦਾ ਮਤਲਬ ਹੈ ਕਿ ਇੱਕ ਰਾਤ ਮਰਿੰਡੇ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਦੀਨੇ ਇਸਲਾਮ ਕਬੂਲ ਕਰਾਉਣ ਦੇ ਵਾਸਤੇ ਸਾਰੇ ਯਤਨ ਕੀਤੇ ਜਾ ਚੁੱਕੇ ਹੋਣਗੇ। ਇਸੇ ਕਰਕੇ ਹੀ ਇੱਕ ਸ਼ਰਾਰਤ ਜਿਹੜੀ ਸੀ ਉਸ ਦਾ ਆਸਰਾ ਲਿਆ ਗਿਆ ਕਿ ਦਰਬਾਰ ਦੇ ਬਾਹਰ ਜਿਹੜਾ ਗੇਟ ਸੀ ਉਸ ਨੂੰ ਬੰਦ ਕੀਤਾ ਗਿਆ ਤੇ ਉਹਦੀ ਇੱਕ ਜਿਹੜੀ ਛੋਟੀ ਬਾਰੀ ਸੀ, ਛੋਟੀ ਖਿੜਕੀ ਸੀ, ਉਸ ਨੂੰ ਖੋਲਿਆ ਗਿਆ ਕਿ ਜਦੋਂ ਸਾਹਿਬਜ਼ਾਦੇ ਸਿਰ ਝੁਕਾ ਕੇ, ਕਿਉਂਕਿ ਸਾਹਮਣੇ ਵਜ਼ੀਰ ਖਾਨ ਤਖਤ ਦੇ ਉੱਪਰ ਬੈਠਾ ਹੋਵੇਗਾ, ਜਦੋਂ ਸਿਰ ਝੁਕਾ ਕੇ ਉਸ ਖਿੜਕੀ ਦੇ ਵਿੱਚੋਂ ਲੰਘਣਗੇ ਤੇ ਜਿਹੜੇ ਬਾਕੀ ਉੱਥੇ ਦਰਬਾਰ ਦੇ ਵਿੱਚ ਖੜੇ ਅਹਿਲਕਾਰ ਨੇ, ਜਿਹੜੇ ਉਸਦੇ ਬਾਕੀ ਵਜ਼ੀਰ ਹੋਣਗੇ, ਜਿਹੜੇ ਉਹਦੇ ਸਹਿਯੋਗੀ ਤੇ ਉਹਦੇ ਕੁਝ ਹੋਰ ਸਾਥੀ ਹੋਣਗੇ, ਉਹ ਉਸੇ ਵੇਲੇ ਤਾੜੀਆਂ ਵਜਾ ਕੇ ਇਸ ਗੱਲ ਦਾ ਇਸਤਕਬਾਲ ਕਰਨਗੇ ਕਿ ਉਹ ਸਿਰ ਝੁਲਾ ਕੇ ਸਲਾਮ ਕਰਕੇ ਤੁਹਾਡੇ ਦਰਬਾਰ ਦੇ ਵਿੱਚ ਆ ਰਹੇ ਨੇ। ਗੁਰੂ ਸਾਹਿਬ ਦੇ ਫਰਜ਼ੰਦਾਂ ਨੂੰ ਜਦੋਂ ਉਸ ਦਰਵਾਜ਼ੇ ਦੇ ਸਾਹਮਣੇ ਖੜਿਆ ਕੀਤਾ ਗਿਆ, ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਭੇਜ ਦਿੱਤਾ ਗਿਆ। ਹੁਣ ਦੋਵੇਂ ਗੁਰੂ ਸਾਹਿਬ ਦੇ ਫਰਜ਼ੰਦ ਇੱਕ ਦੂਜੇ ਵੱਲ ਤੱਕਦੇ ਨੇ ਕਿ ਜੇਕਰ ਅਸੀਂ ਇੱਥੋਂ ਸਿਰ ਝੁਕਾ ਕੇ ਅੰਦਰ ਦਾਖਲ ਹੋਵਾਂਗੇ ਤਾਂ ਇਹਦੇ ਨਾਲ ਕਿਤੇ ਨਾ ਕਿਤੇ ਇੰਜ ਲੱਗੇਗਾ ਕਿ ਜਿਵੇਂ ਅਸੀਂ ਕਿਸੇ ਹਕੂਮਤ ਦੇ ਸਾਹਮਣੇ ਆਪਣਾ ਸਿਰ ਝੁਕਾ ਲਿਆ। ਬੜੇ ਪਿਆਰ ਦੇ ਨਾਲ ਉਹਨਾਂ ਨੇ ਪਹਿਲਾਂ ਆਪਣੇ ਪੈਰ ਅੰਦਰ ਕੀਤੇ, ਉਸ ਤੋਂ ਬਾਅਦ ਉਹ ਆਪ ਅੰਦਰ ਲੰਘੇ। ਤੇ ਸਾਡੇ ਇਤਿਹਾਸਕ ਤਾਰੀਖਦਾਨ ਕਹਿੰਦੇ ਨੇ ਕਿ ਬਿਲਕੁਲ ਉਹ ਇੰਜ ਤਰ੍ਹਾਂ ਲੱਗ ਰਿਹਾ ਸੀਗਾ ਕਿ ਜਿਸ ਤਰ੍ਹਾਂ ਦੇ ਨਾਲ ਉਹ ਦਰਬਾਰ ਦੇ ਵਿੱਚ ਬੈਠੇ ਵਜ਼ੀਰ ਖਾਨ ਦੇ ਸਾਹਮਣੇ ਆਪਣਾ ਪਹਿਲਾ ਪੈਰ ਤੇ ਜੁੱਤੀ ਅੰਦਰ ਦਾਖਲ ਕਰਕੇ ਇਹ ਸੰਦੇਸ਼ ਦੇ ਰਹੇ ਹੋਣ ਕਿ ਤੇਰੇ ਹਕੂਮਤ ਦੇ ਜ਼ਬਰ ਨੂੰ ਅਸੀਂ ਜੁੱਤੀ ਦੀ ਨੋਕ ਦੇ ਉੱਪਰ ਠਕਰਾਉਣੇ। ਜਿਸ ਵੇਲੇ ਉਹ ਅੰਦਰ ਗਏ ਤੇ ਦੋਹਾਂ ਹੀ ਗੁਰੂ ਸਾਹਿਬ ਦੇ ਫਰਜ਼ੰਦਾਂ ਨੇ ਬੜੀ ਚੜ੍ਹਦੀ ਕਲਾ ਦੇ ਵਿੱਚ ਇੱਕ ਦੂਜੇ ਨੂੰ ਮੁਖਾਤਬ ਹੋ ਕੇ, ਉੱਥੇ ਕੋਈ ਸਿੱਖਾਂ ਦਾ ਦਰਬਾਰ ਨਹੀਂ ਸੀ ਜਿੱਥੇ ਸਾਹਮਣੇ ਬੈਠੇ ਵਿਅਕਤੀ ਨੂੰ ਫਤਿਹ ਬੁਲਾਈ ਜਾ ਸਕੇ, ਇੱਕ ਦੂਜੇ ਨੂੰ ਮੁਖਾਤਬ ਹੋ ਕੇ ਕਿ ਉਸ ਸਮੇਂ ਸੂਬਾ ਵਜ਼ੀਰ ਖਾਨ ਨੂੰ ਇਹ ਪਤਾ ਲੱਗ ਸਕੇ ਕਿ ਸਾਡਾ ਅਕੀਦਾ ਕੀ ਹੈ। ਉਹਨਾਂ ਨੇ ਬੜੀ ਜ਼ੁਰਤ ਤੇ ਦਲੇਰੀ ਦੇ ਨਾਲ ਇੱਕ ਦੂਜੇ ਨੂੰ ਕਿਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਜ਼ੀਰ ਖਾਨ ਬੜਾ ਹੈਰਾਨ ਹੋਇਆ।
ਔਰ ਇੰਨਾ ਜ਼ਿਆਦਾ ਹੈਰਾਨ ਹੋਇਆ ਕਿ ਹਕੀਮ ਮਿਰਜ਼ਾ ਅਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਜਿਸ ਵੇਲੇ ਇਹ ਸਾਰਾ ਵਰਤਾਰਾ ਵਾਪਰਿਆ ਨਾ, ਉਸ ਵੇਲੇ ਸਾਹਿਬਜ਼ਾदों के चेहरों पर थी ਜ਼ੁਰਰਤ ਬਰਸ ਰਹੀ, ਕਿ ਸਾਹਿਬਜ਼ਾਦਿਆਂ ਦੇ ਚਿਹਰਿਆਂ ਦੇ ਉੱਪਰ ਅਜੀਬ ਜੁਰਤ ਸੀ, ਅਜੀਬ ਇੱਕ ਜਲਾਲ ਸੀ। ਨੰਨੇ ਸੇ ਚਿਹਰੋਂ ਪਰ ਸੇ ਸਜਾਵਤ ਬਰਸ ਰਹੀ, ਸਜਾਵਤ ਕਿਹਾ ਜਾਂਦਾ ਵੀਰਤਾ ਨੂੰ, ਬਹਾਦਰੀ ਨੂੰ। ਇੰਜ ਲੱਗਦਾ ਸੀ ਕਿ ਇਹਨਾਂ ਛੋਟੇ ਛੋਟੇ ਫਰਜ਼ੰਦਾਂ ਦੇ ਚਿਹਰਿਆਂ ਦੇ ਵਿੱਚੋਂ, ਇਹਨਾਂ ਦੇ ਨੇਤਰਾਂ ਦੇ ਵਿੱਚੋਂ, ਇਹਨਾਂ ਦੀ ਫਤਿਹ ਬੁਲਾਉਣ ਦੇ ਤਰੀਕੇ ਦੇ ਵਿੱਚੋਂ ਇੱਕ ਵੱਖਰੀ ਤਰ੍ਹਾਂ ਦੀ ਵੀਰਤਾ ਦਾ ਪ੍ਰਗਟਾ ਹੋ ਰਿਹਾ, ਇੱਕ ਬਹਾਦਰੀ ਦਾ ਪ੍ਰਗਟਾ ਹੋ ਰਿਹਾ। ਫਿਰ ਉਹ ਅਗਲੀ ਗੱਲ ਕਹਿੰਦਾ ਕਿ ਵਜ਼ੀਰ ਕੇ ਚਿਹਰੇ ਪਰ ਥੀ ਸ਼ਿਕਾਵਤ ਬਰਸ ਰਹੀ। ਕਹਿੰਦੇ ਜਦੋਂ ਇਹ ਗੱਲ ਕੀਤੀ ਤੇ ਜਿਹੜਾ ਵਜ਼ੀਰ ਖਾਨ ਦਰਬਾਰ ਲਗਾ ਕੇ ਉੱਪਰ ਬੈਠਾ ਹੋਇਆ ਸੀ ਤਖਤ ਦੇ, ਉਹਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਉਹਨੇ ਆਪਣੀਆਂ ਅੱਖਾਂ ਝੁਕਾ ਲਈਆਂ ਕਿ ਉਹਦੇ ਚਿਹਰੇ ਤੋਂ ਸ਼ਰਮਿੰਦਗੀ ਨਜ਼ਰ ਆ ਰਹੀ ਸੀ। ਰਾਜੋਂ ਕੇ ਚਿਹਰੋਂ ਪਰ ਥੀ ਲਾਨਤ ਬਰਸ ਰਹੀ। ਤੇ ਕਹਿੰਦਾ ਜਿੰਨੇ ਉਹਦੇ ਸਾਥੀ ਬੈਠੇ ਹੋਏ ਸੀ ਨਾ, ਜਿਨ੍ਹਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਛੋਟੀ ਖਿੜਕੀ ਨੂੰ ਖੋਲ ਕੇ ਰੱਖਾਂਗੇ, ਉਹ ਸਿਰ ਝੁਕਾ ਕੇ ਅੰਦਰ ਲੰਘਣਗੇ ਤੇ ਅਸੀਂ ਤਾੜੀ ਮਾਰ ਕੇ ਕਵਾਂਗੇ ਕਿ ਇਹਨਾਂ ਨੇ ਵਜ਼ੀਰ ਖਾਨ ਨੂੰ ਸਿਰ ਝੁਲਾ ਕੇ ਸਲਾਮ ਕਰ ਦਿੱਤਾ ਹੈ। ਪਰ ਕਹਿੰਦਾ ਇੰਜ ਲੱਗਾ ਕਿ ਉਹਨਾਂ ਦੇ ਚਿਹਰਿਆਂ ਦੇ ਉੱਪਰ ਲਾਨਤ ਪੈ ਗਈ ਸੀ। ਸੋ ਇਹ ਚਾਰ ਚੀਜ਼ਾਂ ਜਿਹੜੀਆਂ ਬੜੀਆਂ ਪਿਆਰੀਆਂ ਇਸ ਮੁਸਲਮਾਨ ਇਤਿਹਾਸਕਾਰ ਨੇ ਲਿਖੀਆਂ ਨੇ ਕਿ ਜ਼ੁਰਰਤ ਤੇ ਸਜਾਵਤ ਸਾਹਿਬਜ਼ਾਦਿਆਂ ਦੇ ਚਿਹਰਿਆਂ ਦੇ ਉੱਪਰ, ਸ਼ਿਕਾਵਤ ਨਿਰਾਸ਼ਾ ਵਜ਼ੀਰ ਖਾਨ ਦੇ ਚਿਹਰੇ ਦੇ ਉੱਪਰ, ਤੇ ਲਾਨਤ ਉਸ ਦੇ ਦਰਬਾਰੀਆਂ ਦੇ ਚਿਹਰਿਆਂ ਦੇ ਉੱਪਰ। ਸਜਾਵਤ, ਜ਼ੁਰਰਤ, ਸ਼ਿਕਾਵਤ ਤੇ ਲਾਨਤ, ਇਹ ਚਾਰ ਚੀਜ਼ਾਂ ਇਸਨੇ ਇੱਥੇ ਵਰਤੀਆਂ ਨੇ। ਔਰ ਇਹ ਚਾਹੇ ਜਿਹੜੀਆਂ ਚਾਰ ਚੀਜ਼ਾਂ ਨੇ, ਇਹ ਦਰਬਾਰ ਦੇ ਵਿੱਚ ਉਸ ਸਮੇਂ ਮਾਹੌਲ ਕਿਵੇਂ ਦਾ ਹੋਵੇਗਾ ਉਹ ਸਾਰਾ ਦੱਸ ਦਿੰਦੀਆਂ ਨੇ। ਅਖੀਰ ਸੁੱਚਾਨੰਦ ਕਹਿੰਦਾ ਹੈ ਕਿ ਜੇਕਰ ਤੁਸੀਂ ਸਾਡੇ ਇਸ ਫੌਜਦਾਰ ਨੂੰ, ਸਾਡੇ ਨਵਾਬ ਨੂੰ ਜੇਕਰ ਤੁਸੀਂ ਸਲਾਮ ਕਰ ਦੇਵੋ ਤੇ ਤੁਹਾਡੀ ਜਾਨ ਬਖਸ਼ੀ ਹੋ ਸਕਦੀ ਹੈ। ਤੇ ਸਾਹਿਬਜ਼ਾਦਿਆਂ ਦਾ ਜਿਹੜਾ ਜਵਾਬ ਹੈ, ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਇਤਿਹਾਸ ਦੇ ਵਿੱਚ ਨਾ ਕੁਝ ਕੜੀਆਂ ਬੜੀਆਂ ਅਹਿਮ ਹੁੰਦੀਆਂ ਨੇ ਔਰ ਉਹਨਾਂ ਕੜੀਆਂ ਨੂੰ ਹਮੇਸ਼ਾ ਜੋੜ ਕੇ ਵੇਖਣਾ ਪੈਂਦਾ ਹੈ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਸਨ ਤਾਂ ਉਸ ਵੇਲੇ ਜਦੋਂ ਉਹਨਾਂ ਨੇ ਪਹਿਲੀ ਗੱਲ ਇਹ ਕਹੀ ਸੀ ਕਿ ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਸ਼ਿਕਾਇਤ ਹੋ ਗਈ ਸੀ ਦੌਲਤ ਖਾਂ ਲੋਧੀ ਦੇ ਦਰਬਾਰ ਦੇ ਵਿੱਚ ਕਿ ਜੈ ਰਾਮ ਦਾ ਸਾਲਾ ਤੇ ਉਸ ਦੀ ਪਤਨੀ ਨਾਨਕੀ ਦਾ ਭਰਾ ਉੱਚੀ ਆਵਾਜ਼ ਦੇ ਵਿੱਚ ਕਹਿ ਰਿਹਾ ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਇਹ ਸ਼ਿਕਾਇਤ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਨੂੰ ਦੌਲਤ ਖਾਂ ਲੋਧੀ ਦੀ ਅਦਾਲਤ ਦੇ ਵਿੱਚ ਪੇਸ਼ ਹੋਣ ਦਾ ਹੁਕਮ ਕੀਤਾ ਗਿਆ ਤੇ ਸਾਰੇ ਉਸ ਦੇ ਦਰਬਾਰੀ, ਸਾਰੇ ਉਸ ਦੇ ਹਾਕਮ, ਉਹ ਸਾਰੇ ਜਿਨ੍ਹਾਂ ਦੇ ਚ ਇੱਕ ਪੰਡਿਤ ਭਗਵਤੀ ਪ੍ਰਸਾਦ ਵੀ ਸੀ, ਇਹ ਸਾਰੇ ਉੱਥੇ ਸਨ। ਤੇ ਜਦੋਂ ਗੁਰੂ ਸਾਹਿਬ ਜਾ ਕੇ ਖੜੇ ਹੋਏ ਨਾ ਤੇ ਉਹ ਹਾਕਮ ਕਹਿੰਦੇ ਨੇ ਕਿ ਸਿਰ ਝੁਕਾ ਕੇ ਸਲਾਮ ਕਰੋ, ਇਹ ਕੋਈ ਤੁਹਾਡਾ ਘਰ ਨਹੀਂ ਹੈ, ਇਹ ਤਾਂ ਦੌਲਤ ਖਾਂ ਲੋਧੀ ਦੀ ਕਚਹਿਰੀ ਹੈ, ਅਦਾਲਤ ਹੈ, ਇੱਥੇ ਤਾਂ ਸਿਰ ਝੁਕਾ ਕੇ ਸਲਾਮ ਕਰਨਾ ਪੈਂਦਾ ਹੈ। ਤੇ ਗੁਰੂ ਨਾਨਕ ਸਾਹਿਬ ਨੇ ਪਤਾ ਕੀ ਗੱਲ ਕਹੀ ਸੀ? ਸੱਚੇ ਸਾਹਿਬ ਕੋ ਸਲਾਮ ਕੀਆ ਹੈ ਅਬ ਕਿਸੇ ਔਰ ਕੋ ਨਹੀਂ ਕਰਤੇ। ਮੇਰਾ ਸਿਰ ਕੇਵਲ ਤੇ ਕੇਵਲ ਇੱਕ ਨਿਰੰਕਾਰ ਦੇ ਅੱਗੇ ਝੁਕ ਚੁੱਕਾ ਹੈ, ਹੁਣ ਇਹ ਸਿਰ ਕਿਸੇ ਹੋਰ ਦੇ ਅੱਗੇ ਨਹੀਂ ਝੁਕ ਸਕਦਾ। ਔਰ ਬਿਲਕੁਲ ਇਹੀ ਸ਼ਬਦ ਇਤਿਹਾਸਕ ਸਰੋਤਾਂ ਨੂੰ ਪੜ੍ਹਨ ਦਾ ਯਤਨ ਕਰਿਓ, ਇਹੀ ਸ਼ਬਦ ਗੁਰੂ ਸਾਹਿਬ ਦੇ ਛੋਟੇ ਫਰਜ਼ੰਦਾਂ ਨੂੰ ਜਦੋਂ ਸੁੱਚਾਨੰਦ ਕਹਿੰਦਾ ਹੈ ਨਾ ਕਿ ਤੁਸੀਂ ਨਵਾਬ ਦੇ ਸਾਹਮਣੇ ਸਿਰ ਝੁਕਾ ਕੇ ਦੀਨੇ ਇਸਲਾਮ ਨੂੰ ਤਸਲੀਮ ਕਰ ਲਵੋ, ਜਾਨ ਬਚ ਸਕਦੀ ਹੈ। ਉਹ ਕਹਿੰਦੇ ਜਾਨ ਦੀ ਤਾਂ ਗੱਲ ਹੀ ਛੱਡ, ਗੱਲ ਤਾਂ ਸਿਰ ਝੁਕਾਉਣ ਦੀ ਹੈ ਕਿ ਇਹ ਸਿਰ ਤਾਂ ਝੁਕ ਚੁੱਕਿਆ, ਇਹ ਸਿਰ ਤਾਂ ਇੱਕ ਪ੍ਰਮਾਤਮਾ ਦੇ ਅੱਗੇ ਝੁਕ ਚੁੱਕਿਆ, ਹੁਣ ਇਹ ਸਿਰ ਕਿਸੇ ਹੋਰ ਦੇ ਅੱਗੇ ਝੁਕ ਹੀ ਨਹੀਂ ਸਕਦਾ। ਇਹ ਜਿਹੜੇ ਸਾਹਿਬਜ਼ਾਦਿਆਂ ਦੀ 3 ਦਿਨਾਂ ਦੀ ਦਰਬਾਰ ਦੇ ਵਿੱਚ ਪੇਸ਼ੀ ਹੈ, ਇਹਦੇ ਬਾਰੇ ਵੱਖ-ਵੱਖ ਸਰੋਤਾਂ ਦੀ ਵੱਖ-ਵੱਖ ਰਾਏ ਵੱਖ-ਵੱਖ ਹੈ ਕਿ ਕਿਹੜੇ ਦਿਨ ਕਿਹੜਾ ਘਟਨਾਕ੍ਰਮ ਹੋਇਆ। ਪਰ ਤਕਰੀਬਨ ਜ਼ਿਆਦਾ ਸਰੋਤ ਇਸ ਗੱਲ ਨੂੰ ਜ਼ਰੂਰ ਮੰਨਦੇ ਨੇ ਕਿ 10 ਪੋ 11 ਪੋ 12 ਪੋ 3 ਦਿਨ ਦੀ ਪੇਸ਼ੀ ਤੇ 13 ਪੋ ਨੂੰ ਜਿਹੜਾ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ 13 ਪੋ ਦੇ ਦਿਨ। ਖੈਰ, ਮੇਰਾ ਕਹਿਣ ਤੋਂ ਭਾਵ ਇਹ ਸੀ ਕਿ ਕਿਹੜੇ-ਕਿਹੜੇ ਦਿਨ ਕਿਹੜਾ ਘਟਨਾਕ੍ਰਮ ਹੋਇਆ, ਇਹ ਸਾਰੇ ਇਤਿਹਾਸਕ ਸਰੋਤਾਂ 'ਚ ਵੱਖ-ਵੱਖ ਹੈ। ਪਰ ਜੇਕਰ ਸਾਰੇ ਸਰੋਤਾਂ ਦਾ ਅਧਿਐਨ ਕਰੀਏ ਤਾਂ ਕਿਤੇ ਨਾ ਕਿਤੇ ਇਹ ਜਿਹੜੀਆਂ 3 ਦਿਨ ਦੀਆਂ ਪੇਸ਼ੀਆਂ ਨੇ, ਇਹਨਾਂ ਨੂੰ ਸਮਝਣ ਦਾ ਯਤਨ ਜ਼ਰੂਰ ਕਰੀਏ। ਸੋ ਪਹਿਲੇ ਦਿਨ
ਉਹਨਾਂ ਨੂੰ ਇਹ ਕੋਸ਼ਿਸ਼ ਕੀਤੀ ਗਈ ਕਿ ਉਹ ਵਜ਼ੀਰ ਖਾਨ ਦੇ ਸਾਹਮਣੇ ਸਿਰ ਝੁਕਾ ਕੇ ਸਲਾਮ ਕਰਨ। ਪਹਿਲੇ ਦਿਨ ਕੋਈ ਤਸੀਹਾ ਨਹੀਂ ਦਿੱਤਾ ਗਿਆ, ਕੋਈ ਜ਼ਿਆਦਾ ਸਖਤੀ ਨਹੀਂ ਵਰਤੀ ਗਈ ਕਿ ਹੋ ਸਕਦਾ ਹੈ ਕਿ ਇਹ ਥੋੜਾ ਜਿਹਾ ਇਸ ਤਰ੍ਹਾਂ ਦੇ ਡਰ ਦੇਣ ਦੇ ਨਾਲ ਜਾਂ ਫਿਰ ਦਰਬਾਰ ਦਾ ਥੋੜਾ ਜਿਹਾ ਰੋਹਬ ਵਿਖਾਉਣ ਦੇ ਨਾਲ ਦੀਨ ਇਸਲਾਮ ਚ ਆ ਜਾਣਗੇ। ਇਹਦੇ ਨਾਲ ਥੋੜਾ ਜਿਹਾ ਲਾਲਚ ਵੀ ਦੇ ਦਿੱਤਾ ਗਿਆ ਔਰ ਇੱਕ ਸਵਾਲ ਵੀ ਕੀਤਾ ਗਿਆ। ਇਸ ਸਵਾਲ ਦਾ ਜ਼ਿਕਰ ਵੀ ਇੱਕ ਮੁਸਲਮਾਨ ਇਤਿਹਾਸਕਾਰ ਨੇ ਕੀਤਾ ਹੈ। ਕਹਿੰਦਾ ਕਿ ਸਾਹਿਬਜ਼ਾਦਿਆਂ ਨੂੰ ਉਸ ਵੇਲੇ ਵਜ਼ੀਰ ਖਾਨ ਦਾ ਸ਼ਾਹੀ ਕਾਜ਼ੀ ਕਹਿੰਦਾ ਬੱਚਿਓ, ਸਾਹਿਬਜ਼ਾਦੇ ਅਸੀਂ ਕਹਿੰਦੇ ਆ, ਗੁਰੂ ਸਾਹਿਬ ਦੇ ਫਰਜ਼ੰਦ ਅਸੀਂ ਕਹਿੰਦੇ ਆ, ਕੁਦਰਤਨ ਉਸ ਕਚਹਿਰੀ ਦੇ ਵਿੱਚ ਵਜ਼ੀਰ ਖਾਨ ਦੇ ਹਾਕਮ ਤੇ ਉਹਨਾਂ ਨੂੰ ਬੱਚੇ ਕਹਿ ਕੇ ਸੰਬੋਧਿਤ ਕਰਨਗੇ। ਬੱਚਿਓ, ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਕੀ ਕਰੋਗੇ? ਇਸ ਤੇ ਉਹਨਾਂ ਦਾ ਜਵਾਬ ਹੈ ਕਿ ਜੇਕਰ ਤੁਸੀਂ ਛੱਡ ਜਾਵੋਗੇ ਅਸੀਂ ਜੰਗਲਾਂ ਦੇ ਵਿੱਚ ਜਾਵਾਂਗੇ। ਕਹਿੰਦਾ ਜੰਗਲਾਂ 'ਚ ਜਾ ਕੇ ਕੀ ਕਰੋਗੇ? ਕਹਿੰਦਾ ਆਪਣੇ ਬਚੇ ਖੁਚੇ ਸਿੰਘਾਂ ਨੂੰ ਇਕੱਠੇ ਕਰਾਂਗੇ। ਕਹਿੰਦਾ ਹਥਿਆਰ ਲਵਾਂਗੇ ਤੇ ਫਿਰ ਜ਼ੁਲਮ ਦੇ ਟਾਕਰੇ ਤੇ ਆ ਕੇ ਮੈਦਾਨੇ ਜੰਗ ਦੇ ਵਿੱਚ ਫਿਰ ਲੜਾਂਗੇ। ਕਹਿੰਦਾ ਜੇ ਤੁਸੀਂ ਹਾਰ ਗਏ ਉਸ ਜੰਗ ਦੇ ਵਿੱਚ, ਉਹਦਾ ਕਹਿਣ ਤੋਂ ਭਾਵ ਸੀ ਕਿ ਤੁਹਾਡਾ ਬਾਪ ਹਾਰ ਚੁੱਕਾ ਹੈ, ਤੁਹਾਡੇ ਵੱਡੇ ਭਰਾ ਮਾਰੇ ਗਏ ਔਰ ਉਹਨੇ ਇੱਥੋਂ ਤੱਕ ਵੀ ਕਿਹਾ ਕਿ ਤੁਹਾਡਾ ਪਿਤਾ ਵੀ ਮਾਰਿਆ ਗਿਆ। ਕਿਉਂਕਿ ਮੈਂ ਕੱਲ ਗੱਲ ਸਾਂਝੀ ਕੀਤੀ ਸੀ ਕਿ ਇੱਕ ਦਿਨ ਜਦੋਂ ਸੰਗਤ ਸਿੰਘ ਹੋਣਾ ਦਾ ਸੀਸ ਇਹਨਾਂ ਨੇ ਵੇਖਿਆ ਤੇ ਗੁਰੂ ਸਾਹਿਬ ਦੀ ਪੋਸ਼ਾਕ ਨੂੰ ਵੇਖ ਕੇ ਇੱਕ ਦਿਨ ਤੱਕ ਇਹ ਵੀ ਵਿਸ਼ਵਾਸ ਕਰ ਲਿਆ ਗਿਆ ਸੀਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਤਮ ਕਰ ਦਿੱਤਾ ਗਿਆ। ਇਸੇ ਕਰਕੇ ਪਹਿਲੇ ਦਿਨ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਪਿਤਾ ਮਾਰਿਆ ਗਿਆ, ਤੁਹਾਡੇ ਭਰਾ ਮਾਰੇ ਗਏ, ਕੱਲ ਨੂੰ ਤੁਸੀਂ ਵੀ ਮੈਦਾਨੇ ਜੰਗ ਦੇ ਵਿੱਚ ਹਾਰ ਜਾਵੋਗੇ। ਕਹਿੰਦੇ ਹਾਰਨ ਤੋਂ ਬਾਅਦ ਫਿਰ ਜੰਗਲਾਂ 'ਚ ਜਾਵਾਂਗੇ, ਫਿਰ ਸਿੱਖ ਇਕੱਠੇ ਕਰਾਂਗੇ, ਫਿਰ ਜ਼ੁਲਮ ਦੇ ਟਾਕਰੇ ਤੇ ਆ ਕੇ ਮੈਦਾਨੇ ਜੰਗ ਦੇ ਵਿੱਚ ਉਹਨਾਂ ਚਿਰ ਤੱਕ ਲੜਦੇ ਰਵਾਂਗੇ ਜਿੰਨਾ ਚਿਰ ਤੱਕ ਵਜ਼ੀਰ ਖਾਨ ਜਾਂ ਤੇ ਤੇਰੇ ਜ਼ੁਲਮੀ ਰਾਜ ਦਾ ਅੰਤ ਨਹੀਂ ਕਰ ਲੈਂਦੇ ਤੇ ਜਾਂ ਫਿਰ ਅਸੀਂ ਸ਼ਹੀਦ ਨਹੀਂ ਹੋ ਜਾਂਦੇ। ਸਾਰੇ ਬੜੇ ਹੈਰਾਨ ਹੋਏ। ਦਰਬਾਰ ਰੁਖਸਤ ਕਰ ਦਿੱਤਾ ਗਿਆ ਕਿ ਅੱਜ ਦਰਬਾਰ ਦੀ ਕਾਰਵਾਈ ਖਤਮ। ਦੋਵੇਂ ਗੁਰੂ ਸਾਹਿਬ ਦੇ ਫਰਜ਼ੰਦ ਦਾਦੀ ਮਾਂ ਦੇ ਕੋਲ ਤੇ ਠੰਡੇ ਬੁਰਜ ਦੀ ਪਹਿਲੀ ਰਾਤ ਬੜੇ ਪਿਆਰ ਦੇ ਨਾਲ ਆਪਣੀ ਦਾਦੀ ਮਾਂ ਨੂੰ ਜੋ ਕੁਝ ਕਚਹਿਰੀ ਦੇ ਵਿੱਚ ਹੋਇਆ ਉਹ ਸਾਰਾ ਜਾ ਕੇ ਦੱਸਦੇ ਨੇ। ਸਾਡੇ ਜਿਹੜੇ ਫਿਕਸ਼ਨ ਦੇ ਵਿੱਚ ਲਿਖਿਆ ਜਾਂਦਾ ਇਤਿਹਾਸ ਹੈ, ਜਿਹਦੇ ਵਿੱਚ ਕਿਤੇ ਨਾ ਕਿਤੇ ਥੋੜਾ ਕਲਪਨਾ ਦਾ ਜਿਹੜਾ ਟੱਚ ਹੈ ਜਾਂ ਕਲਪਨਾ ਦਾ ਰੂਪ ਹੈ ਉਹ ਵੀ ਦਿੱਤਾ ਜਾਂਦਾ ਹੈ। ਉਹਨਾਂ ਇਤਿਹਾਸਕ ਸਰੋਤਾਂ ਦੇ ਵਿੱਚ ਬੜੇ ਪਿਆਰੇ ਸ਼ਬਦ ਨੇ ਕਿ ਜਿਸ ਤਰ੍ਹਾਂ ਇੱਕ ਬੱਚਾ ਸਕੂਲ ਦੇ ਵਿੱਚ ਜ਼ਿਆਦਾ ਨੰਬਰ ਲੈਣ ਤੋਂ ਬਾਅਦ ਦੌੜਾ ਆਪਣੇ ਮਾਂ-ਬਾਪ ਦੇ ਕੋਲ ਆ ਕੇ ਦੱਸਣਾ ਚਾਹੁੰਦਾ ਹੈ ਕਿ ਮੈਂ ਅੱਜ ਕਲਾਸ ਦੇ ਵਿੱਚ ਇੰਨੇ ਵੱਧ ਨੰਬਰ ਲਏ ਨੇ, ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੇ ਇਹ ਦੋ ਬੱਚੇ ਇੱਕ ਦੂਜੇ ਤੋਂ ਅੱਗੇ ਤੇਜ਼ੀ ਨਾਲ ਤੁਰਦੇ ਹੋਏ ਦਾਦੀ ਮਾਂ ਦੀ ਗੋਦ ਦੇ ਵਿੱਚ ਜਾਣ ਦਾ ਯਤਨ ਕਰ ਰਹੇ ਨੇ ਕਿ ਜਾ ਕੇ ਪਹਿਲਾਂ ਮੈਂ ਖਬਰ ਦੇਵਾਂ ਕਿ ਸੂਬੇ ਨੇ ਆਹ ਗੱਲ ਕੀਤੀ ਸੀ ਤੇ ਅਸੀਂ ਆਹ ਜਵਾਬ ਦਿੱਤਾ, ਉਹਨਾਂ ਨੇ ਆਹ ਗੱਲ ਕੀਤੀ ਸੀ ਤੇ ਅਸੀਂ ਆਹ ਜਵਾਬ ਦਿੱਤਾ। ਖੈਰ, ਮਾਤਾ ਜੀ ਦੀ ਗੋਦ ਦੇ ਵਿੱਚ ਬੈਠੇ ਹੁਣ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿਉਂਕਿ ਜਿਹੜੇ ਸਵਾਲ ਤੇ ਜਵਾਬ ਨੇ ਉਹਨਾਂ ਤੋਂ ਲੱਗਦਾ ਕਿ ਚਰਚਾ ਇਹ ਹੋ ਰਹੀ ਹੈ ਕਿ ਅੱਜ ਗੁਰੂ ਸਾਹਿਬ ਦੇ ਫਰਜ਼ੰਦਾਂ ਨੂੰ ਕਚਹਿਰੀ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਤੁਹਾਡੇ ਪਿਤਾ ਤੇ ਤੁਹਾਡੇ ਭਰਾ ਜਿਹੜੇ ਨੇ ਉਹ ਕਤਲ ਕਰ ਦਿੱਤੇ ਗਏ। ਸਾਡੇ ਜਿਹੜੇ ਕਲਪਨਾ ਜਾਂ ਕਾਵਿਕ ਰੂਪ ਦੇ ਵਿੱਚ ਰਚੇ ਗਏ ਤਾਰੀਖੀ ਸਰੋਤ ਨੇ ਉਹਨਾਂ ਦੇ ਵਿੱਚ ਹਕੀਮ ਮਿਰਜ਼ਾ ਅਲਾ ਯਾਰ ਖਾਂ ਜੋਗੀ ਨੇ ਇੱਕ ਗੱਲ ਸਾਹਿਬਜ਼ਾਦਾ ਜੋਰਾਵਰ ਸਿੰਘ ਹੁਣਾਂ ਦੇ ਮੂੰਹੋਂ ਮਾਤਾ ਜੀ ਨੂੰ ਅਖਵਾਈ ਹੈ, ਜਿਹਦੇ ਵਿੱਚੋਂ ਮਾਤਾ ਜੀ ਨੂੰ ਸਵਾਲ ਪਤਾ ਕੀ ਕਰਦੇ ਨੇ? ਉਹ ਕਹਿੰਦੇ ਨੇ ਦਾਦੀ ਸੇ ਬੋਲੇ ਹਮਾਰੇ ਸਿਪਾਹੀ ਕਿੱਧਰ ਗਏ। ਦਾਦੀ ਮਾਂ, ਸਰਸਾ ਦੇ ਕੰਢੇ ਹੋਈ ਜੰਗ ਤੋਂ ਬਾਅਦ ਜਿਹੜੇ ਸਾਡੇ ਨਾਲ ਦੇ ਸਿੰਘ ਸੂਰਮੇ ਸਿਪਾਹੀ ਸੀ ਉਹ ਕਿੱਥੇ ਚਲੇ ਗਏ? दरिया पे हमको छोड़कर राही किधर गए। ते ਜਿਹੜੇ ਸਾਡੇ ਨਾਲ ਦੇ ਸਾਥੀ ਸੀ ਉਹ ਸਰਸਾ ਦੇ ਕੰਢੇ ਤੋਂ ਕਿੱਧਰ ਚਲੇ ਗਏ? ਅੱਬਾ ਭਗਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ? ਤੇ ਜਿਹੜੇ ਸਾਡੇ ਅੱਬਾ ਸੀ, ਕਿਉਂਕਿ ਮੁਸਲਮਾਨ ਕਵੀ ਹੈ ਉਹ ਪਿਤਾ ਜੀ ਜਾਂ ਬਾਪ ਨਹੀਂ ਲਿਖ ਰਿਹਾ, ਉਹ ਅੱਬਾ ਸ਼ਬਦ ਵਰਤ ਰਿਹਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਸਾਡੇ ਅੱਬਾ ਸੀ ਉਹ ਘੋੜਾ ਬਚਾ ਕੇ ਕਿਹੜੇ ਪਾਸੇ ਚਲਾ ਗਏ? ਤੜਪਾ ਕੇ ਹਾਏ ਸੂਰਤੇ ਮਾਹੀ ਕਿੱਧਰ ਚਲੇ ਗਏ? ਅਸੀਂ ਉਹਨਾਂ ਦੀ ਯਾਦ ਦੇ ਵਿੱਚ ਵਿਆਕੁਲ ਆ ਤੜਫ ਰਹੇ ਹਾਂ ਤੇ ਉਹ ਕਿੱਧਰ ਚਲੇ ਗਏ? ਫਿਰ ਉਹ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਗੱਲ ਕਰਦੇ ਨੇ, ਕਹਿੰਦੇ ਭਾਈ ਵੀ ਹਮਕੋ ਭੁੱਲ ਗਏ ਜੌਕੇ ਸੰਗ ਮੇ, ਕਿ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਵੀ ਸਾਡਾ ਕੋਈ ਚੇਤਾ ਨਹੀਂ ਆਇਆ ਦਾਦੀ ਮਾਂ ਉਹ ਕਿੱਥੇ ਚਲੇ ਗਏ ਨੇ। ਉਹਨਾਂ ਨੂੰ ਇੰਨਾ ਜੰਗ ਦਾ ਸ਼ੌਕ ਸੀ ਕਿ ਉਸ ਨੂੰ ਅਸੀਂ ਯਾਦ ਵੀ ਨਹੀਂ ਰਹੇ, ਆਪਣਾ ਖਿਆਲ ਨਹੀਂ ਰਹਾ।
ਸ਼ੌਕੇ ਤਫੰਗ ਉਹਨਾਂ ਨੂੰ ਤੀਰਾਂ ਤਲਵਾਰਾਂ ਤੇ ਬੰਦੂਕਾਂ ਚਲਾਉਣ ਦਾ ਇੰਨਾ ਸ਼ੌਕ ਹੈ ਕਿ ਲੜਨ ਚਲੇ ਗਏ ਨੇ ਤੇ ਸਾਨੂੰ ਮਿਲ ਵੀ ਨਹੀਂ ਆਏ। ਫਿਰ ਦਾਦੀ ਮਾਂ ਦੇ ਕੋਲ ਤਾਂ ਕੋਈ ਜਵਾਬ ਨਹੀਂ ਇਸ ਗੱਲ ਦਾ। ਫਿਰ ਛੋਟਾ ਫਤਿਹ ਸਿੰਘ ਕਹਿੰਦਾ ਰਣ ਮੇ ਜੀਤ ਕਰ ਜਬ ਅਜੀਤ ਆਏਂਗੇ। ਜਦੋਂ ਹੁਣ ਜੇ ਲੜਨ ਚਲੇ ਗਏ ਨਾ ਤੇ ਜਦੋਂ ਲੜ ਕੇ ਅਜੀਤ ਸਿੰਘ ਆਏਗਾ ਨਾ, ਜੁਝਾਰ ਸਿੰਘ ਅੱਬਾ ਕੇ ਜਬ ਸਾਥ ਆਏਂਗੇ, ਤੇ ਜੁਝਾਰ ਸਿੰਘ ਜਦੋਂ ਪਿਤਾ ਗੁਰੂ ਦੇ ਨਾਲ ਆਵੇਗਾ ਤੇ ਕਹਿੰਦਾ ਉਸ ਵੇਲੇ ਪਤਾ ਕੀ ਹੋਵੇਗਾ, ਕਹਿੰਦਾ ਕਿ ਕਰਕੇ ਬਹਾਨਾ ਰੂਠेंगे ਹਮ ਨਾ ਬੁਲਾਏਂਗੇ, ਤੇ ਅਸੀਂ ਬਹਾਨਾ ਕਰਕੇ ਰੁੱਸ ਜਾਣਾ ਕਿ ਤੁਸੀਂ ਸਾਨੂੰ ਛੱਡ ਕੇ ਕਿੱਥੇ ਚਲੇ ਗਏ ਸੀ। ਅੰਮਾ ਕਭੀ ਅੱਬੂ ਕਭੀ ਭਾਈ ਮਨਾਏਂਗੇ, ਤੇ ਫਿਰ ਸਾਨੂੰ ਕਦੀ ਅਜੀਤ ਸਿੰਘ ਚੁੱਕ ਕੇ ਮਨਾਵੇਗਾ, ਕਦੀ ਸਾਨੂੰ ਗੁਰੂ ਸਾਹਿਬ ਚੁੱਕਣਗੇ, ਪਿਤਾ ਜੀ ਚੁੱਕਣਗੇ, ਕਦੀਆਂ ਸਾਡੀਆਂ ਮਾਵਾਂ ਜਿਹੜੀਆਂ ਨੇ ਉਹ ਸਾਨੂੰ ਗੋਦੀ 'ਚ ਲੈਣਗੀਆਂ, ਪਰ ਅਸੀਂ ਇਸ ਗੱਲ ਤੋਂ ਬਹੁਤ ਨਾਰਾਜ਼ ਰਹਿਣਾ ਕਿ ਤੁਸੀਂ ਸਾਨੂੰ ਛੱਡ ਕੇ ਕਿੱਥੇ ਚਲੇ ਗਏ ਸੀ। ਇਹ ਸਾਰੀ ਵਾਰਤਾਲਾਪ ਦਾਦੀ ਔਰ ਪੋਤਿਆਂ ਦੇ ਵਿੱਚ ਹੈ, ਔਰ ਸੱਚਮੁੱਚ ਲੱਗਦਾ ਇੰਜ ਹੋਈ ਹੋਵੇਗੀ। ਬੇਸ਼ੱਕ ਨੇੜੇ ਤੇ ਨਾ ਤੁਸੀਂ ਸੀ ਨਾ ਮੈਂ, ਪਰ ਉਸ ਸਮੇਂ ਸਾਰੇ ਘਟਨਾਕ੍ਰਮ ਦੇ ਵਿੱਚ ਸਵਾਲ ਹੀ ਇਹੀ ਸੀ। ਮਾਤਾ ਜੀ ਦੇ ਨਾਲ ਸ਼ਾਮ ਦਾ ਪਾਠ ਕੀਤਾ, ਸੋਹਿਲਾ ਸਾਹਿਬ ਦਾ ਪਾਠ ਕੀਤਾ, ਔਰ ਸਾਰੀ ਰਾਤ ਠੰਡੇ ਬੁਰਜ ਦੇ ਵਿੱਚ, ਸਾਰੀ ਰਾਤ ਇੰਨੀ ਜ਼ਿਆਦਾ ਠੰਡ ਹੈ, ਉੱਪਰ ਲੈਣ ਦੇ ਵਾਸਤੇ ਕੋਈ ਬਿਸਤਰ ਨਹੀਂ, ਕੋਈ ਲਿਬਾਸ ਨਹੀਂ, ਕੋਈ ਥੱਲੇ ਵਿਛਾਉਣਾ ਨਹੀਂ। ਔਰ ਇਹ ਜਿਹੜੇ ਬੁਰਜ ਨੇ, ਸਰਦਾਰ ਵਿਸਾਖਾ ਸਿੰਘ ਨੇ ਮਾਲਵਾ ਇਤਿਹਾਸ ਦੇ ਵਿੱਚ ਲਿਖਿਆ ਕਿ ਬਹੁਤ ਉੱਚੇ ਸਨ, ਬਹੁਤ ਬੁਰਜ ਸਨ, ਇੱਕ ਨਹੀਂ, ਪਰ ਇਹ ਜਿਹੜਾ ਠੰਡਾ ਬੁਰਜ ਹੈ ਇਹ ਸਭ ਤੋਂ ਉੱਚਾ ਸੀ, ਤੇ ਇਸ ਨੂੰ ਸਾਹਿਬਜ਼ਾਦਿਆਂ ਦੀ ਰੱਖਣ ਦੀ ਯਾਦਗਾਰ ਦੇ ਰੂਪ ਦੇ ਵਿੱਚ ਹੀ ਬੰਦਾ ਸਿੰਘ ਬਹਾਦਰ ਨੇ ਸਲਾਮਤ ਰੱਖਿਆ ਸੀ। ਬਾਕੀ ਬੁਰਜ ਜਦੋਂ ਸਰਹੰਦ ਫਤਿਹ ਕੀਤਾ ਢਾਹ ਦਿੱਤੇ ਗਏ। ਸਰਦਾਰ ਵਿਸਾਖਾ ਸਿੰਘ ਨੇ ਮਾਲਵਾ ਇਤਿਹਾਸ ਦੀ ਪੋਥੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ। ਬਹੁਤ ਉੱਚਾ ਸੀ, ਠੰਡ ਬਹੁਤ ਸੀ। ਠੰਡ ਦੇ ਨਾਲ ਕਦੀ ਉਹਨਾਂ ਦੇ ਹੱਥ ਨੀਲੇ ਹੁੰਦੇ ਨੇ, ਕਦੀ ਬੁੱਲ ਨੀਲੇ ਹੁੰਦੇ ਨੇ। ਦਾਦੀ ਮਾਂ ਕਦੀ ਆਪਣੇ ਸਾਹਾਂ ਦਾ ਨਿੱਘ ਦਿੰਦੀ ਹੈ, ਕਦੀ ਗੋਦ ਦੇ ਵਿੱਚ, ਕਦੀ ਉਹਨਾਂ ਦੇ ਹੱਥ ਘੁੱਟਦੀ ਹੈ, ਔਰ ਸਾਰੀ ਰਾਤ ਦਾਦੀ ਮਾਂ ਯਤਨ ਕਰਦੀ ਰਹੀ ਕਿ ਮੈਂ ਆਪਣੇ ਪਿਆਰ ਔਰ ਆਪਣੀ ਅਪਣੱਤ ਔਰ ਆਪਣੀ ਆਗੋਸ਼ ਦਾ ਨਿੱਘ ਆਪਣੇ ਬੱਚਿਆਂ ਨੂੰ ਦੇ ਸਕਾਂ। ਸਵੇਰ ਦਾ ਦਿਨ ਚੜ੍ਹਿਆ ਤਾਂ ਇਸ ਕਰਕੇ ਕਿ ਠੰਡ ਦੇ ਵਿੱਚ ਕਿੰਨੀ ਕੁ ਨੀਂਦ ਆਈ ਹੋਵੇਗੀ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਦਾਦੀ ਮਾਂ ਨੇ ਦੋਹਾਂ ਗੁਰੂ ਸਾਹਿਬ ਦੇ ਫਰਜ਼ੰਦਾਂ ਨੂੰ ਜਾਂ ਆਪਣੇ ਪੋਤਰਿਆਂ ਨੂੰ ਨਾਮ ਲੈ ਕੇ ਜੋਰਾਵਰ ਸਿੰਘ ਤੇ ਫਤਿਹ ਸਿੰਘ ਜਗਾਇਆ, ਔਰ ਬੈਠ ਕੇ ਸਿਮਰਨ ਕੀਤਾ, ਨਿਤਨੇਮ ਕੀਤਾ। ਕੁਝ ਇਤਿਹਾਸਕ ਸਰੋਤ ਕਹਿੰਦੇ ਨੇ ਕਿ ਮਾਤਾ ਜੀ ਨੇ ਉਸ ਵੇਲੇ ਨਿਤਨੇਮ ਕੀਤਾ, ਔਰ ਦੋਹਾਂ ਹੀ ਪੋਤਿਆਂ ਨੇ ਆਪਣੀ ਦਾਦੀ ਦੀ ਗੋਦੀ ਦੇ ਵਿੱਚ ਬੈਠ ਕੇ ਨਿਤਨੇਮ ਨੂੰ ਸਰਵਣ ਕੀਤਾ। ਕੁਝ ਸਮਾਂ ਬੀਤਿਆ, ਹੇਠੋਂ ਪੈਰਾਂ ਦੀ ਆਵਾਜ਼ ਆਈ ਤੇ ਦੋ ਪਹਿਰੇਦਾਰ ਦਰਵਾਜ਼ਾ ਖੋਲਦੇ ਨੇ ਤੇ ਦੋ ਸਿਪਾਹੀ ਫਿਰ ਅੰਦਰ ਆ ਵੜੇ ਤੇ ਉਹਨਾਂ ਨੇ ਕਿਹਾ ਕਿ ਮਾਤਾ, ਤੇਰੇ ਪੋਤਿਆਂ ਨੂੰ ਅੱਜ ਸੂਬੇ ਦੀ ਕਚਹਿਰੀ ਦੇ ਵਿੱਚ ਫਿਰ ਪੇਸ਼ ਕਰਨਾ। ਹੁਣ ਦਾਦੀ ਮਾਂ ਕਹਿੰਦੀ ਕਸੂਰ ਕੀ ਹੈ, ਇਹਨਾਂ ਦਾ ਦੋਸ਼ ਕੀ ਹੈ, ਕਿਸ ਦੋਸ਼ ਦੇ ਬਦਲੇ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਹੁਕਮ ਦੇ ਹੱਥ ਬੱਧੇ ਗੁਲਾਮ ਹਾਂ, ਸਾਨੂੰ ਨਹੀਂ ਪਤਾ ਦੋਸ਼ ਕੀ ਹੈ, ਸਾਨੂੰ ਨਹੀਂ ਪਤਾ ਕੱਲ ਕੀ ਵਾਪਰੇਗਾ, ਸਾਨੂੰ ਨਹੀਂ ਪਤਾ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾਣੀ ਹੈ। ਸਾਨੂੰ ਤਾਂ ਸਿਰਫ ਇੰਨਾ ਪਤਾ ਹੈ ਕਿ ਸਾਨੂੰ ਨਵਾਬ ਵਜ਼ੀਰ ਖਾਨ ਨੇ ਭੇਜਿਆ ਕਿ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਲਿਆ ਕੇ ਦਰਬਾਰ ਦੇ ਵਿੱਚ ਪੇਸ਼ ਕੀਤਾ ਜਾਵੇ। ਮਾਤਾ ਜੀ ਨੇ ਉਸ ਵੇਲੇ ਆਪਣੇ ਪੋਤਰਿਆਂ ਨੂੰ ਇੱਕ ਉਪਦੇਸ਼ ਦਿੱਤਾ ਹੈ, ਤੁਰਕ ਨਹਿ ਬਨੇ ਹੈ। ਬੇਸ਼ੱਕ ਕੱਲ ਦਾ ਸਾਰਾ ਘਟਨਾਕ੍ਰਮ ਪੋਤਰਿਆਂ ਨੇ ਦਾਦੀ ਨੂੰ ਦੱਸ ਦਿੱਤਾ ਸੀ, ਪਰ ਹੁਣ ਦਾਦੀ ਮਾਂ ਕਹਿ ਰਹੀ ਹੈ ਤੁਰਕ ਨਹਿ ਬਨੇ ਹੈ, ਬੇਟੇ ਕਦੀ ਵੀ ਦੀਨ ਇਸਲਾਮ ਕਬੂਲ ਨਹੀਂ ਕਰਨਾ। ਤੁਰਕ ਨਹਿ ਬਨੇ ਹੈ, ਕਭੀ ਧਰਮ ਨਹਿ ਤਜੇ ਹੈ, ਆਪਣਾ ਧਰਮ ਕਦੀ ਛੱਡਣਾ ਨਹੀਂ। ਆਪਣੇ ਸੀਸ ਭੇਟ ਦਿਓ ਹੈ, ਇਹ ਦਾਦੀ ਮਾਂ ਕਹਿ ਰਹੀ ਹੈ ਕਿ ਆਪਣੇ ਸੀਸ ਭੇਟ ਕਰ ਦੇਣੇ ਨੇ। ਜੈਸੇ ਵੱਡਿਓ ਨੇ ਦਿਏ ਹੈ, ਹਮਰੇ ਬੰਸ ਰੀਤ ਇਮ ਆਈ, ਪ੍ਰਾਣ ਜਾਈ ਪਰ ਧਰਮ ਨਾ ਜਾਈ। ਜਿਸ ਤਰ੍ਹਾਂ ਤੁਹਾਡੇ ਦਾਦੇ ਨੇ ਆਪਣੇ ਧਰਮ ਨੂੰ ਛੱਡ ਕੇ ਦੀਨ ਇਸਲਾਮ ਨੂੰ ਤਸਲੀਮ ਨਹੀਂ ਕੀਤਾ, ਕਬੂਲ ਨਹੀਂ ਕੀਤਾ, ਅੱਜ ਤੁਸੀਂ ਆਪਣੇ ਦਾਦੇ ਦੇ ਪੈਰ ਚਿੰਨ੍ਹਾਂ ਦੇ ਉੱਪਰ ਚੱਲਦੇ ਹੋਏ ਆਪਣੇ ਧਰਮ ਨੂੰ ਛੱਡਣਾ ਨਹੀਂ, ਸ਼ਹਾਦਤ ਨੂੰ ਪ੍ਰਵਾਨ ਤਾਂ ਕਰ ਲੈਣਾ, ਪਰ ਤੁਸੀਂ ਦੀਨ ਇਸਲਾਮ ਨੂੰ ਪ੍ਰਵਾਨ ਨਹੀਂ ਕਰਨਾ।
ਅੱਜ ਫਿਰ ਕਚਹਿਰੀ ਲੱਗੀ ਹੈ। ਅੱਜ ਦੀ ਕਚਹਿਰੀ ਦੇ ਵਿੱਚ ਇਹ ਦੂਸਰਾ ਦਿਨ ਹੈ। ਸ਼ੁਰੂਆਤ ਫਿਰ ਉਸੇ ਤਰ੍ਹਾਂ ਹੋਈ ਕਿ ਵੱਡੇ ਦਰਵਾਜ਼ੇ ਦੀ ਛੋਟੀ ਖਿੜਕੀ ਖੋਲੀ ਗਈ। ਸਾਹਿਬਜ਼ਾਦੇ ਫਿਰ ਪਹਿਲੇ ਦਿਨ ਦੀ ਤਰ੍ਹਾਂ ਇਸ ਕਚਹਿਰੀ ਦੇ ਵਿੱਚ ਦਾਖਲ ਹੋਏ। ਉਸੇ ਤਰ੍ਹਾਂ ਹੀ ਦੋਹਾਂ ਨੇ ਇੱਕ ਦੂਜੇ ਨੂੰ ਮੁਖਾਤਬ ਹੋ ਕੇ ਫਤਿਹ ਬੁਲਾਈ। ਅੱਜ ਦੀ ਜਿਹੜਾ ਘਟਨਾਕ੍ਰਮ ਹੈ ਕਚਹਿਰੀ ਦਾ, ਇਹਦੇ ਵਿੱਚ ਡਰ ਵੀ ਦਿੱਤਾ ਗਿਆ ਤੇ ਲਾਲਚ ਵੀ ਦਿੱਤਾ ਗਿਆ। ਇੱਥੇ ਸ਼ਾਹੀ ਕਾਜੀ ਸਾਹਿਬਜ਼ਾਦੇ ਨੂੰ ਇੱਕ ਗੱਲ ਕਹਿੰਦਾ ਹੈ ਕਿ ਕਬੂਲ ਕਰ ਲੋ ਤੁਮ ਅਗਰ ਸ਼ਾਹ ਕੇ ਦੀਨ ਕੋ, ਜन्नत ਬਣਾ ਕੇ ਰੱਖ ਦੂਗਾ ਤੁਮਾਰੀ ਜ਼ਮੀਨ ਕੋ। ਕਹਿੰਦਾ ਕਿ ਅਸੀਂ ਤੁਹਾਨੂੰ ਆਖਰੀ ਗੱਲ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਸਾਡੇ ਸ਼ਾਹ, ਉਹਨਾਂ ਦਾ ਸ਼ਾਹ ਹੈ ਔਰੰਗਜ਼ੇਬ, ਸ਼ਾਹ ਦਾ ਦੀਨ ਕੀ ਹੈ? ਇਸਲਾਮ। ਕਹਿੰਦਾ ਜੇਕਰ ਤੁਸੀਂ ਸਾਡੇ ਸ਼ਾਹ ਦੇ ਦੀਨ ਨੂੰ ਤਸਲੀਮ ਕਰ ਲਵੋ, ਪ੍ਰਵਾਨ ਕਰ ਲਓ, ਜੰਨਤ ਬਣਾ ਕੇ ਰੱਖ ਲੂੰਗਾ ਤੁਹਾਡੀ ਜ਼ਮੀਨ ਕੋ। ਤੁਹਾਡਾ ਜਿੱਤਿਆ ਹੋਇਆ ਆਨੰਦਪੁਰ ਸਾਹਿਬ ਵੀ ਅਸੀਂ ਵਾਪਸ ਦੇ ਦੇਵਾਂਗੇ। ਤੁਹਾਨੂੰ ਚੰਗੇ ਅਹੁਦੇ ਵੀ ਦਿੱਤੇ ਜਾਣਗੇ, ਰੁਤਬੇ ਵੀ ਦਿੱਤੇ ਜਾਣਗੇ। ਆਨੰਦਪੁਰ ਸਾਹਿਬ ਉੱਥੇ ਜੰਨਤ ਬਣਾ ਕੇ ਰੱਖ ਦੂੰਗਾ ਤੁਹਾਡੀ ਜ਼ਮੀਨ ਕੋ। ਇੱਥੇ ਤੁਹਾਡੀ ਜ਼ਮੀਨ ਇਸ ਕਰਕੇ ਸ਼ਬਦ ਵਰਤਿਆ ਗਿਆ ਕਿ ਇਹ ਜਿਹੜੀ ਆਨੰਦਪੁਰ ਸਾਹਿਬ ਦੀ ਜ਼ਮੀਨ ਹੈ, ਗੁਰੂ ਸਾਹਿਬ ਨੇ ਆਪਣੇ ਪੈਸੇ ਦੇ ਕੇ ਖਰੀਦੀ ਸੀ। ਬਿਲਾਸਪੁਰ ਦੇ ਰਾਜੇ ਦੀ ਰਾਣੀ ਚੰਪਾ ਦੇ ਕੋਲੋਂ ਇਹ ਪੈਸੇ ਦੇ ਕੇ 3 ਪਿੰਡਾਂ ਦੀ ਜ਼ਮੀਨ, ਇੱਕ ਪਿੰਡ ਦਾ ਨਾਮ ਮਾਖੋਵਾਲ, ਇੱਕ ਪਿੰਡ ਦਾ ਨਾਮ ਮਟੌਰ, ਇੱਕ ਪਿੰਡ ਦਾ ਨਾਮ ਸੋਹਤਾ, ਇਹਨਾਂ 3-4 ਪਿੰਡਾਂ ਦੀ ਜ਼ਮੀਨ ਜਿਹੜੀ ਸੀ ਉਹ ਖਰੀਦੀ ਗਈ ਸੀ। ਇਸ ਕਰਕੇ ਉਹ ਤੁਹਾਡੀ ਜ਼ਮੀਨ ਸ਼ਬਦ ਵਰਤਦੇ ਨੇ ਕਿ ਜਿਹੜੀ ਤੁਹਾਡੀ ਖਰੀਦੀ ਹੋਈ ਜ਼ਮੀਨ ਦੇ ਉੱਪਰ ਅਸੀਂ ਕਬਜ਼ਾ ਕੀਤਾ ਹੈ, ਅਸੀਂ ਉਹ ਜ਼ਮੀਨ ਛੱਡ ਦੇਵਾਂਗੇ, ਤੁਹਾਡਾ ਇਲਾਕਾ ਤੁਹਾਨੂੰ ਵਾਪਸ ਦੇ ਦੇਵਾਂਗੇ, ਤੁਹਾਨੂੰ ਅਹੁਦੇ ਦਿੱਤੇ ਜਾਣਗੇ। ਬਸ ਗੱਲ ਇੰਨੀ ਹੈ, ਕਬੂਲ ਕਰ ਲੋ ਤੁਮ ਅਗਰ ਸ਼ਾਹ ਕੇ ਦੀਨ ਕੋ, ਤੁਸੀਂ ਸਾਡੇ ਸ਼ਾਹ ਦੇ ਦੀਨ ਨੂੰ ਤਸਲੀਮ ਕਰ ਲਓ। ਹੁਣ ਗੁਰੂ ਸਾਹਿਬ ਦੇ ਫਰਜ਼ੰਦਾਂ ਦਾ ਜਵਾਬ ਉਮਰ ਦੇ ਹਿਸਾਬ ਦੇ ਨਾਲ ਇਸ ਨੂੰ ਸਮਝਣ ਦਾ ਯਤਨ ਕਰਿਓ ਕਿ ਕਿੰਨੀ ਛੋਟੀ ਆਜੂ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦਾਂ ਦੀ ਮਾਨਸਿਕਤਾ ਦੀ ਅਵਸਥਾ ਕੀ ਹੈ। ਕਹਿੰਦੇ ਜ਼ੋਰ ਕਾ ਜ਼ੋਰ, ਜ਼ੋਰ ਦੇ ਨਾਲ, ਧੱਕੇ ਦੇ ਨਾਲ, ਜ਼ੋਰ ਕਾ ਜ਼ਿਕਰ ਨਹੀਂ ਹੈ ਕੁਰਾਨ में, ਪਰ ਸੱਚ ਨਹੀਂ ਹੈ तुम्हारे शाह के ईमान में। ਕਹਿੰਦੇ ਅਸੀਂ ਤੁਹਾਡੇ ਧਰਮ ਨੂੰ ਬੁਰਾ ਨਹੀਂ ਕਹਿੰਦੇ, ਅਸੀਂ ਕੁਰਾਨ ਸ਼ਰੀਫ ਨੂੰ ਬੁਰਾ ਨਹੀਂ ਕਹਿੰਦੇ, ਕਿਉਂਕਿ ਕੁਰਾਨ ਸ਼ਰੀਫ ਦੀ ਸਿੱਖਿਆ ਦਾ ਸਾਨੂੰ ਪਤਾ ਹੈ ਕਿ ਉਹਦੇ ਵਿੱਚ ਕਿਸੇ ਨੂੰ ਧੱਕੇ ਦੇ ਨਾਲ ਆਪਣੇ ਧਰਮ 'ਚ ਨਹੀਂ ਲਿਆਂਦਾ ਜਾਂਦਾ। ਪਰ ਤੁਹਾਡਾ ਜਿਹੜਾ ਸ਼ਾਹ ਹੈ ਉਹ ਤਾਂ ਆਪਣੇ ਇਸਲਾਮ ਦੇ ਧਰਮ ਦਾ ਪਾਬੰਦ ਹੀ ਨਹੀਂ ਹੈ, ਉਹ ਤੇ ਈਮਾਨ ਦੇ ਉੱਪਰ ਖਰਾ ਨਹੀਂ ਹੈਗਾ। ਤੁਹਾਨੂੰ ਯਾਦ ਹੋਵੇ ਇਹੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਲਿਖਦੀ ਸੀ, ਨਾ ਈਮਾ ਪਰਸਤੀ, ਨਾ ਔਜ਼ਾਏ ਦੀ, ਨਾ ਸਾਹਿਬ ਸ਼ਨਾਸੀ, ਨਾ ਮੁਹੰਮਦ ਜੀ ਕੀ। ਕਿ ਔਰੰਗਜ਼ੇਬ ਤੇਰੇ ਕੋਲ ਸਭ ਕੁਝ ਹੋਵੇਗਾ, ਪਰ ਤੇਰੇ 'ਚ ਘਾਟਾਂ ਇਹ ਨੇ ਕਿ ਤੂੰ ਈਮਾਨ ਦਾ ਖਰਾ ਨਹੀਂ ਹੈ। ਔਰ ਇਹੀ ਗੱਲ ਗੁਰੂ ਸਾਹਿਬ ਦੇ ਫਰਜ਼ੰਦ ਕਹਿ ਰਹੇ ਨੇ ਕਿ ਸਾਨੂੰ ਕਿਸੇ ਧਰਮ ਦੇ ਨਾਲ ਨਫ਼ਰਤ ਨਹੀਂ ਹੈ। ਤੁਸੀਂ ਹਿੰਦੂ ਹੋਵੋ ਤੁਹਾਨੂੰ ਮੁਬਾਰਕ ਹੈ, ਤੁਸੀਂ ਮੁਸਲਮਾਨ ਹੋਵੋ ਤੁਹਾਨੂੰ ਮੁਬਾਰਕ ਹੈ, ਪਰ ਕਹਿੰਦੇ ਗੱਲ ਤੇ ਇਹ ਹੈ ਕਿ ਸਾਨੂੰ ਤੁਹਾਡੇ ਅਕੀਦੇ ਦੀ ਵਿਚਾਰਧਾਰਾ ਦਾ ਪਤਾ ਹੈ। ਸਾਨੂੰ ਤੁਹਾਡੀ ਵਿਚਾਰਧਾਰਾ, ਤੁਹਾਡੇ ਧਰਮ ਦੀ ਜਿਹੜੀ ਪੁਸਤਕ ਹੈ ਉਹਦੇ ਵਿੱਚ ਕੀ ਕਿਹਾ ਗਿਆ ਸਾਨੂੰ ਉਸ ਦਾ ਪਤਾ ਹੈ ਕਿ ਜ਼ੋਰ ਕਾ ਜ਼ਿਕਰ ਨਹੀਂ ਤੁਹਾਰੇ ਕੁਰਾਨ ਵਿੱਚ, ਪਰ ਜਿਹੜਾ ਤੁਹਾਡਾ ਸ਼ਾਹ ਹੈ ਉਹਦਾ ਈਮਾਨ, ਉਹਦੀ ਨੀਅਤ ਸਾਫ਼ ਨਹੀਂ ਹੈ। ਉਸ ਤੋਂ ਬਾਅਦ ਫਿਰ ਅਗਲੀ ਗੱਲ ਕੀਤੀ ਜਾਂਦੀ ਹੈ ਕਿ ਤੁਹਾਨੂੰ ਸਾਡੇ ਸ਼ਾਹ ਤੋਂ ਡਰ ਨਹੀਂ ਆਉਂਦਾ। ਪਰ ਜੇਕਰ ਡਰ ਨਹੀਂ ਆਉਂਦਾ ਤਾਂ ਫਿਰ ਇੱਕ ਗੱਲ ਦੱਸੋ ਕਿ ਤੁਸੀਂ ਕਰ ਕੀ ਸਕਦੇ ਹੋ। ਤੇ ਇਹਦੇ ਵਿੱਚ ਬਿਹਤਰੀ ਨਹੀਂ ਹੈ ਕਿ ਤੁਸੀਂ ਸਾਡੇ ਸ਼ਾਹ ਤੋਂ ਡਰ ਕੇ ਉਹਦੇ ਧਰਮ ਨੂੰ ਤਸਲੀਮ ਕਰਕੇ ਉਹਦੀ ਪਰਜਾ ਬਣ ਕੇ ਖੁਸ਼ੀ ਦੇ ਨਾਲ ਰਹੋ। ਤੇ ਉਸ ਵੇਲੇ ਸਾਹਿਬਜ਼ਾਦਿਆਂ ਦਾ ਜਵਾਬ ਪਤਾ ਕੀ ਹੈ? ਕਹਿੰਦੇ ਕਿ ਬੇਸ਼ੱਕ ਤੁਸੀਂ ਕਹਿੰਦੇ ਹੋ ਕਿ ਸਾਡਾ ਸ਼ਾਹ ਬੜਾ ਨੇਕ ਨੀਅਤ ਹੈ, ਬੜਾ ਧਰਮੀ ਪੁਰਸ਼ ਹੈ, ਉਹਦੇ ਕੋਲ ਡਰ ਕੇ ਰਹੋ, ਉਹਦੀ ਰਿਆਇਆ ਬਣ ਕੇ ਰਹੋ, ਉਹਦੀ ਪਰਜਾ ਬਣ ਕੇ ਰਹੋ, ਪਰ ਸਾਨੂੰ ਸਾਰਾ ਪਤਾ ਹੈ। ਸਵਾਲ ਕੀਤਾ ਹੋਵੇਗਾ ਕੀ ਪਤਾ ਤੁਹਾਨੂੰ? ਕਹਿੰਦੇ ਵੇਖੋ ਅਸੀਂ ਤੁਹਾਡੇ ਬਾਦਸ਼ਾਹ ਦੇ ਬਾਰੇ ਦੱਸਦੇ ਹਾਂ, ਪੜ੍ਹ ਕੇ ਨਮਾਜ਼ ਪਿਤਾ ਕੋ ਜੋ ਕਰਤਾ ਕੈਦ ਹੋ। ਕਹਿੰਦੇ ਅਸੀਂ ਤੁਹਾਡੇ ਬਾਪ ਦੇ ਬਾਰੇ ਕੀ ਦੱਸੀਏ? ਅਸੀਂ ਤੁਹਾਡੇ ਸ਼ਾਹ ਦੇ ਬਾਰੇ ਦੱਸਦੇ ਹਾਂ ਕਿ ਤੁਹਾਡਾ ਸ਼ਾਹ ਜਿਹੜਾ ਔਰੰਗਜ਼ੇਬ ਹੈ ਉਹ ਮੁਕੱਦਸ ਕੁਰਾਨ ਸ਼ਰੀਫ ਨੂੰ ਪੜ੍ਹਨ ਦਾ ਤਾਂ ਬਹਾਨਾ ਕਰਦਾ ਹੈ ਕਿ ਮੈਂ ਬੜਾ ਧਰਮੀ ਪੁਰਸ਼ ਹਾਂ, ਤੇ ਆਪਣੇ ਬਾਪ ਨੂੰ ਉਹਨੇ ਕੈਦ ਦੇ ਵਿੱਚ ਸੁੱਟਿਆ। ਸ਼ਾਹਜਹਾਨ ਨੂੰ ਕੈਦ ਦੇ ਵਿੱਚ, ਆਪਣੇ ਬਾਪ ਨੂੰ ਕੈਦ 'ਚ ਕਤਲ ਕੀਤਾ।
ਕਹਿੰਦਾ ਕਤਲ ਪਿਤਾ ਕਾ ਖੁਸ਼ੀ ਕੀ ਨਵੈਦ ਹੋ, ਕਹਿੰਦਾ ਆਪਣੇ ਬਾਪ ਦੇ ਉੱਪਰ ਕਤਲ ਦੇ ਉੱਪਰ ਖੁਸ਼ੀ ਮਨਾਉਣੀ, ਆਪ ਕਤਲ ਕਰਕੇ, ਇਹ ਕਿਹੜੀ ਇਨਸਾਨੀਅਤ ਤੇ ਕਿਹੜਾ ਈਮਾਨ ਹੈ। ਕਤਲੇ ਬਰਾਦਰਾਂ ਜਿਸਕਾ ਮਾਮੂਲੀ ਸੈਦ ਹੋ, ਆਪਣੇ ਭਰਾਵਾਂ ਤੇ ਪੁੱਤਰਾਂ ਦਾ ਕਤਲ ਕਰਨਾ ਤੇ ਉਹਦੇ ਵਾਸਤੇ ਸ਼ਿਕਾਰ ਕਰਨਾ ਸੀ। ਦਾਰਾ ਸ਼ਿਕੋ ਨੂੰ ਮਾਰਿਆ, ਮੁਰਾਦ ਨੂੰ ਮਾਰਿਆ, ਇੱਥੋਂ ਤੱਕ ਕਿ ਔਰੰਗਜ਼ੇਬ ਨੇ ਆਪਣੇ ਪੁੱਤਰ ਮੁਹੰਮਦ ਅਕਬਰ ਨੂੰ ਵੀ ਕਤਲ ਕਰ ਦਿੱਤਾ ਸੀ। ਤੇ ਹੁਣ ਪਤਾ ਕੀ ਕਹਿੰਦੇ ਨੇ, ਕਹਿੰਦੇ ਬਾਪ ਦਾ ਕਾਤਲ, ਬੇਟੀ ਦਾ ਕਾਤਲ, ਭਰਾਵਾਂ ਦਾ ਕਾਤਲ, ਪੁੱਤਰਾਂ ਦਾ ਕਾਤਲ, ਤੇ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਇਹਦੀ ਰਿਆਇਆ ਬਣ ਕੇ, ਇਹਦੀ ਪਰਜਾ ਬਣ ਕੇ ਰਹਿ ਲਓ। ਕਹਿੰਦੇ ਖਲਕ ਕੋ ਉਸਸੇ ਨੇਕੀ ਕੀ ਭਲਾ ਕਿਆ ਉਮੀਦ ਹੋ, ਜਿਹੜਾ ਆਪਣੇ ਪਰਿਵਾਰ ਦਾ ਭਲਾ ਤੇ ਆਪਣੇ ਪਰਿਵਾਰ ਦੀ ਰੱਖਿਆ ਨਹੀਂ ਕਰ ਸਕਿਆ, ਉਹ ਲੋਕਾਂ ਦਾ ਭਲਾ ਕਿੱਥੇ ਕਰ ਸਕਦਾ। ਬਹੁਤ ਜ਼ਿਆਦਾ ਇਸ ਗੱਲ ਦਾ ਰੰਜ, ਇਸ ਗੱਲ ਦਾ ਗੁੱਸਾ ਵਜ਼ੀਰ ਖਾਨ ਨੂੰ ਆਇਆ। ਪਰ ਵਜ਼ੀਰ ਖਾਨ ਇੱਕ ਗੱਲ ਸਮਝਦਾ ਸੀਗਾ ਕਿ ਜੇਕਰ ਇਹਨਾਂ ਨੂੰ ਦੀਨੇ ਇਸਲਾਮ ਦੇ ਵਿੱਚ ਲਿਆਂਦਾ ਜਾਵੇ ਤਾਂ ਉਹ ਮੇਰੇ ਵਾਸਤੇ ਵੱਡੀ ਜਿੱਤ ਹੈ। ਕਿਉਂਕਿ ਫਰਜ਼ੰਦਾਂ ਨੂੰ, ਗੁਰੂ ਸਾਹਿਬ ਦਿਆਂ ਨੂੰ, ਛੋਟਿਆਂ ਛੋਟਿਆਂ ਨੂੰ ਕਤਲ ਕਰ ਦੇਣਾ, ਉਹ ਇਹ ਸਮਝਦਾ ਸੀਗਾ ਕਿ ਮੇਰੇ ਵਾਸਤੇ ਇੱਕ ਛੋਟੀ ਜਿੱਤ ਤਾਂ ਹੋ ਸਕਦੀ ਹੈ, ਪਰ ਨੈਤਿਕ ਤੌਰ ਤੇ ਮੇਰੀ ਵੱਡੀ ਜਿੱਤ ਇਹ ਹੈ ਕਿ ਜੇਕਰ ਗੁਰੂ ਸਾਹਿਬ ਦੀ ਮਾਤਾ ਨੂੰ ਤੇ ਗੁਰੂ ਸਾਹਿਬ ਦੇ ਫਰਜ਼ੰਦਾਂ ਨੂੰ ਦੀਨੇ ਇਸਲਾਮ ਦੇ ਵਿੱਚ ਲਿਆਂਦਾ ਜਾਵੇ। ਦੂਸਰੇ ਦਿਨ ਦੀ ਕਚਹਿਰੀ ਦਾ ਜਿਹੜਾ, ਅਦਾਲਤ ਦਾ ਜਿਹੜਾ ਕੰਮ ਸੀ, ਉਹ ਵੀ ਖਤਮ ਹੋਇਆ ਤੇ ਗੁਰੂ ਸਾਹਿਬ ਦੇ ਫਰਜ਼ੰਦ ਫਿਰ ਮਾਤਾ ਦੀ ਗੋਦ ਦੇ ਵਿੱਚ। ਅੱਜ ਜੋ ਕੁਝ ਹੋਇਆ ਉਹ ਸਭ ਕੁਝ ਫਿਰ ਆਪਣੀ ਦਾਦੀ ਮਾਂ ਦੇ ਨਾਲ ਸਾਂਝਾ ਕੀਤਾ ਕਿ ਕਿਸ ਕਿਸ ਤਰ੍ਹਾਂ ਦੇ ਨਾਲ ਸਾਨੂੰ ਔਰੰਗਜ਼ੇਬ ਦੇ ਡਰਾਵੇ ਵੀ ਦਿੱਤੇ ਗਏ ਤੇ ਔਰੰਗਜ਼ੇਬ ਦਾ ਵਾਸਤਾ ਦੇ ਕੇ ਜਾਂ ਫਿਰ ਉਹਦੇ ਧਰਮ ਦੀਆਂ ਚੰਗਿਆਈਆਂ ਨੂੰ ਦੱਸ ਕੇ ਸਾਨੂੰ ਦੀਨ ਇਸਲਾਮ ਦੇ ਵਿੱਚ ਲਿਆਉਣ ਦਾ ਯਤਨ ਵੀ ਕੀਤਾ ਗਿਆ। ਪਰ ਅਸੀਂ ਦਾਦੀ ਮਾਂ ਜਿਹੜਾ ਸਬਕ ਤੇਰੇ ਕੋ ਪੜ੍ਹ ਕੇ ਗਏ ਸੀ ਨਾ ਕਿ ਤੁਰਕ ਨਹਿ ਬਨੇ ਹੈ ਕਭੀ ਧਰਮ ਨਹਿ ਤਜੇ ਹੈ, ਆਪਣੇ ਸੀਸ ਭੇਟ ਦਿਓ ਹੈ ਜੈਸੇ ਵੱਡਿਓ ਨੇ ਕੀਏ ਹੈ। ਅਸੀਂ ਆਪਣੇ ਪ੍ਰਣ ਦੇ ਉੱਪਰ ਪੂਰੇ ਉਤਰੇ ਤੇ ਅਸੀਂ ਹਰ ਗੱਲ ਦਾ ਜਵਾਬ ਸੂਬੇ ਦੀ ਕਚਹਿਰੀ ਦੇ ਵਿੱਚ ਬੜੀ ਜ਼ੁਰਤ ਦੇ ਨਾਲ ਦਿੱਤਾ। ਸਾਰੀ ਰਾਤ ਉਸੇ ਤਰ੍ਹਾਂ ਹੀ ਬੀਤਣੀ ਸੀ ਜਿਸ ਤਰ੍ਹਾਂ ਮੈਂ ਪਹਿਲੀ ਰਾਤ ਦਾ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਦਾਦੀ ਮਾਂ ਆਪਣੇ ਬੱਚਿਆਂ ਨੂੰ ਨਿੱਘ ਦੇ ਕੇ ਸਵਾਉਣ ਦਾ ਤੇ ਨਿੱਘ ਰੱਖਣ ਦਾ ਯਤਨ ਕਰਦੀ ਹੈ। ਹੁਣ ਵੀ ਵੇਖੋ ਸਰਦੀਆਂ ਦੇ ਦਿਨ ਨੇ, ਅਸੀਂ ਸਾਰਿਆਂ ਕੱਪੜੇ ਪਾਏ ਹੋਏ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਠੰਡ ਮਹਿਸੂਸ ਕਰ ਰਹੇ ਹਾਂ। ਕਿਤੇ ਅਸੀਂ ਉਸ ਵਕਤ, ਉਸ ਘੜੀ, ਉਸ ਅਸਥਾਨ ਤੇ ਉਸ ਠੰਡ ਦਾ ਚਿੰਤਨ ਕਰੀਏ ਤਾਂ ਫਿਰ ਪਤਾ ਲੱਗਦਾ ਹੈ ਕਿ ਉਸ ਸਮੇਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਤਸੀਹਾ ਸੀ। ਇਹ ਵੀ ਇੱਕ ਬਹੁਤ ਵੱਡਾ ਤਸੀਹਾ ਸੀ। ਅਕਸਰ ਹੁਣ ਵੀ ਤੁਸੀਂ ਵੇਖਦੇ ਹੋ ਨਾ, ਕਈ ਵਾਰੀ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਜਦੋਂ ਕਿਸੇ ਚੋਰ ਨੂੰ, ਕਿਸੇ ਕਾਤਲ ਨੂੰ ਥੋੜਾ ਤਸ਼ੱਦਦ ਕਰਨਾ ਹੁੰਦਾ, ਟਾਰਚਰ ਕਰਨਾ ਹੁੰਦਾ, ਤੇ ਉਹਨੂੰ ਬੜੇ ਘੱਟ ਟੈਂਪਰੇਚਰ ਵਾਲੇ ਜਾਂ ਜਿੱਥੇ ਬਰਫ਼ ਜੰਮ ਜਾਂਦੀ ਹੈ ਉਵੇਂ ਦੇ ਕਮਰੇ ਦੇ ਵਿੱਚ ਰੱਖਿਆ ਜਾਂਦਾ ਤੇ ਬੰਦਾ ਬੜਾ ਦੁਖੀ ਹੁੰਦਾ, ਬਹੁਤ ਛੇਤੀ ਆਪਣਾ ਜ਼ੁਲਮ ਇਕਬਾਲ ਕਰ ਲੈਂਦਾ। ਮੈਂ ਜੋ ਕੀਤਾ ਉਸ ਨੂੰ ਝੱਟ ਮੰਨ ਲੈਂਦਾ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਤਸੀਹਾ ਸੀ ਕਿ ਠੰਡੇ ਬੁਰਜ ਦੇ ਵਿੱਚ ਜਿਹਦੇ ਆਸੇ-ਪਾਸੇ ਕੋਈ ਦਰਵਾਜ਼ਾ ਨਹੀਂ, ਇੰਨੀ ਉਚਾਈ ਦੇ ਉੱਪਰ ਕੋਈ ਕੱਪੜੇ ਨਹੀਂ, ਔਰ ਇਸ ਅਵਸਥਾ ਦੇ ਵਿੱਚ ਉਹਨਾਂ ਨੂੰ ਰੱਖਣਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਤਸੀਹਾ ਸੀ। ਸਾਰੀ ਰਾਤ ਫਿਰ ਉਸ ਤਰ੍ਹਾਂ ਬੀਤੀ। ਸਵੇਰੇ ਫਿਰ ਦਾਦੀ ਮਾਂ ਨੇ ਉਸੇ ਤਰ੍ਹਾਂ ਹੀ ਆਪਣੇ ਪੁੱਤਰਿਆਂ ਨੂੰ ਗੋਦੀ ਦੇ ਵਿੱਚ ਬਿਠਾ ਕੇ ਨਿਤਨੇਮ ਕੀਤਾ ਤੇ 12 ਭੋਹ ਸੂਬੇ ਦੀ ਕਚਹਿਰੀ ਦਾ ਤੀਸਰਾ ਦਿਨ ਫਿਰ ਉਹੀ ਹਾਲਾਤ ਜਿਹੜੇ ਮੈਂ ਪਹਿਲਾਂ ਵੀ ਸਾਂਝੇ ਕਰ ਚੁੱਕਾ ਕਿ ਉਸੇ ਤਰ੍ਹਾਂ ਵਜ਼ੀਰ ਖਾਨ ਦਾ ਦਰਬਾਰ ਲੱਗਾ ਹੋਇਆ। ਪਰ ਅੱਜ ਦਰਬਾਰ ਦੇ ਵਿੱਚ ਮਲੇਰਕੋਟਲੇ ਵਾਲਾ ਸ਼ੇਰ ਮੁਹੰਮਦ ਖਾਨ ਵੀ ਆ ਗਿਆ। ਜਿੱਥੇ ਸੁੱਚਾਨੰਦ ਸੀ, ਜਿੱਥੇ ਹੋਰ ਕਈ ਹਾਕਮ ਸਨ, ਉੱਥੇ ਹੁਣ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਉੱਥੇ ਬੈਠਾ। ਸ਼ੇਰ ਮੁਹੰਮਦ ਖਾਨ ਨੂੰ ਇਸ ਅੱਜ ਦੇ ਦਰਬਾਰ ਦੇ ਵਿੱਚ ਇਸ ਕਰਕੇ ਸ਼ਿਰਕਤ ਕਰਨ ਦਾ ਤੇ ਤਸ਼ਰੀਫ ਰੱਖਣ ਦਾ ਮੌਕਾ ਦਿੱਤਾ ਗਿਆ ਕਿਉਂਕਿ ਉਹਦਾ ਭਰਾ ਤੇ ਭਤੀਜਾ ਖਵਾਜਾ ਖਿਜ਼ਰ ਮਹਿਮੂਦ ਅਲੀ ਖਾਨ ਤੇ ਨਾਹਰ ਖਾਨ, ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ ਮਾਰਿਆ ਗਿਆ ਸੀ ਤੇ ਇੱਕ ਸਾਹਿਬਜ਼ਾਦਾ ਅਜੀਤ ਸਿੰਘ ਦੇ ਹੱਥੋਂ ਮਾਰਿਆ ਗਿਆ ਸੀ। ਕੁਦਰਤਨ ਜਿਸ ਸ਼ਖਸ ਦਾ ਪਿਓ, ਜਿਸ ਸ਼ਖਸ ਦਾ ਭਰਾ, ਜਿਸ ਦਾ ਭਤੀਜਾ ਇਵੇਂ ਦੀ ਜੰਗ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਮਾਰਿਆ ਜਾਵੇ ਤੇ ਦੁਸ਼ਮਣ ਦੇ ਪ੍ਰਤੀ ਉਹਦੇ ਮਨ ਦੇ ਵਿੱਚ ਰੋਹ ਜ਼ਿਆਦਾ ਹੁੰਦਾ। ਉਹਨੂੰ ਇਸ ਕਰਕੇ ਬਿਠਾਇਆ ਗਿਆ ਸੀਗਾ ਕਿ ਉਹ ਬੜੀ ਸਖਤੀ ਦੇ ਨਾਲ ਪੇਸ਼ ਆਵੇਗਾ
ਤੇ ਜਿੰਨੀ ਉਹ ਸਖਤੀ ਦੇ ਨਾਲ ਪੇਸ਼ ਆਵੇਗਾ, ਉਹਦਾ ਕਾਰਨ ਇਹ ਹੋਵੇਗਾ ਕਿ ਇਹ ਜਿਹੜੇ ਫਰਜ਼ੰਦ ਜਾਂ ਇਹ ਜਿਹੜੇ ਉਹਨਾਂ ਦੀ ਭਾਸ਼ਾ ਦੇ ਵਿੱਚ ਬੱਚੇ ਦਰਬਾਰ ਦੇ ਵਿੱਚ ਪੇਸ਼ ਕੀਤੇ ਗਏ ਨੇ, ਇਹਨਾਂ ਦੇ ਭਰਾ ਨੇ ਤੇ ਇਹਨਾਂ ਦੇ ਬਾਪ ਨੇ ਉਹਦਾ ਭਰਾ ਤੇ ਉਹਦਾ ਭਤੀਜਾ ਮੈਦਾਨੇ ਜੰਗ 'ਚ ਕਤਲ ਕੀਤਾ, ਤੇ ਇਹ ਸਖਤੀ ਦੇ ਨਾਲ ਪੇਸ਼ ਆਵੇਗਾ। ਸਾਹਿਬਜ਼ਾਦਿਆਂ ਨੂੰ ਫਿਰ ਉਸ ਜਗ੍ਹਾ ਦੇ ਉੱਪਰ, ਉਸੇ ਸਥਾਨ ਦੇ ਉੱਪਰ, ਉਸੇ ਅਦਾਲਤ ਦੇ ਵਿੱਚ ਬੁਲਾਇਆ ਜਾਂਦਾ ਹੈ। ਫਿਰ ਗੱਲ ਇੱਥੋਂ ਸ਼ੁਰੂ ਕੀਤੀ ਜਾਂਦੀ ਹੈ। ਇੱਕ ਮੁਸਲਮਾਨ ਇਤਿਹਾਸਕਾਰ ਨੇ ਬੜੀ ਪਿਆਰੀ ਗੱਲ ਕੀਤੀ ਹੈ, ਉਹਦੇ ਵਿੱਚ ਕਿੰਨਾ ਸੱਚ ਹੈ ਅੱਜ ਦੇ ਸਮੇਂ 'ਚ ਅਸੀਂ ਨਹੀਂ ਸਮਝ ਸਕਦੇ, ਪਰ ਉਹਨੇ ਕਿਹਾ ਕਿ ਅੱਜ ਇੱਕ ਵੱਖਰੇ ਤਰੀਕੇ ਦੇ ਨਾਲ ਉਹਨਾਂ ਗੁਰੂ ਸਾਹਿਬ ਦੇ ਫਰਜ਼ੰਦਾਂ ਦੀ ਮਾਨਸਿਕਤਾ ਨੂੰ ਪਰਖਣ ਦਾ ਯਤਨ ਕੀਤਾ ਗਿਆ। ਕਹਿੰਦਾ ਇੱਕ ਛੋਟੇ ਜਿਹੇ ਪਲੰਘ ਦੇ ਉੱਪਰ ਕੁਝ ਖਿਡੌਣੇ ਰੱਖ ਦਿੱਤੇ, ਕੁਝ ਤਲਵਾਰਾਂ ਰੱਖ ਦਿੱਤੀਆਂ, ਕੁਝ ਹੋਰ ਖਾਣ ਵਾਲੀਆਂ ਚੀਜ਼ਾਂ ਰੱਖ ਦਿੱਤੀਆਂ, ਤੇ ਜਦੋਂ ਸਾਹਿਬਜ਼ਾਦੇ ਲੰਘੇ ਉਸ ਦੇ ਕੋਲੋਂ ਤੇ ਉਹਨਾਂ ਨੇ ਤਲਵਾਰਾਂ ਛੋਟੀਆਂ-ਛੋਟੀਆਂ ਚੁੱਕ ਲਈਆਂ। ਤਾਂ ਉਸ ਵੇਲੇ ਫਿਰ ਜਿਹੜਾ ਉਸ ਦਾ ਵਜ਼ੀਰ ਹੈ ਇੱਕ ਸਵਾਲ ਕਰਦਾ ਹੈ, ਕਹਿੰਦਾ ਕਿ ਤੁਸੀਂ ਤਲਵਾਰਾਂ ਕਿਉਂ ਚੁੱਕਦੇ ਹੋ? ਤੁਸੀਂ ਖਿਡੌਣੇ ਵੀ ਚੁੱਕ ਸਕਦੇ ਸੀ, ਤੁਸੀਂ ਕੋਈ ਖਾਣ ਵਾਲੀ ਚੀਜ਼ ਵੀ ਚੁੱਕ ਸਕਦੇ ਸੀ, ਤੁਸੀਂ ਤਲਵਾਰਾਂ ਕਿਉਂ ਚੁੱਕਦੇ ਹੋ? ਤਾਂ ਉਹ ਕਹਿੰਦੇ ਨੇ ਕਿ ਤਲਵਾਰ ਚੁੱਕਣ ਦੇ ਵਾਸਤੇ ਤੁਹਾਡੇ ਪੈਦਾ ਕੀਤੇ ਹਾਲਾਤਾਂ ਨੇ ਮਜਬੂਰ ਕੀਤਾ ਹੈ। ਇਹੀ ਗੱਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ 'ਚ ਕਹੀ ਸੀ ਨਾ, ਬਾ ਲਾਚਾਰਗੀ ਦਰਮਿਆ ਆਮਦਮ ਬਾ ਤਦਬੀਰ ਤੀਰੋ ਤਫੰਗ ਆਮਦਮ, ਕਿ ਹਥਿਆਰ ਸ਼ੌਕ ਦੇ ਨਾਲ ਨਹੀਂ ਚੁੱਕੇ, ਬਲਕਿ ਤੁਸੀਂ ਲੋਕਾਂ ਦੇ ਉੱਪਰ ਜ਼ੁਲਮ ਇੰਨੇ ਕੀਤੇ ਨੇ ਕਿ ਲਾਚਾਰਗੀ ਦੇ ਵਿੱਚ ਹਥਿਆਰ ਚੁੱਕਣੇ ਪਏ ਨੇ। ਹੁਣ ਦੋ ਧਿਰਾਂ ਜਿਹੜੀਆਂ ਉਸ ਵੇਲੇ ਉਸ ਕਚਹਿਰੀ ਦੇ ਵਿੱਚ ਨੇ, ਦੋ ਵਿਚਾਰਧਾਰਾਵਾਂ ਨੇ, ਉਹਨਾਂ ਦੋਵਾਂ ਵਿਚਾਰਧਾਰਾਵਾਂ ਨੂੰ ਸੰਬੋਧਿਤ ਹੋਣਾ ਹੈ ਗੁਰੂ ਸਾਹਿਬ ਦੇ ਫਰਜ਼ੰਦਾਂ ਨੇ। ਉਹ ਕਹਿੰਦੇ ਨੇ ਕਿ ਜ਼ੁਲਮ ਸੇ ਰੋਕਾ, ਕਹਿੰਦੇ ਤਲਵਾਰ ਤਾਂ ਚੁੱਕੀ, ਜ਼ੁਲਮ ਸੇ ਰੋਕਾ ਤਾਂ ਮੁਸਲਮਾਨ ਵਿਗੜ ਗਏ। ਇਹ ਜਿਹੜਾ ਦੇਸ਼ ਦਾ ਮੁਸਲਮਾਨ ਹਾਕਮ ਸੀ, ਜਦੋਂ ਇਹ ਲੋਕਾਂ ਤੇ ਜ਼ੁਲਮ ਕਰਦਾ ਸੀ ਤੇ ਸਾਡੇ ਵਡੇਰਿਆਂ ਨੇ ਜਾਂ ਅਸੀਂ ਜਾਂ ਸਾਡੇ ਬਾਪ ਨੇ ਇਹਨਾਂ ਨੂੰ ਜ਼ੁਲਮ ਕਰਨ ਤੋਂ ਰੋਕਿਆ ਤੇ ਇਹ ਸਾਡੇ ਦੁਸ਼ਮਣ ਬਣ ਗਏ। ਬੁੱਤ ਪ੍ਰਸਤੀ ਸੇ ਰੋਕਾ ਤਾਂ ਹਿੰਦੂ ਬਿਟਰ ਗਏ। ਕਹਿੰਦਾ ਜੇ ਅਸੀਂ ਕਿਹਾ ਕਿ ਅਸੀਂ ਇੱਕ ਇਮਾਨ ਨੂੰ ਤੇ ਇੱਕ ਅਕਾਲ ਨੂੰ ਮੰਨਣ ਵਾਲੇ ਆ, ਤੇ ਜਿਹੜੇ ਥਾਂ-ਥਾਂ ਦੇ ਉੱਪਰ ਮੂਰਤੀਆਂ ਰੱਖ ਕੇ ਦੇਵਤਿਆਂ ਦੀ ਪੂਜਾ ਕਰਨ ਵਾਲੇ ਸੀ, ਇਹ ਸਾਡੇ ਦੁਸ਼ਮਣ ਬਣ ਬੈਠੇ। ਇਹੀ ਗੱਲ ਗੁਰੂ ਸਾਹਿਬ ਨੇ ਜ਼ਫਰਨਾਮੇ 'ਚ ਵੀ ਕਹੀ ਹੈ ਕਿ ਇਹ ਜਿਹੜੇ ਮਨਮ ਕੁਸ਼ਤਨਮ ਕੋਹਿਆ ਪੁਰਫਿਤਨ ਕਿ ਊ ਬੁੱਤ ਪ੍ਰਸਤਨ ਮਨਨ ਬੁੱਤ ਸ਼ਿਕਨ, ਕਿ ਇਹ ਪਹਾੜੀ ਰਾਜੇ ਇਸ ਕਰਕੇ ਸਾਡੇ ਵੈਰੀ ਬਣ ਗਏ। ਔਰੰਗਜ਼ੇਬ ਤਾਂ ਵੈਰੀ ਇਸ ਕਰਕੇ ਇਸ ਕੀ ਅਸੀਂ ਉਸਦੇ ਜ਼ੁਲਮ ਦੇ ਖਿਲਾਫ ਖੜੇ ਹੋਏ। ਪਹਾੜੀ ਰਾਜੇ ਅਕਾਰਨ ਹੀ ਵੈਰੀ ਇਸ ਕਰਕੇ ਬਣ ਗਏ ਕਿ ਇਹਨਾਂ ਦਾ ਅਕੀਦਾ ਸਾਡੇ ਨਾਲ ਮੇਲ ਨਹੀਂ ਸੀ ਖਾਂਦਾ। ਇਹ ਬੁੱਤ ਪ੍ਰਸਤੀ ਕਰਦੇ ਸੀ, ਬੁੱਤਾਂ ਦੀ ਪੂਜਾ ਕਰਦੇ ਸੀ, ਅਸੀਂ ਬੁੱਤ ਪ੍ਰਸਤ ਨਹੀਂ ਸੀ ਹੈਗਾ। ਫਿਰ ਅਗਲੀ ਗੱਲ ਕਹਿੰਦੇ ਤੇਗਾ ਜੋ ਉਠਾਇਆ, ਜਦੋਂ ਅਸੀਂ ਮੈਦਾਨੇ ਜੰਗ ਦੇ ਵਿੱਚ ਤਲਵਾਰ ਉਠਾਈ ਨਾ, ਫਿਰ ਜੋਸ਼ ਇਨਕੇ ਗਿਰ ਗਏ। ਕਹਿੰਦੇ ਫਿਰ ਇਹ ਸਾਡੇ ਸਾਹਮਣੇ ਲੜ ਵੀ ਨਾ ਸਕੇ। ਫਿਰ ਅਗਲੀ ਗੱਲ ਉਹ ਬੜੀ ਕਮਾਲ ਦੀ ਕਹਿੰਦੇ ਨੇ, ਕਹਿੰਦੇ ਹੁਣ ਤੁਹਾਨੂੰ ਅਸੀਂ ਅਸਲੀਅਤ ਦੱਸਦੇ ਹਾਂ। ਕਹਿੰਦੇ ਕਿ ਜਿਹੜਾ ਸੁੱਚਾ ਨੰਦ ਤੁਹਾਡੇ ਸਾਹਮਣੇ ਖੜਾ, ਇਹਨੂੰ ਆਪਣੇ ਦੇਵੀ ਦੇਵਤਿਆਂ ਤੇ ਮਾਣ ਤੇ ਹੋ ਸਕਦਾ ਹੈ, ਤੇ ਜਿਹੜਾ ਵਜ਼ੀਰ ਖਾਨ ਹੈ ਇਹ ਵੀ ਜ਼ੁਰਤ ਦੇ ਨਾਲ ਗੱਲ ਨਹੀਂ ਕਰ ਸਕਦਾ, ਇਹਨੂੰ ਆਪਣੀਆਂ ਫੌਜਾਂ ਦੇ ਉੱਪਰ ਮਾਣ ਹੋ ਸਕਦਾ ਹੈ, ਪਰ ਸਾਡੀ ਖੇਡ ਤਾਂ ਵੱਖਰੀ ਹੈ। ਉਹ ਕਹਿੰਦੇ ਫੌਜੋਂ ਪੇ ਨਾਜ ਤੁਮਕੋ, ਵਜ਼ੀਰ ਖਾਨ ਨੂੰ ਕਹਿੰਦੇ ਨੇ फौजों पे नाज तुमको इन्हें देवी पे मान है, आशिक है हम खुदा के हथेली पे जान है। साडी तां खेड ही वखरी है, ना असी फौजां तो डरीए ना तुहाडे कर्मकांडां तो डरीए, असी तां है हम खुदा के हथेली पे जान है। उस वेले फिर सच्चानंद ने एक गल कही है, जदों सच्चानंद की गल आउंदी है ना, ये गल शाही काजी ने क्यों नहीं कही, क्योंकि जिहड़ा स्टेट का टूल बन जांदा ना, ਜਿਹੜਾ ਸਟੇਟ ਦੀ ਗੁਲਾਮੀ ਦੇ ਵਿੱਚ ਪੀੜਤ ਧਿਰ ਜਦੋਂ ਆ ਜਾਂਦੀ ਹੈ, ਉਹ ਹਮੇਸ਼ਾ ਆਪਣੇ ਲੋਕਾਂ ਤੇ ਜ਼ਿਆਦਾ ਜ਼ੁਲਮ ਕਰਨ ਦਾ ਕੋਸ਼ਿਸ਼ ਕਰਦਾ ਕਿ ਉਹ ਹਕੂਮਤ ਦੀਆਂ ਨਜ਼ਰਾਂ ਦੇ ਵਿੱਚ ਚੰਗਾ ਰਵੇ। ਇਹ ਤੁਸੀਂ ਪਿਛਲੇ ਸਮੇਂ 'ਚ ਹੀ ਵੇਖਿਆ, ਉਹ ਚਾਹੇ KPS ਗਿੱਲ ਹੋਵੇ ਜਾਂ ਹੋਰ ਕੋਈ ਬੁੱਚੜ ਪੁਲਿਸ ਵਾਲੇ ਹੋਣ, ਉਹ ਸਿੱਖ ਹੀ ਹੁੰਦੇ ਨੇ। ਸਿੱਖ ਹੋਣ ਦੇ ਬਾਵਜੂਦ ਹੀ ਸਿੱਖਾਂ ਦੇ ਜ਼ੁਲਮ ਕਰਦੇ ਨੇ, ਕਿਉਂਕਿ ਉਹਨਾਂ ਨੇ ਹਕੂਮਤ ਦੀ ਨਜ਼ਰ ਦੇ ਵਿੱਚ ਚੰਗੇ ਰਹਿਣਾ ਹੁੰਦਾ। ਹੁਣ ਇਹੀ ਗੱਲ ਇੱਥੇ ਸੁੱਚਾਨੰਦ ਕਰ ਰਿਹਾ। ਸੁੱਚਾਨੰਦ ਕੀ ਕਹਿੰਦਾ ਹੈ ਵਜ਼ੀਰ ਖਾਨ ਨੂੰ, ਉਨ ਕਹਿਓ ਨਵਾਬ ਇਹ ਸਰਪ ਬਸੂਰੇ ਛੋਟੇ ਬੜੇ ਦੱਸੇਂਗੇ ਜ਼ਰੂਰੇ। ਵਜ਼ੀਰ ਖਾਨ ਜਿੰਨੀ ਛੇਤੀ ਹੋ ਸਕਦਾ ਹੈ ਇਹਨਾਂ ਨੂੰ ਛੇਤੀ ਤੋਂ ਛੇਤੀ ਖਤਮ ਕਰ ਦੇ। ਇਹ ਹੈ ਤੇ ਸੱਪ ਦੇ ਪੁੱਤ ਨਾ, ਇਹ ਬਿਸ਼ੂ ਦੇ ਪੁੱਤ ਨਾ, ਇਹ ਡੰਗ ਮਾਰਨਗੇ। ਉਨ ਕਹਿਓ ਨਵਾਬ ਇਹ ਸਰਪ ਬਸੂਰੇ ਛੋਟੇ ਬੜੇ ਦੱਸੇਂਗੇ ਜ਼ਰੂਰੇ। ਤੇ ਉਸ ਵੇਲੇ ਫਿਰ ਵਜ਼ੀਰ ਖਾਨ ਨੇ ਕਿਹਾ, ਕਹਿੰਦਾ ਸ਼ੇਰ ਮੁਹੰਮਦ ਖਾਨ ਤੇਰਾ ਭਰਾ
ਤੇਰਾ ਭਤੀਜਾ ਇਹਨਾਂ ਦੇ ਬਾਪ ਤੇ ਇਹਨਾਂ ਦੇ ਭਰਾਵਾਂ ਦੇ ਹੱਥੋਂ ਮੈਦਾਨੇ ਜੰਗ ਦੇ ਵਿੱਚ ਮਾਰਿਆ ਗਿਆ, ਕੀ ਵੇਖਦਾ? ਆਹ ਫੜ ਤੇਗ ਤੇ ਦੋਹਾਂ ਦੇ ਸਿਰ ਕਲਮ ਕਰ ਦੇ। ਤੇ ਉਸ ਵੇਲੇ ਜਿਸ ਨੂੰ ਅਸੀਂ ਹਾ ਦੇ ਨਾਰੇ ਦੀ ਗੱਲ ਕਰਦੇ ਹਾਂ, ਉਸ ਵੇਲੇ ਫਿਰ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਨੇ ਕਿਹਾ, ਬਦਲਾ ਹੀ लेना होगा तो हम लेंगे बाप से, महफूज रखे खुदा हमें ऐसे पाप से। कि ठीक है, मैनू दुख है, मेरा भरा मारिया गया, मेरा भतीजा मारिया गया, पर जेकर मैं पठान दा पुੱਤ ਹਾਂ ਤੇ मैदाने जंग दे विच बदला ਉਹਨਾਂ ਦੇ ਕੋਲ ਲਵਾਂਗਾ ਜਿਨ੍ਹਾਂ ਨੇ ਮੇਰਾ ਭਰਾ ਤੇ ਮੇਰਾ ਭਤੀਜਾ मैदाने जंग 'ਚ ਕਤਲ ਕੀਤੇ ਨੇ। ਇਹਨਾਂ ਮਾਸੂਮਾਂ ਦਾ ਕੀ ਦੋਸ਼ ਹੈ? ਇਹਨਾਂ ਮਾਸੂਮਾਂ ਦਾ ਕਤਲ ਕਰਕੇ ਮੈਂ ਆਪਣੀ ਕੁੱਲ ਨੂੰ ਦਾਗ ਨਹੀਂ ਲਾਉਣਾ ਚਾਹੁੰਦਾ। ਇਹ ਕਹਿ ਕੇ ਸ਼ੇਰ ਮੁਹੰਮਦ ਖਾਨ ਉੱਠ ਕੇ ਚਲਾ ਗਿਆ। ਵੈਸੇ ਉਹਨਾਂ ਦੇ ਪਰਿਵਾਰ ਦੇ ਕੋਲ ਕਿਤੇ ਤੁਹਾਨੂੰ ਜਾਣ ਦਾ ਮੌਕਾ ਮਿਲੇ, ਮੁਨੱਵਰ ਨਿਸਾ ਉਹਨਾਂ ਦੀ 8ਵੀਂ ਪੀੜ੍ਹੀ ਦੇ ਵਿੱਚੋਂ ਬੜੇ ਬਜ਼ੁਰਗ ਹੋ ਚੁੱਕੇ ਨੇ, 90 ਸਾਲ ਤੋਂ ਵੱਧ ਉਮਰ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ, 8ਵੀਂ ਪੀੜ੍ਹੀ 8ਵੀਂ। ਤੇ ਉਹਨਾਂ ਦੇ ਕੋਲ ਇੱਕ ਚਿੱਠੀ ਪਈ ਹੈ ਜਿਹੜੀ ਸ਼ੇਰ ਮੁਹੰਮਦ ਖਾਨ ਦੇ ਵੱਲੋਂ ਔਰੰਗਜ਼ੇਬ ਨੂੰ ਲਿਖੀ ਗਈ ਕਿ ਔਰੰਗਜ਼ੇਬ ਬੜਾ ਕਹਿਰ ਹੋਣ ਲੱਗਾ ਤੇਰੇ ਰਾਜ ਦੇ ਵਿੱਚ, ਗੁਰੂ ਸਾਹਿਬ ਦੇ ਛੋਟੇ ਛੋਟੇ ਫਰਜ਼ੰਦ ਜਿਹੜੇ ਨੇ ਉਹ ਕਤਲ ਕੀਤੇ ਜਾਣ ਲੱਗੇ ਨੇ। ਉਹਦੇ ਵਿੱਚ ਤਾਂ ਇੱਥੋਂ ਤੱਕ ਵੀ ਲਿਖਿਆ ਗਿਆ ਕਿ ਜੇਕਰ ਇਹ ਗੁਰੂ ਸਾਹਿਬ ਦੇ ਫਰਜ਼ੰਦ ਸਾਨੂੰ ਦੇ ਦਿੱਤੇ ਜਾਣ ਤਾਂ ਅਸੀਂ ਇਸ ਗੱਲ ਦਾ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਇਹ ਬਾਗੀਆਂ ਨਾਲ ਹਰਕਤ ਕੋਈ ਨਹੀਂ ਕਰਨਗੇ, ਪਰ ਇਹਨਾਂ ਨੂੰ ਕਤਲ ਨਾ ਕੀਤਾ ਜਾਵੇ। ਇਹ ਚਿੱਠੀ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਕੋਲ ਪਈ ਹੋਈ ਹੈ। ਇਸ ਚਿੱਠੀ ਦਾ ਜ਼ਿਕਰ ਡਾਕਟਰ ਗੰਡਾ ਸਿੰਘ ਨੇ ਵੀ ਕੀਤਾ। ਕਿਤੇ ਤੁਹਾਨੂੰ ਮਲੇਰਕੋਟਲੇ ਜਾਣ ਦਾ ਮੌਕਾ ਮਿਲੇ ਤੇ ਉਹਨਾਂ ਨੇ ਆਪਣੇ ਕਿਲੇ ਦੇ ਪਹਿਲੇ ਕਮਰੇ ਦੇ ਵਿੱਚ ਉਸ ਚਿੱਠੀ ਨੂੰ ਫਰੇਮ ਕਰਕੇ ਰੱਖਿਆ ਹੋਇਆ। ਉਸ ਦਾ ਚਿੱਠੀ ਤਾਂ ਫਾਰਸੀ ਦੇ ਵਿੱਚ ਹੈ, ਉਹਦਾ ਅੰਗਰੇਜ਼ੀ ਅਨੁਵਾਦ ਵੀ ਉਹਨਾਂ ਨੇ ਕੀਤਾ ਹੋਇਆ, ਤੁਸੀਂ ਜਾ ਕੇ ਪੜ੍ਹ ਸਕਦੇ ਹੋ। ਸੋ ਹੁਣ ਜਿਹੜਾ ਬੇਸ਼ੱਕ ਸ਼ੇਰ ਮੁਹੰਮਦ ਖਾਨ ਉੱਠ ਕੇ ਚਲਾ ਗਿਆ, ਪਰ ਸ਼ਾਹੀ ਕਾਜ਼ੀ ਨੇ ਫਤਵਾ ਸੁਣਾ ਦਿੱਤਾ ਗਿਆ ਕਿ ਕੱਲ ਇਹਨਾਂ ਨੂੰ ਕਤਲ ਕਰ ਦਿੱਤਾ ਜਾਵੇਗਾ। ਪਰ ਅੱਜ ਜਦੋਂ ਉਹ ਇਹ ਸੁਨੇਹਾ ਲੈ ਕੇ ਜਾਂ ਫਿਰ ਅਦਾਲਤ ਦੇ ਵਿੱਚ ਫੈਸਲਾ ਜਿਹੜਾ ਉਹਨਾਂ ਨੂੰ ਸੁਣਾਇਆ ਗਿਆ, ਜਦੋਂ ਉਸ ਫੈਸਲੇ ਨੂੰ ਸੁਣਨ ਤੋਂ ਬਾਅਦ ਆਪਣੀ ਦਾਦੀ ਮਾਂ ਵੱਲ ਦੌੜੇ ਜਾ ਰਹੇ ਨੇ, ਇਤਿਹਾਸਕਾਰ ਕਹਿੰਦੇ ਨੇ ਪਹਿਲੇ ਵੀ 2 ਦਿਨਾਂ ਤੋਂ ਵੱਧ ਤੇਜ਼ੀ ਤੇ ਰਵਾਨਗੀ ਹੈ ਉਹਨਾਂ ਦੀ ਚਾਲ ਦੇ ਵਿੱਚ। ਖੁਸ਼ੀ ਹੈ ਉਹਨਾਂ ਚਿਹਰਿਆਂ ਦੇ ਉੱਪਰ ਤੇ ਬੜੇ ਜੋਸ਼ ਦੇ ਨਾਲ ਜਕਾਰਾ ਛੱਡ ਕੇ ਦਾਦੀ ਮਾਂ ਨੂੰ ਕਹਿੰਦੇ ਨੇ ਕਿ ਦਾਦੀ ਮਾਂ, ਫੌਜ ਦੇ ਵੱਲੋਂ, ਵਜ਼ੀਰ ਖਾਨ ਦੇ ਵੱਲੋਂ, ਨਵਾਬ ਦੇ ਵੱਲੋਂ ਹੁਕਮ ਸੁਣਾ ਦਿੱਤਾ ਗਿਆ ਕਿ ਸਾਨੂੰ ਕੱਲ ਕਤਲ ਕਰ ਦਿੱਤਾ ਜਾਵੇਗਾ। ਕਿਤੇ ਉਹਨਾਂ ਪਲਾਂ ਨੂੰ, ਇਸ ਅਹਿਸਾਸ ਨੂੰ ਸਮਝਣ ਦਾ ਯਤਨ ਕਰਿਓ ਕਿ ਜਦੋਂ ਪੁੱਤਰਿਆਂ ਨੇ ਆ ਕੇ ਦਾਦੀ ਦੀ ਗੋਦ ਦੇ ਵਿੱਚ ਇਹ ਗੱਲ ਕਹੀ ਹੋਵੇਗੀ ਕਿ ਸਾਨੂੰ ਸਵੇਰੇ ਕਤਲ ਕਰ ਦਿੱਤਾ ਜਾਵੇਗਾ, ਦਾਦੀ ਮਾਂ ਨੇ ਘੁੱਟ ਕੇ ਸੀਨੇ ਦੇ ਨਾਲ ਲਾਇਆ। ਕੁਝ ਵਾਪਰੇ ਹੋਏ ਇਤਿਹਾਸਿਕ ਵਰਤਾਰਿਆਂ ਦੇ ਬਾਰੇ ਦੱਸਿਆ, ਕਿਉਂਕਿ ਜਦੋਂ ਅਸੀਂ ਮਾਤਾ ਗੁਜਰ ਕੌਰ ਦੀ ਗੱਲ ਕਰਦੇ ਹਾਂ ਤਾਂ ਮੈਨੂੰ ਸਫਰੀ ਸਾਹਿਬ ਦੀ ਗੱਲ ਬੜੀ ਯਾਦ ਆਉਂਦੀ ਹੈ ਕਿ ਮੇਰਾ ਨਾਂ ਗੁਜਰੀ, ਮੇਰੀ ਅੱਲ ਗੁਜਰੀ। ਗੁਜਰੀ ਲੋਕ ਮੈਨੂੰ ਤਾਂ ਹੀ ਆਖਦੇ ਨੇ ਜਿਹੜੀ ਆਈ ਉਹ ਸਿਰ ਤੇ ਝੱਲ ਗੁਜਰੀ, ਕਦੀ ਪਤੀ ਦਿੱਤਾ, ਕਦੀ ਪੋਤੇ ਦਿੱਤੇ, ਮੌਤ ਆਈ ਹੁਣ ਕਹਿੰਦੀ ਚੱਲ ਗੁਜਰੀ। ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ, ਪਲ ਪਲ ਗੁਜਰੀ। ਕਿੰਨੇ ਸ਼ਹੀਦ ਪਰਿਵਾਰ ਦੇ ਵਿੱਚ, ਪਤੀ ਸ਼ਹੀਦ, ਉਸ ਤੋਂ ਬਾਅਦ ਨਨਾਣ ਦੇ 5 ਪੁੱਤ ਸ਼ਹੀਦ, ਭਰਾ ਸ਼ਹੀਦ, ਪੋਤਰੇ ਸ਼ਹੀਦ, ਕਿੰਨੇ ਸ਼ਹੀਦ ਪਰਿਵਾਰ ਦੇ ਵਿੱਚ। ਔਰ ਸਾਰੀ ਜ਼ਿੰਦਗੀ ਕਿੰਨਾ ਕਸ਼ਟਾਂ ਦੇ ਵਿੱਚ, ਕਿੰਨਾ ਦੁੱਖਾਂ ਦੇ ਵਿੱਚ ਉਹਨਾਂ ਨੇ ਆਪਣੀ ਗੁਜ਼ਾਰੀ। ਪਰ ਅੱਜ ਦੀ ਰਾਤ ਬੜੀ ਵੱਖਰੀ ਹੈ ਕਿ ਜਿਸ ਵੇਲੇ ਪੋਤਰਿਆਂ ਨੇ ਸਵੇਰੇ ਸ਼ਹੀਦ ਹੋ ਜਾਣਾ ਤੇ ਅੱਜ ਉਹ ਪੋਤਰੇ ਦਾਦੀ ਮਾਂ ਦੀ ਗੋਦ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਹਨ। ਦਿਨ ਫਿਰ ਚੜਿਆ, ਰਾਤ ਉਸੇ ਤਰ੍ਹਾਂ ਹੀ ਬਤੀਤ ਹੋਵੇਗੀ। ਅੱਜ ਫਿਰ ਸਿਪਾਹੀ ਲੈਣ ਵਾਸਤੇ ਆਏ ਨੇ। ਰੋਜ਼ ਦਾਦੀ ਮਾਂ ਜਦੋਂ ਤੋਰਦੀ ਸੀ ਉਦੋਂ ਤੇ ਸਿਪਾਹੀਆਂ ਦੇ ਨਾਲ ਤੋਰ ਦਿੰਦੀ ਸੀ, ਪਰ ਅੱਜ ਉਹਨਾਂ ਨੂੰ ਕਹਿੰਦੀ ਕੁਛ ਚਿਰ ਰੁਕ ਜਾਓ। ਸਿਪਾਹੀ ਰੁਕੇ ਨੇ ਤੇ ਹੁਣ ਦਾਦੀ ਮਾਂ ਉਹਨਾਂ ਪੋਤਰਿਆਂ ਨੂੰ ਤਿਆਰ ਕਰ ਰਹੀ ਹੈ। ਇਸ ਦਾ ਜ਼ਿਕਰ ਹਕੀਮ ਮਿਰਜ਼ਾ ਅਲਾ ਯਾਰ ਖਾਂ ਜੋਗੀ ਲਿਖਦੇ ਨੇ, ਕਹਿੰਦੇ ਨੇ ਕਿ ਦਾਦੀ ਆਪਣੇ ਬੱਚਿਆਂ ਨੂੰ, ਆਪਣੇ ਪੋਤਰਿਆਂ ਨੂੰ ਤਿਆਰ ਕਰ ਰਹੀ ਹੈ ਕਿ ਉਹਨਾਂ ਨੇ ਅੱਜ ਸ਼ਹਾਦਤਾਂ ਪ੍ਰਾਪਤ ਕਰ ਜਾਣੀਆਂ। ਕਹਿੰਦੇ ਕਿ ਦਾਦੀ ਜਿਸ ਤਰ੍ਹਾਂ ਦੇ ਨਾਲ ਤਿਆਰ ਕਰ ਰਹੀ ਹੈ, ਉਹ ਕਹਿ ਰਹੀ ਹੈ ਕਿ लो आओ बेटा आओ, जरा मुंह दिला तो दूं, केसों को कंगी कर लूं, ताडे केसां नूं कंगी कर देवां, केसों को कंगी कर लूं, जरा मुंह दिला तो लूं,
नन्हे से सिरों पे कलगी सजा तो लूं, मरने से पहले तुमको दूल्हा बना तो लूं। बेटा ਅੱਜ ਤੁਸੀਂ ਮੌਤ ਨੂੰ ਵਿਆਹੁਣ ਜਾ ਰਹੇ ਹੋ ਤੇ ਅੱਜ ਮੈਂ ਤੁਹਾਨੂੰ ਆਪਣੇ ਹੱਥੀਂ ਤਿਆਰ ਕਰਕੇ ਭੇਜਾਂ। ਇਹ ਜਿਹੜੀ ਵਾਰਤਾਲਾਪ ਹੈ ਇਹ ਠੰਡੇ ਬੁਰਜ ਦੇ ਵਿੱਚ ਕੋਈ ਬਸਤਰ ਜਾਂ ਕੋਈ ਨਵੇਂ ਕੱਪੜੇ ਨਹੀਂ ਸੀ ਪਏ। ਇਹ ਮਹਿਜ਼ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਜਿਹੜਾ ਘਟਨਾਕ੍ਰਮ ਚੱਲ ਰਿਹਾ ਹੈ, ਕਵੀ ਨੇ ਉਸ ਨੂੰ ਸਿਰਜਣ ਦਾ ਯਤਨ ਕੀਤਾ ਹੈ। ਕਹਿੰਦਾ ਦੀਦਾ ਹੈ ਤਰਸੇ ਦਾਦੀ ਨੇ ਆਰਾਸਤਾ ਕੀਆ। ਕਹਿੰਦਾ ਕਿ ਦੀਦਾ ਹੈ ਤਰਸ, ਬੇਸ਼ੱਕ ਉਹਨਾਂ ਦੇ ਸਾਹਮਣੇ ਅੱਖਾਂ ਦੇ ਵਿੱਚ ਹੰਝੂ ਨਹੀਂ ਆਉਣ ਦਿੱਤੇ, ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਅਫਸੋਸ ਤਾਂ ਹੋਵੇਗਾ ਨਾ। ਦੋਵਾਂ ਬੱਚਿਆਂ ਨੂੰ ਤੋਰ ਦਿੱਤਾ। ਜਦੋਂ ਗੁਰੂ ਸਾਹਿਬ ਦੇ ਫਰਜ਼ੰਦ ਕਚਹਿਰੀ ਦੇ ਵਿੱਚ ਗਏ ਨੇ ਤੇ ਜਾਂਦਿਆਂ ਨੂੰ ਫਤਵਾ ਜਿਹੜਾ ਸੀ ਉਹ ਜਾਰੀ ਕਰ ਦਿੱਤਾ ਗਿਆ। ਇਹ 13 ਪੋ ਫਤਵਾ ਜਾਰੀ ਕਰ ਦਿੱਤਾ ਗਿਆ ਕਿ ਇਹਨਾਂ ਨੂੰ ਦੀਵਾਰ ਦੇ ਵਿੱਚ ਚਿਣ ਦਿੱਤਾ ਜਾਵੇ। ਦੀਵਾਰ ਦੇ ਵਿੱਚ ਚਿਣਨਾ ਉਹਨਾਂ ਸਮਿਆਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਰਵਾਇਤ ਸੀ ਕਿ ਕਈ ਵਾਰੀ ਦੀਵਾਰ ਦੇ ਵਿੱਚ ਜਦੋਂ ਆਲੇ ਦੁਆਲੇ ਦੀਵਾਰ ਬਣਾ ਦਿੱਤੀ ਜਾਂਦੀ ਸੀ ਤੇ ਜਦੋਂ ਉਹ ਤਕਰੀਬਨ ਵਿਅਕਤੀ ਦਾ ਸਾਹ ਘੁੱਟਣ ਲੱਗਦਾ ਸੀ ਤੇ ਕਈ ਵਾਰੀ ਉਸ ਦੀਵਾਰ ਨੂੰ ਖੋਲ ਕੇ ਉਸ ਨੂੰ ਆਪਣੀ ਮੰਗ ਦੇ ਅਨੁਸਾਰ ਉਸ ਨੂੰ ਦੀਨ ਇਸਲਾਮ ਵੀ ਤਸਲੀਮ ਕਰਾ ਲਿਆ ਜਾਂਦਾ ਸੀ। ਸੋ ਸਾਹਿਬਜ਼ਾਦਿਆਂ ਨੂੰ ਖੜਾ ਕਰਕੇ ਦੀਵਾਰ ਚਿਣਨੀ ਸ਼ੁਰੂ ਕਰ ਦਿੱਤੀ। ਪਰ ਮੈਂ ਇੱਕ ਗੱਲ ਦੱਸ ਦਵਾਂ, ਸਾਡੇ ਜਿੰਨੇ ਵੀ ਇਤਿਹਾਸਕ ਸਰੋਤ ਨੇ ਉਹ ਸਾਰੇ ਕਹਿੰਦੇ ਨੇ ਕਿ ਦੀਵਾਰ ਦੇ ਵਿੱਚ ਚਿੰਨ ਕਰਕੇ ਸ਼ਹਾਦਤ ਨਹੀਂ ਹੋਈ। ਸ਼ਹਾਦਤ ਫਿਰ ਕਿਵੇਂ ਹੋਈ? ਕਹਿੰਦੇ ਸਾਹਿਬਜ਼ਾਦਿਆਂ ਦੇ ਦੁਆਲੇ ਦੀਵਾਰ ਚਿਣਨੀ ਸ਼ੁਰੂ ਕਰ ਦਿੱਤੀ ਗਈ। ਠੋਡੀ ਤੱਕ ਈਂਟ ਆ ਗਈ, ਮੁਖ पर आ गई। पहला ठोडी ते फिर मुख तक इट आ गई, फिर बीनी को ढांपती नक नू ढकती हुई, आंखों पे छा गई, इस चांद की छवि को ग्रहण सा लगा गई, लखते गुरु गोबिंद के दोनों छपा गई। दोवें साहबजादे जिहड़े ने वो कंध दे विच हुण लुक गए ने। दीवार के दबाव से जब हबसे दमन हुआ, जदों दीवार दे नाल साह घुटण लगा ते ये दीवार जिहड़ी डिग पई। ਸਾਹਿਬਜ਼ਾਦੇ ਦੋਵੇਂ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਏ ਨੇ। ਉਹਨਾਂ ਨੂੰ ਪਾਣੀ ਦਾ ਛਿੜਕਾ ਕਰਕੇ ਫਿਰ ਹੋਸ਼ ਦੇ ਵਿੱਚ ਲਿਆਂਦਾ ਗਿਆ। ਅਖੀਰ ਦੇ ਉੱਪਰ ਸ਼ਾਹੀ ਕਾਜ਼ੀ ਨੇ ਫਿਰ ਪੁੱਛਿਆ ਕਿ ਅੰਤਮ ਸਮਾਂ ਹੈ, ਆਖਰੀ ਵਕਤ ਹੈ, ਅਜੇ ਵੀ ਦੀਨ ਇਸਲਾਮ ਕਬੂਲ ਕਰ ਲਵੋ ਤੇ ਸ਼ਾਹੀ ਵੈਦ ਨੂੰ ਬੁਲਾ ਕੇ ਤੁਹਾਨੂੰ ਬਚਾਇਆ ਜਾ ਸਕਦਾ ਹੈ। ਤਾਂ ਉਸ ਵੇਲੇ ਸਾਹਿਬਜ਼ਾਦਿਆਂ ਨੇ ਕਿਹਾ ਹਮਰੇ ਬੰਸ ਰੀਤ ਇਮ ਆਈ, ਪ੍ਰਾਨ ਜਾਈ ਪਰ ਧਰਮ ਨਾ ਜਾਈ। ਫਿਰ ਉਸ ਵੇਲੇ सैयद जलालुद्दीन, जिसने गुरु तेग बहादुर साहब का तलवार मार के सिर धड़ तो जुदा किया सी, समाणे का रहने वाला जलाद, उसके दो भतीजे शाशल बेग ते बाशल बेग, इन्हां दे कोलों कोई कतल हो गया सी ते इह सरहंद दे कैद दे विच सन। इन्हां नूं कहा गया कि जेकर तुसीं, क्योंकि मासूमां नूं कतल करन दे वास्ते हर एक दा हिया नहीं सी पै रिहा, इन्हां नूं कहा गया कि जेकर तुसीं ਇਹ ਗੁਰੂ ਸਾਹਿਬ ਦੇ ਫੜੇ ਹੋਏ ਜਿਹੜੇ ਫਰਜ਼ੰਦ ਨੇ, ਜੇਕਰ ਇਹਨਾਂ ਨੂੰ ਜ਼ਿਬਾ ਕਰ ਦਿਓ ਤਾਂ ਜਿਹੜੀ ਤੁਹਾਡੀ ਕੈਦ ਤੇ ਜਿਹੜਾ ਤੁਹਾਡੇ ਜ਼ੁਰਮ ਆਇਦ ਕੀਤਾ ਗਿਆ ਤੁਹਾਨੂੰ ਉਸ ਤੋਂ ਖਲਾਸੀ ਕਰ ਦਿੱਤੀ ਜਾਵੇਗੀ। ਤੇ ਉਸ ਵੇਲੇ ਇਹ ਦੋਵੇਂ ਜਲਾਦ ਆਏ, ਸ਼ਾਸ਼ਲ ਬੇਗ ਤੇ ਬਾਸ਼ਲ ਬੇਗ। ਦੋਵਾਂ ਨੇ ਸਾਹਿਬਜ਼ਾਦਿਆਂ ਨੂੰ ਆਪਣੇ ਗੋਡਿਆਂ ਦੇ ਉੱਪਰ ਰੱਖਿਆ, ਛੁਰੀਆਂ ਕੱਢੀਆਂ ਤੇ ਸ਼ੀਰ ਖੋਰ ਜਿਬਾ ਕਰ ਡਾਰੇ, ਗਲੇ ਦੇ ਵਿੱਚ ਛੁਰੀਆਂ ਖੋਭ ਕੇ ਤੇ ਛਾਤੀ ਤੱਕ ਸਿੱਧੀਆਂ ਖਿੱਚ ਦਿੱਤੀਆਂ, ਜਿਸ ਦਾ ਜ਼ਿਕਰ ਰਤਨ ਸਿੰਘ ਭੰਗੂ ਵੀ ਕਰਦੇ ਨੇ ਕਿ ਸ਼ੀਰ ਖੋਰ। ਉਹ ਕਹਿੰਦਾ ਕਿ ਜਲਾਦਨ ਗੋਡੇ ਹੇਠ ਲੈ ਡਾਰੇ, ਗੋਡਿਆਂ ਦਾ ਭਾਰ ਪਾ ਕੇ ਪਹਿਲਾਂ ਜ਼ਮੀਨ ਦੇ ਉੱਪਰ ਉਹਨਾਂ ਦੇ ਉੱਪਰ ਭਾਰ ਪਾਇਆ ਗਿਆ ਕਿ ਉਹ ਹਿੱਲ ਨਾ ਸਕਣ, ਫਿਰ ਸ਼ੀਰ ਖੋਰ ਜਿਬਾ ਕਰ ਡਾਰੇ, ਫਿਰ ਉਹਨਾਂ ਦੀ ਛਾਤੀ ਦੇ ਵਿੱਚ ਖੰਜਰ ਖੋਭ ਕੇ ਹੇਠਾਂ ਨੂੰ ਖਿੱਚ ਦਿੱਤਾ ਗਿਆ। ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਇਹਨਾਂ ਦੀ ਸ਼ਹਾਦਤ ਦਾ ਦਿਨ 13 ਪੋ। ਸ਼ਹਾਦਤ ਦਾ ਵਕਤ ਇਹ ਬੜੀ ਅਹਿਮ ਗੱਲ ਹੈ। ਇਸ ਦਾ ਜ਼ਿਕਰ ਸਾਨੂੰ ਗੁਲਾਬ ਸਿੰਘ ਦੀਆਂ ਗੁਰ ਪ੍ਰਣਾਲੀਆਂ ਦੇ ਵਿੱਚ ਮਿਲਦਾ ਹੈ। ਉਹਦੇ ਵਿੱਚ ਵੀ ਅੱਗੋਂ ਜਾ ਕੇ ਸਾਨੂੰ ਵਕਤ ਕੱਢਣਾ ਪੈਂਦਾ ਹੈ। ਉਹ ਕਹਿੰਦਾ ਕਿ ਸਰਹੰਦ ਵਿਖੇ ਤੀਜੀ ਦਹ ਪੋ, ਤੀਜੀ ਦਹ 10 ਤੇ 3 13 ਪੋ। ਤੇ ਅੱਗੀ ਦੀ ਉਹ ਗੱਲ ਕਰਦਾ ਹੈ ਕਿ ਸਵਾ ਪੈਰ ਦਿਹੋਂ ਜੜੇ ਕਾਜ ਐਸਾ ਭਿਓ ਹੈ। ਸਵਾ ਪੈਰ ਦਿਨ ਚੜਨ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਤੇ ਜਿਹੜਾ 13 ਪੋ 1704 ਦਾ ਸਵੇਰ ਦਾ ਫਜਰ ਦਾ ਸੂਰਜ ਚੜਨ ਦਾ ਵਕਤ ਹੈ, ਉਹ 7:12 ਹੈ।
ਤੇ ਇਹਦੇ ਵਿੱਚ ਜੇ ਤੁਸੀਂ ਸਵਾ ਪੈਰ ਭਾਵ 180 ਮਿੰਟ 1 ਤੇ 45 ਮਿੰਟ ਹੋਰ ਜੋੜ ਲਵੋ ਤਾਂ ਸਾਹਿਬਜ਼ਾਦਿਆਂ ਨੂੰ 10:45 ਮਿੰਟ ਦੇ ਉੱਪਰ ਸ਼ਹੀਦ ਕੀਤਾ ਗਿਆ। ਫਿਰ ਇੱਕ ਘਟਨਾ ਦਾ ਜ਼ਿਕਰ ਬੰਸਾਵਲੀ ਨਾਮੇ ਦਾ ਕਰਤਾ ਕੇਸਰ ਸਿੰਘ ਛਿੱਬਰ ਕਰਦਾ ਹੈ। ਕਹਿੰਦਾ ਕਿ ਜੋਰਾਵਰ ਸਿੰਘ ਜੀ ਬੇਗ ਪ੍ਰਾਣ ਦੇ ਗਏ ਕਿ ਜੋਰਾਵਰ ਸਿੰਘ ਨੂੰ ਤਾਂ ਜਿਸ ਵੇਲੇ ਜ਼ਿਬਾ ਕੀਤਾ ਗਿਆ ਉਹਨਾਂ ਨੇ ਉਸੇ ਵੇਲੇ ਪ੍ਰਾਣ ਤਿਆਗ ਦਿੱਤੇ ਤੇ ਫਤਿਹ ਸਿੰਘ ਜੀ ਅੱਧੀ ਘੜੀ ਪੈਰ ਮਾਰਦੇ ਪਏ। ਅੱਧੀ ਘੜੀ ਹੁੰਦਾ 12 ਮਿੰਟ, 24 ਮਿੰਟ ਦੀ ਇੱਕ ਘੜੀ ਹੁੰਦੀ ਹੈ ਕਿ ਫਤਿਹ ਸਿੰਘ ਜੀ 12 ਮਿੰਟ ਉੱਥੇ ਪਏ ਤੜਫਦੇ ਰਹੇ। ਇਹਦਾ ਮਤਲਬ ਕਿ ਉਹਨਾਂ ਦੇ ਜਿਹੜੇ ਪ੍ਰਾਣ ਪਖੇਰੂ ਸੀ ਜਾਂ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ 10:57 ਮਿੰਟ ਦੇ ਉੱਪਰ ਬਣਦੀ ਹੈ। ਸੋ ਇਹ ਸੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦਾਂ ਦੀ ਸ਼ਹਾਦਤ। ਸੋ ਕੋਸ਼ਿਸ਼ ਕੀਤੀ ਸੀ ਕਿ ਇਹ ਜਿਹੜੇ ਸ਼ਹੀਦੀ ਸਾਕੇ ਨੇ ਇਹਨਾਂ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਜਾ ਸਕੇ। ਅੱਜ ਥੋੜਾ ਵਕਤ ਮੈਂ ਉੱਪਰ ਲੈ ਗਿਆ, ਖਿਮਾ ਦਾ ਜਾਚਕ ਹਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।